ਪ੍ਰਾਈਮ ਏਸ਼ੀਆ ਦੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅਸੀਂ ਰੋਜ਼ਾਨਾ ਤੁਹਾਡੇ ਨਾਲ ਖੁੱਲ੍ਹ ਕੇ ਵਿਚਾਰਾਂ ਕਰਦੇ ਹਾਂ। ਆਮ ਤੌਰ ਤੇ ਅਸੀਂ ਗੱਲਬਾਤ ਸਿਆਸਤ ਦੇ ਉੱਤੇ ਕਰਦੇ ਹਾਂ, ਭਖ ਦੇ ਮਾਮਲਿਆਂ ਤੇ ਕਰਦੇ ਹਾਂ, ਪਰ ਕਦੇ-ਕਦੇ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਬਚਪਨ ਦੇ ਵਿੱਚ ਲੈ ਜਾਈਏ, ਉਹ ਗੱਲਾਂ ਬਾਤਾਂ ਕਰੀਏ ਜਿਹੜੀਆਂ ਜ਼ਿੰਦਗੀ ਭਰ ਦਾ ਸਾਡਾ ਗਹਿਣਾ ਨੇ, ਸਰਮਾਇਆ ਨੇ। ਅੱਜ ਵੀ ਲਗਭਗ ਗੱਲਬਾਤ ਅਸੀਂ ਇਸੇ ਤਰ੍ਹਾਂ ਦੀ ਕਰਾਂਗੇ। ਸਕੂਲ ਦੇ ਵਿੱਚ ਤੁਹਾਡੇ ਵਿੱਚੋਂ ਲਗਭਗ ਸਾਰੇ ਪੜ੍ਹ ਕੇ ਆਏ ਹੋਣੇ ਆ। ਕੋਈ ਸਾਡੇ ਵਰਗੇ ਤੱਪੜ ਸਕੂਲਾਂ 'ਚ ਪੜ੍ਹੇ ਹੋਣਗੇ, ਕੋਈ ਜਿਨ੍ਹਾਂ ਨੂੰ ਪਬਲਿਕ ਸਕੂਲ ਕਹਿ ਦਿੰਦੇ ਸੀ, ਜਿਹਦੇ ਵਿੱਚ ਟਾਈ ਲਾ ਕੇ ਜਾਣਾ ਪੈਂਦਾ ਸੀ, ਉਹਦੇ 'ਚ ਪੜ੍ਹੇ ਹੋਣੇ ਨੇ। ਕਈ ਰਿਕਸ਼ੇ 'ਚ ਜਾਂਦੇ ਰਹੇ ਹੋਣੇ ਆ, ਕਈ ਵੈਨ 'ਚ ਗਏ ਹੋਣੇ ਆ, ਪਰ ਕਈ ਕਨਵੈਂਟ ਸਕੂਲਾਂ ਵਿੱਚ ਵੀ ਪੜ੍ਹੇ ਹੋਣੇ ਨੇ। ਪਰ ਬਚਪਨ ਦੀਆਂ ਯਾਦਾਂ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਸਕੂਲ ਵਿੱਚ ਪੜ੍ਹੇ, ਜ਼ਿੰਦਗੀ ਭਰ ਗਹਿਣੇ ਦੇ ਰੂਪ ਵਿੱਚ ਹਮੇਸ਼ਾ ਨਾਲ ਰਹਿਣੀਆਂ ਨੇ। ਅਸੀਂ ਗੱਲਬਾਤ ਅੱਜ ਸਕੂਲ ਦੇ ਉੱਤੇ ਕਰਾਂਗੇ। ਸੋ ਆਓ ਇਸ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ, ਸਵਾਗਤ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਵਿਦੇਸ਼ ਦੇ ਵਿੱਚੋਂ ਜਦੋਂ ਕੋਈ ਜਾਂਦਾ ਨਾ ਜੀ, ਤੇ ਪਿੰਡ ਪਹੁੰਚਦੇ ਆ, ਅਟੈਚੀ ਰੱਖਣੇ ਜੀ। ਘਰਦਿਆਂ ਨੇ ਕਹਿਣਾ ਕਿ ਉਹ ਪਰਲੇ ਕਮਰੇ 'ਚ ਰੱਖਦੇ ਚਾਚੇ ਦਾ ਅਟੈਚੀ ਬਈ, ਮਾਸੀ ਦਾ ਅਟੈਚੀ ਬਈ, ਜੋ ਵੀ ਹੋਇਆ, ਭੂਆ ਦਾ ਅਟੈਚੀ ਬਈ। ਉਹ ਅਟੈਚੀ ਪਰਲੇ ਪਾਸੇ ਰੱਖਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ, ਆਲੇ ਦੁਆਲੇ ਦਾ ਸੁੱਖ ਸਾਂਦ ਪੁੱਛਣੀ ਕਿ ਫਲਾਨੀ ਠੀਕ ਹੈ, ਬੀਬੀ ਬਚਨੀ ਦਾ ਕਿੱਦਾਂ, ਤਾਏ ਬਿਸ਼ਨੇ ਦਾ ਕਿੱਦਾਂ, ਉਹ ਸਾਰਾ ਕੁਝ ਪੁੱਛ ਕੇ ਫਿਰ ਤਰਜੀਹਾਂ ਦੱਸੀਆਂ ਜਾਂਦੀਆਂ ਕਿ ਦਿਨ ਤਾਂ 15 ਆ ਬਈ, ਹੁਣ 15 ਦਿਨਾਂ ਦੇ ਵਿੱਚ ਕੀ ਕਰਨਾ, ਫਲਾਨੇ ਵਿਆਹ 'ਤੇ ਵੀ ਜਾਣਾ, ਫਲਾਨੇ ਭੋਗ 'ਤੇ ਵੀ ਜਾਣਾ। ਉੱਥੇ ਅਫਸੋਸ ਹੋਇਆ। ਅਤੇ ਨਾਲ ਇਹ ਹੁੰਦਾ ਕਿ ਪਿੰਡ ਦੇ ਵਿੱਚ ਇਹਨਾਂ ਨੂੰ ਮਿਲਣਾ ਅਤੇ ਸਕੂਲ ਦੇਖਣਾ ਜੀ। ਭਾਵੇਂ ਜਾਂਦੇ ਜਾਂਦੇ ਆਪਾਂ ਜਦੋਂ ਫਲਾਨੀ ਜਗ੍ਹਾ ਦੇ ਉੱਤੇ ਮੱਥਾ ਟੇਕਣ ਜਾਣਾ ਤਾਂ 10 ਮਿੰਟ ਸਕੂਲ ਦੇ ਗੇਟ ਮੂਹਰੇ ਰੁਕਣਾ ਜੀ। ਇਹਦੇ ਤੋਂ ਇਲਾਵਾ ਬਹੁਤ ਸਾਰੇ ਬੰਦੇ ਪੜ੍ਹ ਲਿਖ ਕੇ ਪਿੰਡਾਂ ਦੇ ਵਿੱਚੋਂ ਸ਼ਹਿਰ ਚਲੇ ਗਏ, ਕੋਈ ਕਿਸੇ ਦੂਸਰੇ ਸੂਬੇ 'ਚ, ਸਟੇਟ, ਪ੍ਰੋਵਿੰਸ ਦੇ ਵਿੱਚ ਚਲੇ ਗਿਆ। ਉਹ ਵੀ ਜਦੋਂ ਵਾਪਸ ਆਉਂਦਾ, ਚਾਹੇ ਗੱਡੀ ਦੀ, ਸਕੂਟਰ ਦੀ, ਮੋਟਰਸਾਈਕਲ ਦੀ ਮਾੜੀ ਜਿਹੀ ਬ੍ਰੇਕ ਮਾਰੇ, ਇੱਕ ਵਾਰੀ ਬ੍ਰੇਕ ਮਾਰ ਕੇ ਗੇਟ ਦੇ ਵੱਲ ਨੂੰ ਦੇਖਦੇ ਜ਼ਰੂਰ ਹੈ। ਉਹ ਜਿਹੜਾ 1 ਸਕਿੰਟ ਦਾ ਜਾਂ 5 ਸਕਿੰਟ ਦਾ ਦੇਖਣਾ ਹੁੰਦਾ ਨਾ ਬੈਨੀਪਾਲ ਸਾਹਿਬ, ਉਹ 5 ਸਾਲ ਦੀ ਤਸਵੀਰ ਐਂ ਚੱਕਰੀਆਂ ਨੂੰ ਘੁੰਮ ਜਾਂਦੀ ਹੈ। ਬਹੁਤ ਕੁਝ ਚੇਤੇ ਆਉਂਦਾ। ਅਧਿਆਪਕ ਚੇਤੇ ਆਉਂਦੇ ਆ ਜਿਨ੍ਹਾਂ ਨੇ ਪੜ੍ਹਾਇਆ, ਕਿਤੇ ਕਿਤੇ ਛਿਟੀ ਫੇਰੀ, ਜਿਨ੍ਹਾਂ ਦੇ ਨਾਲ ਪੜ੍ਹੇ ਆ, ਜਿਹੜੇ ਆਪਣੇ ਤੋਂ ਅਗਲੀ ਜਮਾਤ 'ਚ ਪੜ੍ਹਦੇ ਸੀ, ਜਿਹੜੇ ਆਪਣੇ ਤੋਂ ਪਿਛਲੀ ਜਮਾਤ 'ਚ ਪੜ੍ਹਦੇ ਸੀ, ਉਹ ਸਾਰਾ ਕੁਝ ਚੇਤੇ ਆਉਂਦਾ ਅਤੇ ਉਹ ਕਦੇ ਚੇਤਿਆਂ 'ਚੋਂ ਵਿਸਰ ਵੀ ਨਹੀਂ ਸਕਦਾ। ਕਮਾਲ ਦੀ ਗੱਲ ਇਹ ਹੈ ਕਿ ਅੱਜ ਬਹੁਤ ਕੁਝ ਬਦਲ ਗਿਆ। ਜਦੋਂ ਹੁਣ ਆਪਾਂ ਪੰਜਾਬ ਜਾਂਦੇ ਹਾਂ, 7 ਵਜੇ ਪੀ ਸ਼ੁਰੂ ਹੋ ਜਾਂਦੀ ਆ, 1 ਸਕੂਲ ਦੀ ਬੱਸ ਲੰਘੀ ਜੀ, 2 ਦੀ ਬੱਸ ਲੰਘੀ ਜੀ, 3 ਦੀ ਬੱਸ ਲੰਘੀ ਜੀ। ਹੁਣ ਨਵੇਂ ਤਰ੍ਹਾਂ ਦਾ ਮਾਹੌਲ ਹੋ ਗਿਆ। ਹਰ ਘਰ ਦੇ ਮੂਹਰੇ ਕੋਈ ਨਾ ਕੋਈ ਸੁਆਣੀ ਖੜੀ ਹੁੰਦੀ ਹੈ, ਕੋਈ ਨਾ ਕੋਈ ਬਜ਼ੁਰਗ ਖੜਾ ਹੁੰਦਾ ਹੈ, ਅਤੇ ਨਿੱਕੇ ਨਿਆਣੇ ਨੇ ਪਿੱਛੇ ਬੈਗ ਆਪਣੇ ਪਾਇਆ ਹੁੰਦਾ, ਸੋਹਣੀਆਂ ਟਾਈਆਂ ਲਾਈਆਂ ਹੁੰਦੀਆਂ, ਬੱਚੀਆਂ ਨੇ ਸਕਰਟਾਂ ਪਾਈਆਂ ਹੁੰਦੀਆਂ, ਜਾਂ ਬੱਚੀਆਂ ਨੇ ਬਹੁਤ ਸੋਹਣੇ ਸੂਟ ਜਿਹੜੇ ਉਹ ਪਾਏ ਹੁੰਦੇ ਆ, ਵਧੀਆ ਤਰੀਕੇ ਦੇ ਨਾਲ, ਐਨ ਟੈਨਸ਼ਨ, ਸਾਰਾ ਕੁਛ ਵਧੀਆ। ਪਰ ਉਦੋਂ ਮਸਲਾ ਇੱਦਾਂ ਨਹੀਂ ਸੀ ਹੁੰਦਾ ਜੀ। ਉਦੋਂ ਤਾਂ ਨਿੱਕੇ ਨਿਆਣੇ ਨੇ ਆਪ ਹੀ ਘਰੋਂ ਤੁਰਨਾ ਇਕੱਲਿਆਂ, ਆਪ ਹੀ ਵਾਪਸ ਆਉਣਾ। ਘਰਾਂ ਦੇ ਮੂਹਰੇ ਕੋਈ ਨਿਆਣਿਆਂ ਨੂੰ ਸਕੂਲੇ ਛੱਡਣ ਲਈ ਇੱਦਾਂ ਖੜ੍ਹਦਾ ਨਹੀਂ ਸੀ। ਪਰ ਉਸ ਸਮੇਂ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਹੋਣਗੀਆਂ, ਤੁਹਾਨੂੰ ਵੀ ਬਹੁਤ ਕੁਝ ਆਪਣੇ ਸਕੂਲ ਦਾ ਚੇਤੇ ਆਉਂਦਾ ਹੋਏਗਾ। ਅਤੇ ਅੱਜ ਆਪਾਂ ਇੱਕ ਇੱਕ ਕਰਕੇ ਉਹ ਨਿੱਕਾ ਸਕੂਲ, ਖਾਸ ਤੌਰ 'ਤੇ ਉੱਤੇ ਜਿਹਨੂੰ ਆਪਾਂ ਨਿੱਕਾ ਸਕੂਲ ਪ੍ਰਾਇਮਰੀ ਸਕੂਲ ਨੂੰ ਕਹਿ ਦਿੰਦਾ ਸੀ, ਹਰ ਪਿੰਡ ਦੇ ਵਿੱਚ ਹੀ ਤਕਰੀਬਨ ਹੁੰਦਾ, ਉਹਦੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਜ਼ਰੂਰ ਕਰਨੀਆਂ। ਬਾਠ ਸਾਹਿਬ, ਉਹ ਸਕੂਲਾਂ ਦਾ ਆਪਣਾ ਲੁਤਫ, ਉਹ ਯਾਦਾਂ ਜ਼ਿੰਦਗੀ ਦਾ ਸਰਮਾਇਆ। ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਉਹਦੇ ਵਿੱਚ ਜਦੋਂ ਪੜ੍ਹਨ, ਤੁਸੀਂ ਵੀ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਕਿ ਤੱਪੜ ਸਕੂਲ 'ਚ ਪੜ੍ਹੇ ਹੋਵੋ। ਮੈਂ ਤਾਂ ਉਸੇ ਗਰੀਬੀ ਦਾ ਵਿੱਚ ਤੱਪੜ ਸਕੂਲ 'ਚ ਹੀ ਪੜ੍ਹਿਆ ਜੀ। ਮੈਂ ਤਾਂ ਸ਼ੁਰੂ ਤੋਂ ਲੈ ਕੇ ਧੁਰ ਤੱਕ ਸਰਕਾਰੀ ਹੀ ਬਣਿਆ। ਬਿਲਕੁਲ ਸਰਕਾਰੀ ਸਕੂਲ 'ਚ ਪੜ੍ਹੇ ਹਾਂ। ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਉਦੋਂ ਵੀ ਸੀ, ਅੱਜ ਵੀ ਪ੍ਰਾਇਮਰੀ ਸਕੂਲ ਹੀ ਆ। ਸੋ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਨ ਦਾ ਇੱਕ ਆਪਣਾ ਜਿਹੜਾ ਮੈਂ ਆਪਣਾ ਨਿੱਜੀ ਤਜਰਬਾ ਮੈਂ ਸਾਂਝਾ ਕਰਨਾ ਚਾਹੁੰਦਾ। ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਤੁਸੀਂ ਆਪਣੇ ਨਿੱਜੀ ਤਜਰਬੇ ਸਾਡੇ ਤੱਕ ਜ਼ਰੂਰ ਪਹੁੰਚਿਓ। ਮੈਨੂੰ ਲੱਗਦਾ ਸਾਰਿਆਂ ਦੇ ਸੁਹਾਵਣੇ ਹੀ ਹੋਣੇ ਆ। ਹੋ ਸਕਦਾ ਕਿਸੇ ਨੂੰ ਇੱਕਾ ਦੁੱਕਾ ਨੂੰ ਉਹ ਚੀਜ਼ਾਂ ਨਾ ਚੰਗੀਆਂ ਲੱਗਣ, ਪਰ ਬਹੁ ਗਿਣਤੀ ਵਿੱਚ ਮੈਨੂੰ ਲੱਗਦਾ ਉਹ ਤਜਰਬੇ ਸਾਰਿਆਂ ਦੇ ਅਨੁਭਵ ਚੰਗੇ ਹੋਣੇ ਨੇ। ਇੱਕ ਉਹਨਾਂ ਸਕੂਲਾਂ ਦੀ ਮੈਨੂੰ ਲੱਗਦਾ ਸਭ ਤੋਂ ਚੰਗੀ ਵਿਸ਼ੇਸ਼ਤਾ ਕਹੀਏ ਜਾਂ ਮਾੜੀ ਗੱਲ ਕਹੀਏ, ਜਦੋਂ ਕੋਈ ਭੈਣ ਭਰਾ ਵੱਡਾ ਤੁਹਾਡਾ ਉਸ ਸਕੂਲ 'ਚ ਪੜ੍ਹਦਾ ਹੁੰਦਾ ਸੀ, ਕਿਉਂਕਿ ਛੋਟੇ ਭੈਣ ਭਰਾ ਉਹਨਾਂ ਦੇ ਨਾਲ ਲਗਾਅ ਬੜਾ ਰੱਖਦੇ। ਉਹਨਾਂ ਨੂੰ ਹੁੰਦਾ ਕਿ ਮਾਪਿਆਂ ਨੂੰ ਵੀ ਹੁੰਦਾ ਇੱਦਾਂ ਕਰੋ, ਹੁਣ ਇਹ ਸੁਰਤ ਸੰਭਲ ਗਈ ਹੈ ਇਹਦੀ, ਇਹਨੂੰ ਸਕੂਲ ਭੇਜਣਾ ਸ਼ੁਰੂ ਕਰ ਦਈਏ। ਉਹ ਕਈ ਵਾਰੀ ਆਪਸ ਦੇ ਵਿੱਚ ਪਿਆਰ ਵੀ ਭੈਣਾਂ ਭਰਾਵਾਂ ਦਾ ਬਹੁਤ ਹੁੰਦਾ। ਜਦੋਂ ਉਹ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ, ਕਈ ਬੱਚੇ ਬੜੇ ਸ਼ਰਾਰਤੀ ਹੁੰਦੇ ਨੇ ਜਾਂ ਤੇਜ਼ ਤਰਾਰ ਹੁੰਦੇ ਨੇ, ਪਰ ਹੁੰਦੇ ਉਹ 4 ਸਾਲ ਦੇ ਹਲੇ ਜਾਂ 5 ਦੇ ਹੁੰਦੇ ਆ, ਉੱਥੇ 6 ਸਾਲ ਦੇ ਨੂੰ ਦਾਖਲ ਕਰਦੇ। ਅਧਿਆਪਕਾਂ ਕੋਲ ਜਾਣਾ ਕਿ ਇਹ ਬੱਚਾ ਕਿਵੇਂ ਆ ਜੀ, ਘਰ ਤਾਂ ਰਹਿੰਦਾ ਨਹੀਂ, ਇਹ ਛੋਟਾ ਹੁਣ ਵੱਡੇ ਨਾਲ ਆਉਣਾ ਚਾਹੁੰਦਾ ਹੈ, ਰੋਜ਼ ਜਿੱਦ ਵੀ ਕਰਦਾ। ਇਹਨੂੰ ਇਹ ਆ ਵੀ ਮੈਨੂੰ ਵੀ ਫੱਟੀ ਲੈ ਕੇ ਦਿਓ, ਮੈਨੂੰ ਵੀ ਸਲੇਟ ਲੈ ਕੇ ਦਿਓ।
ਉਹ ਕਹਿੰਦੇ ਠੀਕ ਆ, ਅਸੀਂ ਵੀ ਦੇਖਦੇ ਆ ਕੇ ਬਹਿੰਦਾ ਹੈ, ਇਹ ਤਾਂ ਚੁਸਤ ਬਹੁਤ ਹੈ, ਇਹ ਤਾਂ ਊੜਾ ਐੜਾ ਵੀ ਸਿੱਖ ਗਿਆ, ਅੱਖਰ ਚੱਕਣ ਲੱਗ ਗਿਆ, ਤੇ ਬਹਿੰਦਾ ਵੀ ਠੀਕ ਹੈ, ਰੋਂਦਾ ਵੀ ਨਹੀਂ ਸਾਰਾ ਦਿਨ, ਘਰ ਨੂੰ ਜਾਣ ਦੀ ਜਿੱਦ ਵੀ ਨਹੀਂ ਕਰਦਾ, ਫਿਰ ਇਹਨੂੰ ਜੀ ਦਾਖਲ ਕਰੋ। ਹੁਣ ਉਹਨਾਂ ਦੀ ਮਜਬੂਰੀ ਹੁੰਦੀ ਸੀ ਕਿ ਭਾਈ 6 ਸਾਲਾਂ ਦਾ ਹੋਣਾ ਬਹੁਤ ਲਾਜ਼ਮੀ ਹੈ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਤੁਸੀਂ ਅੱਗੇ ਪਿੱਛੇ ਕਰਕੇ ਇਹਨੂੰ ਦਾਖਲ ਕਰੋ। ਵੀ ਉਦੋਂ ਕਿਹੜਾ ਜਨਮ ਸਰਟੀਫਿਕੇਟ ਹੁੰਦਾ, ਜਨਮ ਸਰਟੀਫਿਕੇਟ ਪੁੱਛਣਾ ਕਿਸੇ ਨੇ ਨਹੀਂ। ਸੋ ਬਹੁਤਿਆਂ ਦੀ ਡੇਟ ਆਫ ਬਰਥ ਦੇ ਵਿੱਚ ਫੇਰ ਬਦਲ ਕਰਨ ਦੇ ਵਿੱਚ ਇਹਨਾਂ ਸਕੂਲਾਂ ਦਾ ਵੱਡਾ ਹੱਥ ਹੈ, ਪਰ ਉਹ ਸਕੂਲ ਦੇ ਨਾਲੋਂ ਮਾਪਿਆਂ ਦਾ ਜ਼ਿਆਦਾ। ਉਹ ਕਹਿੰਦੇ ਨਹੀਂ ਜੀ ਹੁਣ ਇਹ ਘਰੇ ਰਹਿਣਾ ਨਹੀਂ ਚਾਹੁੰਦਾ, ਸਕੂਲ ਆਉਣਾ ਚਾਹੁੰਦਾ, ਤੇ ਤੰਗ ਕਰਦਾ, ਅੱਡੀਆਂ ਘੜੀਸਦਾ, ਤੇ ਨਾਲ ਕਹਿੰਦਾ ਵੀ ਮੈਨੂੰ ਵੀ ਭੇਜੋ ਜੀ। ਇਸ ਕਰਕੇ ਜੇਕਰ ਤੁਹਾਡੇ ਵਿੱਚੋਂ ਵੀ ਕਿਸੇ ਨਾਲ ਇਸ ਤਰ੍ਹਾਂ ਹੋਇਆ ਕਿ ਭਾਈ ਤੁਸੀਂ ਚੁਸਤ ਸੀ, ਤੁਸੀਂ ਤੇਜ਼ ਤਰਾਰ ਸੀ, ਤੁਸੀਂ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਦੇ ਨਾਲ ਸਕੂਲ ਜਾਣਾ ਸ਼ੁਰੂ ਕਰ ਦਿੱਤਾ, ਬਾਅਦ ਦੇ ਵਿੱਚ ਇਹ ਨੌਬਤ ਆਈ ਹੋਵੇ ਭਾਈ ਇਹਨੂੰ ਸਕੂਲ ਦਾਖਲ ਕਰ ਲਓ ਪਰ ਉਮਰ ਛੋਟੀ ਹੈ, ਇੱਕ ਅੱਧਾ ਸਾਲ 1.5 ਸਾਲ ਵਧਾ ਕੇ ਲਿਖਿਆ ਗਿਆ ਹੋਵੇ, ਜ਼ਰੂਰ ਦੱਸਿਓ। ਬੈਨੀਪਾਲ ਸਾਹਿਬ, ਅਕਸਰ ਹੀ ਇਦਾਂ ਹੁੰਦਾ ਕਿ ਘਰ ਦੇ ਵਿੱਚ ਜੇ 2 ਭੈਣਾਂ ਜੀ, ਮੰਨ ਲਓ ਉਹਨਾਂ ਦੀ ਉਮਰ ਦੇ ਵਿੱਚ ਤਾਂ 2 ਸਾਲ ਦਾ ਫਰਕ ਆ, ਪਰ ਹੁੰਦੀਆਂ ਉਹ ਇੱਕ 6ਵੀਂ 'ਚ ਦੂਜੀ 5ਵੀਂ 'ਚ। ਹਾਂ, ਭਰਾ ਵੀ ਇੱਦਾਂ ਹੁੰਦੇ ਆ, ਇੱਕ ਚੌਥੀ ਦੂਜਾ ਤੀਜੀ 'ਚ। ਫਿਰ ਜੇ ਪੁੱਛੋ ਕਿ ਭਾਈ ਤੂੰ ਫੇਲ ਹੋ ਗਿਆ ਸੀ, ਵੱਡੇ ਨੂੰ ਪੁੱਛਣਾ ਜਾਂ ਕੀ ਸੀ, ਉਹ ਨਹੀਂ ਜੀ ਇਹ ਤਾਂ ਫਿਰ ਬਹੁਤੇ ਘਰ ਦੇ ਕਹਿੰਦੇ ਹੁੰਦੇ ਆ, ਇਹ ਫਿਰ ਇਹਦੀਆਂ ਕਿਤਾਬਾਂ ਲੈ ਕੇ ਮਾੜਾ ਮੋਟਾ ਇੱਧਰ ਉੱਧਰ ਕਰਦਾ ਹੁੰਦਾ ਸੀ। ਫਿਰ ਭੈਣ ਜੀ ਨੇ ਵੀ ਕਹਿ ਦਿੱਤਾ ਕਿ ਇਹਨੂੰ ਤਾਂ ਊੜਾ ਅੜਾ ਆ ਗਿਆ, ਇਹ 10 ਤੱਕ ਗਿਣਤੀ ਵੀ ਕਰਦਾ, ਅਸੀਂ ਫਿਰ ਇਹਨੂੰ ਦਾਖਲ ਕਰਾ ਦਿੱਤਾ। ਤੇ ਉਮਰ 40-50 ਦਿਨ ਦਾ ਫਰਕ ਪੈਂਦਾ ਸੀ, ਕਿਉਂਕਿ ਇੱਕ ਉੱਥੇ ਸੀਮਾ ਰੇਖਾ ਹੁੰਦੀ ਨਾ ਕਿ ਇੰਨਾ ਕੁ ਹਿਸਾਬ ਕਿਤਾਬ ਹੋ ਜਵੇ। ਇਸ ਕਰਕੇ ਉਮਰ ਦਾ ਕਈ ਵਾਰੀ 2 ਜਾਂ 3 ਸਾਲ ਦਾ ਫਰਕ ਹੋਣਾ, ਪਰ ਜਮਾਤਾਂ ਦਾ, ਭੈਣ ਭਰਾ ਦਾ ਜਾਂ 2 ਭਰਾਵਾਂ ਦਾ ਜਾਂ 2 ਭੈਣਾਂ ਦਾ ਆਪਸ ਦੇ ਵਿੱਚ ਫਰਕ ਥੋੜ੍ਹਾ ਹੁੰਦਾ ਸੀ। ਹੁਣ ਇੱਥੇ ਬੈਨੀਪਾਲ ਸਾਹਿਬ ਇੱਕ ਗੱਲ ਆਪਾਂ ਥੋੜ੍ਹੀ ਜਿਹੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ। ਸਾਡੇ ਦਰਸ਼ਕ, ਤੁਸੀਂ ਪਰਿਵਾਰ ਦੇ ਮੈਂਬਰ ਹੋ, ਤੁਸੀਂ ਚੇਤੇ ਕਰਿਓ, ਅੱਜ ਇਹ ਪ੍ਰੋਗਰਾਮ ਸੁਣਿਓ ਤਾਂ ਦੇਖਿਓ ਨਾ, ਅੱਜ ਇਹਨੂੰ ਮਹਿਸੂਸ ਕਰਿਓ। ਅੱਜ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਬਚਪਨ ਦੇ ਵਿੱਚ ਦੀ ਲੰਘ ਜਾਇਓ ਜੀ। ਹੁਣ ਹੁੰਦਾ ਕੀ ਸੀ, ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦਾ, ਮੁਕਾਬਲਾ ਨਹੀਂ ਸੀ, ਕਿਉਂਕਿ ਸਾਰਿਆਂ ਦੇ ਕੋਲੇ ਉਹੀ ਚੱਪਲਾਂ, ਕਿਉਂਕਿ ਚੱਪਲਾਂ ਪਾ ਕੇ ਮੈਂ ਤਾਂ ਚੱਪਲਾਂ ਪਾ ਕੇ ਜਾਂਦਾ ਸੀ, ਸਾਰੇ ਹੀ, ਕਈਆਂ ਦੇ ਹੁੰਦੀਆਂ ਵੀ ਨਹੀਂ ਸੀ। ਤੇ ਚੱਪਲਾਂ ਵੀ ਇਦਾਂ ਦੀਆਂ ਹੋਣੀਆਂ ਕਿ ਜੇ ਘਰ ਤੋਂ ਪਿੰਡ ਦੇ ਵਿੱਚ ਹੀ ਸਕੂਲ ਆ, 3 ਵਾਰੀ ਤਾਂ ਸਟੈਪ ਨਿਕਲਣਾ, ਪਹਿਲਾਂ ਸਟੈਪ ਹੀ ਕਹੀਦਾ ਸੀ ਉਦੋਂ, 3 ਵਾਰੀ ਉਹ ਨਿਕਲ ਜਾਣਾ, ਉਹ ਨਿਆਣਿਆਂ ਨੇ ਸਾਰਿਆਂ ਨੇ ਇਕੱਠੇ ਜਾਣਾ, ਫਿਰ ਆਵਾਜ਼ ਮਾਰਨੀ ਉਹ ਮੈਨੂੰ ਵੀ ਲੈ ਜਾਓ, ਫਿਰ ਜਾਰੀ ਨਾ ਹੋਈ, ਫਿਰ ਜੇ ਤੂੰ ਅੱਗੇ ਚਲ ਗਿਆ ਤਾਂ ਉਹਨੇ ਕਹਿਣਾ ਉਧਰ ਘੰਟੀ ਵੱਜੀ ਜਾਂਦੀ ਆ, ਫਿਰ ਉਹ ਕਈ ਵਾਰੀ ਹੱਥ ਦੇ ਵਿੱਚ ਹੀ ਫੜ ਕੇ ਤਾਂ ਉੱਥੇ ਜਾ ਕੇ ਜਮਾਤ ਦੇ ਵਿੱਚ ਬਹਿ ਕੇ ਫਿਰ ਉਹ ਸਟੈਪ ਜਿਹਾ ਜਿਹੜਾ ਉਹ ਪਾਈ ਜਾਣਾ। ਕਈ ਵਾਰੀ ਉਹਦੇ ਥੱਲੇ ਪਿੰਨ ਫਸਾਈ ਹੁੰਦੀ ਸੀ ਕਿ ਭਾਈ ਇਹ ਹੁਣ ਦੁਬਾਰਾ ਨਾ ਨਿਕਲੇ। ਕਈ ਵਾਰੀ ਲੀਰ ਵੀ ਬੰਨ੍ਹ ਲੈਣੀ, ਉਹ ਤਾਂ ਪੱਕਾ ਆ ਜਾਂਦਾ ਸੀ ਨਾ, ਇੱਕ ਗਲੀ ਮੋਕਲੀ ਹੋ ਗਈ ਹੈ ਤਾਂ ਘੱਟੋ ਘੱਟ ਨਿਕਲੂ ਨਹੀਂ। ਉਹ ਜਦੋਂ ਲੀਰ ਬੰਨ੍ਹ ਲੈਣੀ ਤਾਂ ਮੋਹਰਲੇ ਪਾਸਿਓਂ ਫਿਰ ਉਹ ਉੱਚੀ ਰਹਿਣੀ ਚੱਪਲ, ਫਿਰ ਦੌੜ ਭੱਜ ਵੀ ਨਾ ਹੋਣਾ। ਉਹ ਕਈ ਦਿੱਕਤਾਂ ਜਿਹੜੀਆਂ ਆਉਂਦੀਆਂ ਸੀ। ਮੁਕਾਬਲਾ ਬੈਨੀਪਾਲ ਸਾਹਿਬ ਇਸ ਕਰਕੇ ਨਹੀਂ ਸੀ ਹੁੰਦਾ ਕਿਉਂਕਿ ਤਕਰੀਬਨ ਉਦੋਂ ਸਾਰੇ ਪਿੰਡ ਦੇ ਨਿਆਣੇ ਇੱਕੋ ਜਗ੍ਹਾ ਪੜ੍ਹਦੇ ਸੀ। ਇੱਕ ਤਾਂ ਮੁਕਾਬਲਾ ਇੱਥੋਂ ਘਟ ਗਿਆ, ਇੱਕ ਨੇਮ ਬ੍ਰਾਂਡ ਵਾਲਾ ਚੱਕਰ ਵੀ ਹੈ ਨਹੀਂ ਸੀ। ਦੂਸਰੀ ਗੱਲ ਕਿ ਜਦੋਂ ਸਾਰੇ ਇੱਕੋ ਥਾਂ ਪੜ੍ਹਨੇ, ਫਿਰ ਕੱਪੜਿਆਂ ਦੀ ਦੌੜ ਨਹੀਂ ਸੀ ਹੁੰਦੀ ਕਿ ਕੌਣ ਕਿਹੜੀ ਕੰਪਨੀ ਦੇ ਬੂਟ ਪਾ ਕੇ ਆਇਆ, ਕੌਣ ਕਿਹੜੀ ਕੰਪਨੀ ਦੇ ਜਿਹੜੇ ਆ ਉਹ ਕੱਪੜੇ ਪਾ ਕੇ ਆਇਆ। ਉਦੋਂ ਜਿਹੜਾ ਹੁੰਦਾ ਸੀ ਉਹੀ ਝੱਗਾ ਝੋਗਾ ਪਾ ਕੇ ਤੁਰ ਪੈਂਦਾ ਸੀ। ਹੁਣ ਮੈਨੂੰ ਨਹੀਂ ਚੇਤਾ ਕਿ ਉਦੋਂ ਕਦੇ ਕੱਪੜੇ ਪ੍ਰੈਸ ਕੀਤੇ ਮਿਲੇ ਸੀ ਕਿ ਨਹੀਂ ਮਿਲੇ, ਮੈਨੂੰ ਨਹੀਂ ਚੇਤਾ, ਹੋ ਸਕਦਾ ਤੁਹਾਨੂੰ ਚੇਤਾ ਹੋਵੇ, ਕਿਸੇ ਨੂੰ ਵੀ ਨਹੀਂ ਹੋਣਾ, ਕਿਉਂਕਿ ਪਤਾ ਹੀ ਨਹੀਂ ਸੀ ਹੁੰਦਾ ਕਿ ਕੱਪੜੇ ਬੀਬੀਆਂ ਨੇ ਧੋ ਕੇ ਤਾਂ ਛੰਡ ਦੇਣਾ, ਚੰਗੀ ਤਰ੍ਹਾਂ ਸੁੱਕਣਾ ਪਾ ਦੇਣਾ, ਤੈਅ ਲਾ ਕੇ ਰੱਖਣਾ। ਉਹ ਤੈਅ ਹੀ ਪ੍ਰੈਸ ਵਰਗੀ ਹੁੰਦੀ ਸੀ। ਹਾਂ, ਜਦੋਂ ਵਿਆਹ ਸ਼ਾਦੀ ਦੇ ਕਿਤੇ ਜਾਣਾ ਉਦੋਂ ਹੋ ਸਕਦਾ ਕਿ ਭੂਰਾ ਕਿਤੇ ਪ੍ਰੈਸ ਮਾੜਾ ਮੋਟਾ ਮਾਰ ਦਿੰਦੇ ਹੋਣਗੇ ਨਾ, ਮੈਨੂੰ ਲੱਗਦਾ ਨਹੀਂ ਨਾ। ਹੁਣ ਚੇਤਾ ਹੀ ਨਹੀਂ ਹੈ ਕਿ ਕਿਤੇ ਉਦੋਂ ਉਹ ਪਲੱਗ ਕੋਈ ਸ਼ੂ ਵੀ ਹੁੰਦਾ ਸੀ ਜਿਹਦੇ ਪ੍ਰੈਸ ਲਾਈ ਦੀ ਸੀ, ਕਿਉਂਕਿ ਉਹਦੀ ਥੋੜਾ ਜਿਹਾ ਵੱਡੀ એનર્ਜੀ ਵਾਲਾ ਚਾਹੀਦਾ ਹੁੰਦਾ, ਤਾਕਤ ਵਾਲਾ। ਹੋਰ ਬੈਨੀਪਾਲ ਸਾਹਿਬ ਇੱਕ ਉੱਥੇ ਗੱਲ ਇਹ ਹੁੰਦੀ ਸੀ ਕਿ ਬੱਚੇ ਨੂੰ ਨਾ ਬਹੁਤ ਸਾਰਾ ਕੰਮ ਆਪ ਕਰਨਾ ਹੁੰਦਾ। ਮੈਨੂੰ ਇਹ ਚੇਤਾ ਹੈ ਕਿ ਸ਼ੁਰੂਆਤੀ 2 ਸਾਲ ਜੀ ਬੋਰੀ ਲੈ ਕੇ ਘਰੋਂ ਜਾਂਦੇ ਰਹੇ, ਜਾਣੀ ਕਿ ਉਹ ਇੱਕ ਝੋਲਾ ਹੋਣਾ ਜਿਹਦੇ 'ਚ ਕਿਤਾਬਾਂ ਪਾਈਆਂ ਹੋਣੀਆਂ, ਉਹਦੇ ਉੱਪਰ ਆਪਣੀ ਬੋਰੀ, ਕਿਉਂਕਿ ਉਦੋਂ ਫੱਟੇ ਬਣੇ ਨਹੀਂ ਸੀ ਸਕੂਲ 'ਚ। ਉਹਦੇ ਤੋਂ ਬਾਅਦ ਫਿਰ ਸਾਡੇ ਦੇਖਦਿਆਂ ਕੋਈ ਗ੍ਰਾਂਟ ਆਈ ਜਾਂ ਕਿਸੇ NRI ਨੇ ਪੈਸੇ ਦਿੱਤੇ ਜਾਂ ਕਿਵੇਂ ਹੋਇਆ, ਫਿਰ ਫੱਟੇ ਬਣੇ। ਉਹ ਫੱਟਿਆਂ ਦੀ ਵੀ ਆਪਣੀ ਦਾਸਤਾਨ ਹੁੰਦੀ ਸੀ। ਸਭ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਕਰਨੀ ਕਿ ਵਧੀਆ ਫੱਟਾ ਚੱਕਣਾ। ਕਈ ਫੱਟਿਆਂ ਦੇ ਵਿੱਚੋਂ ਮੇਖਾਂ ਬਾਹਰ ਨਿਕਲੀਆਂ ਹੁੰਦੀਆਂ ਸੀ, ਉਹ ਇੱਕ ਅੱਧੀ ਨਿਕਲ ਹੋਣੀ, ਉਹ ਵੀ ਪਾੜ ਲੈਣੀ ਲੋਕਾਂ ਨੇ। ਹੁਣ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉਦੋਂ ਫੱਟੇ ਚੱਕਣੇ, ਫਿਰ ਫੱਟਾ ਮੇਰਾ ਇੱਥੇ ਹੋਣਾ, ਤੇਰਾ, ਫਿਰ ਜਿਹੜੇ ਨਾਲ ਯਾਰੀ ਹੋਣੀ ਮਾੜੀ ਮੋਟੀ ਉਹਦੇ ਲਾਗੇ ਬਹਿਣਾ, ਉਹਨੂੰ ਇਹ ਵੀ ਕਹਿਣਾ ਥੋੜਾ ਜਿਹਾ ਨੇੜੇ ਆ, ਫਿਰ ਉਹ ਤੋਂ ਮਾੜਾ ਮੋਟਾ ਇੱਧਰ ਉੱਧਰ ਕਰਕੇ ਦੇਖਣਾ ਵੀ ਉਹ ਆਪਣਾ ਹੀ ਇੱਕ ਸਵਾਦ ਹੁੰਦਾ ਸੀ ਵੱਖਰੇ ਤਰ੍ਹਾਂ ਦਾ ਕਿ ਭਾਈ ਯਾਰੀ ਵੀ ਪਗਾਈ ਜਾਣੀ, ਪੜ੍ਹਾਈ ਵੀ ਕਰੀ ਜਾਣੀ। ਤਾਂ ਜਿੱਦਣ ਫਿਰ ਫੱਟਾ ਮਿਲ ਜਾਣਾ ਕਿ ਆਹ ਜਿਹੜਾ ਫੱਟਾ ਇਹ ਮਿਲ ਉਦੋਂ ਦਾ ਐ ਹੁੰਦਾ ਸੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਉਦੋਂ ਬੰਦਾ ਆਪਣੇ ਆਪ ਨੂੰ ਟਰੂਡੋ ਸਾਹਿਬ ਤੋਂ ਘੱਟ ਥੋੜੀ ਮੰਨਦਾ ਸੀ। ਬਾਟ ਸਾਹਿਬ ਜਿਹੜੇ ਤੁਸੀਂ ਜ਼ਿਕਰ ਕੀਤਾ ਨਾ, ਮੈਨੂੰ ਯਾਦ ਹੈ ਕਿ ਸਾਡੇ ਘਰ ਜਿਹੜਾ ਖਾਦ ਆਉਣੀ, ਰੇਹ ਵੀ ਕਹਿ ਦਿੰਦੇ ਆ, ਉਹ ਮੋਸਟਲੀ ਸੁਸਾਇਟੀ ਚੋਂ ਲਿਆਉਂਦੇ ਸੀ ਜੀ। ਸੁਸਾਇਟੀ ਦੇ ਵਿੱਚੋਂ ਜਿਹੜਾ ਥੈਲੇ ਆਉਂਦੇ ਸੀ ਚਿੱਟੇ ਰੰਗ ਦੇ, ਉਹ ਚਿੱਟੇ ਦੇ ਨਹੀਂ ਸੀ ਆਉਂਦੇ, ਬੋਰੀ ਵਾਲੇ ਆਉਂਦੇ ਸੀ। ਪਹਿਲਾਂ ਬੋਰੀ ਵਾਲੇ ਆਉਂਦੇ ਸੀ। ਪੁਰਾਣੀ ਗੱਲ ਹੋਣੀ। ਨਹੀਂ, ਆਮ ਤੌਰ ਤੇ ਜੇ ਸੁਸਾਇਟੀ ਚੋਂ ਨਹੀਂ ਲਾਉਣਾ, ਜੇ ਬਾਹਰੋਂ ਰੇਹ ਲੈ ਕੇ ਆਉਣਾ ਸੀ
ਪ੍ਰਾਈਵੇਟ ਕਿਤੋਂ ਲੈ ਕੇ ਆਉਂਦਾ, ਫਿਰ ਚਿੱਟੇ ਮੋਸਟਲੀ ਫਿਰ ਤੁਹਾਡੀ ਚੁਆਇਸ ਹੁੰਦੀ ਸੀ ਫਿਰ ਤੁਸੀਂ ਚਿੱਟੇ ਲੈਣੇ ਨੇ ਜਾਂ ਬੋਰੀ ਵਾਲੇ ਲੈਣੇ ਨੇ। ਪਰ ਆਮ ਤੌਰ ਤੇ ਲੋਕ ਬੋਰੀ ਵਾਲੇ ਲੈ ਲੈਂਦੇ ਸੀ, ਪਰ ਕਈ ਚਿੱਟੇ ਵੀ ਲਿਆਉਂਦੇ ਸੀ ਪਲਾਸਟਿਕ ਜਿਹਦੇ ਨੇ ਜਿਹੜੇ। ਹੁਣ ਜਦੋਂ ਘਰ ਦੇ ਵਿੱਚ ਸਾਰੀ ਥੈਲੇ ਬੋਰੀ ਵਾਲੇ ਆਏ ਨੇ, ਉਹ ਬੋਰੀ ਲੈ ਕੇ ਜਾਣੀ, ਇੱਕ ਤਾਂ ਉਹਨੇ ਗਿੱਲੀ ਹੋ ਜਾਣਾ। ਉੱਥੇ ਮੈਂ ਦੇਖਣਾ ਵੀ ਪਿੰਡ 'ਚ 5-4 ਨਿਆਣਿਆਂ ਕੋਲ ਦੂਸਰਾ ਚਿੱਟਾ ਥੈਲਾ ਹੋਣਾ, ਘਰੇ ਆ ਕੇ ਬੜਾ ਖਰੂਦ ਪਾਉਣਾ, ਮੈਨੂੰ ਤਾਂ ਉਹਦੇ ਨਾਲ ਦਾ ਚਿੱਟਾ ਹੀ ਚਾਹੀਦਾ। ਹੁਣ ਘਰੇ ਜੇ ਚਿੱਟਾ ਹੋਵੇ ਤਾਂ ਦੇਣ, ਉਹਨਾਂ ਨੇ ਕਹਿਣਾ, ਨਿਆਣੇ ਆਈਫੋਨ ਮੰਗਦੇ, ਹਾਂ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਭਾਈ ਆਪਾਂ ਥੈਲਾ ਵਟਾ ਲਿਆਉਂਦੇ ਆ ਕਿਸੇ ਨਾਲ। ਜੇ ਤੂੰ ਉੱਥੇ ਕਿਸੇ ਨੂੰ ਪੁੱਛ ਲਈ ਕੌਣ ਦਿੰਦਾ, ਉੱਥੇ ਮੋਇਆ ਦਿੰਦਾ, ਉਹ ਕਹਿੰਦਾ ਨੋ ਨੇੜੇ ਨਹੀਂ ਬੈਠਣਾ ਤੂੰ। ਉਹ ਤਾਂ ਲੋਕਰ ਵਰਗੀ ਚੀਜ਼ ਉਹਦੀ, ਉਹਦੇ ਤੇ ਫਿਰ ਨਾਂ ਵੀ ਲਿਖ ਕੇ ਰੱਖਣਾ, ਸਾਰਿਆਂ ਨੇ ਆਪੋ ਆਪਣੇ ਨਾਂ ਲਿਖੇ ਹੋਣੇ ਵੀ ਕਿਤੇ ਥੈਲਾ ਨਾ ਵਟਾ ਲਵੇ ਜੀ। ਹੁਣ ਬਾਅਦ ਦੇ ਵਿੱਚ ਜਦੋਂ ਸਮੱਸਿਆ ਆਉਣ ਲੱਗੀ, ਹੁਣ ਬਰਸਾਤਾਂ ਨੇ ਕਿਹੜਾ ਕੋਈ ਵੈਨ ਤਾਂ ਹੈ ਨਹੀਂ, ਨਾਲੇ ਪਿੰਡ ਦਾ ਹੀ ਸਕੂਲ ਹੈ, ਪਿੰਡ 'ਚ ਹੀ ਭਿੱਜਦਿਆਂ ਨੇ ਚਲੇ ਜਾਣਾ, ਤਾਂ ਵੀ ਕੋਈ ਚੱਕਰ ਨਹੀਂ। ਪਰ ਉਹ ਜਦੋਂ ਘਰਦਿਆਂ ਨੂੰ ਦੱਸਿਆ ਆ ਕੇ ਕਿ ਉਹ ਤਾਂ ਉੱਪਰ ਝੂਮੀ ਜੀ ਬਣਾ ਕੇ ਲੈ ਲੈਂਦੇ ਆ ਉਸੇ ਥੈਲੇ ਦੀ, ਉਹ ਭਿੱਜਦੇ ਨਹੀਂ। ਫਿਰ ਘਰਦੇ ਕਹਿੰਦੇ ਵੀ ਨਹੀਂ, ਇਹ ਤਾਂ ਤੁਹਾਨੂੰ ਪ੍ਰਬੰਧ ਕਰਕੇ ਦੇਣਾ ਪਊਗਾ, ਔਖਾ ਇਹ ਕੰਮ ਔਖਾ ਹੈ। ਫਿਰ ਉਹ ਕਹਿੰਦੇ ਠੀਕ ਹੈ, ਜੇ ਉਹਨਾਂ ਕੋਲ ਚਿੱਟਾ ਥੈਲਾ ਤਾਂ ਤੈਨੂੰ ਵੀ ਚਿੱਟਾ ਹੀ ਲੈ ਕੇ ਦਿੰਦੇ ਆ। ਜਿਹੜੇ ਤੁਸੀਂ ਫੱਟਿਆਂ ਵਾਲੀ ਗੱਲ ਕਰਦੇ ਹੋ, ਸਾਡੇ ਸਕੂਲ ਦੇ ਵਿੱਚ ਗਰਾਊਂਡ ਲੇਟ ਆਈ, ਚੌਥੀ ਤੇ 5ਵੀਂ ਵਾਲਿਆਂ ਨੂੰ ਫੱਟੇ ਮਿਲੇ, ਪਰ ਸਾਡੇ ਤੋਂ ਪਹਿਲਾਂ ਨੂੰ ਸੀਗੇ। ਅਸੀਂ ਸੋਚਦੇ ਸੀ ਯਾਰ ਚੌਥੀ 'ਚ ਕਦ ਹੋਵਾਂਗੇ, ਫੱਟਾ ਵੇਲੇ ਸਾਨੂੰ ਇਹ ਸੀ ਕਿ ਸ਼ਾਇਦ ਹਰ ਵਾਰ ਇਹ ਨਵੇਂ ਮਿਲਣਗੇ, ਪਰ ਉਹ ਜਿਹੜੇ ਚੌਥੀ ਵਾਲੇ 5ਵੀਂ 'ਚ ਹੋ ਗਏ, 5ਵੀਂ ਵਾਲੇ ਅੱਗੇ ਚਲੇ ਗਏ, ਫੱਟੇ ਉਹੀ ਮਿਲਣੇ ਸੀ। ਹੁਣ ਮਾਸਟਰਾਂ ਨੇ ਕਿਹਾ ਕਿ ਤੁਸੀਂ ਇਹਦੇ ਤੇ ਆਪੋ ਆਪਣਾ ਨਾਂ ਲਿਖ ਲਓ, ਇਹਦੇ ਤੇ ਕਿ ਰੋਜ਼ ਲੜਦੇ ਹੋ, ਇਹਦੀਆਂ ਮੇਖਾਂ ਨਿਕਲੀਆਂ ਨੇ, ਇਹ ਹਿੱਲਦਾ। ਹੁਣ ਤੁਸੀਂ ਸੱਚ ਜਾਣਿਓ ਕਿਤੇ ਨਾਂ ਲਿਖਣ ਨੂੰ ਹੁਣ ਥਾਂ ਕਿੱਥੇ ਬਚਦੀ ਹੈ। ਸਾਰੇ ਪਿੰਡ ਨੇ ਸਾਡੇ ਤੋਂ ਪਹਿਲਾਂ ਨਾਂ ਲਿਖੇ ਹੋਏ ਨੇ, ਉਹ ਨੀਲੇ ਕੀਤੇ ਪਏ। ਹੁਣ ਇਹ ਵੀ ਨਹੀਂ ਹੁੰਦਾ ਕਿ ਨਿੱਕੀ ਲਿਖਾਈ 'ਚ ਲਿਖਿਆ ਜਾਵੇ, ਹਰੇਕ ਨੇ ਲਿਖਣਾ ਵੱਡਾ ਅੱਖਰ ਕਰਕੇ। ਸੋ ਉਹਦੇ ਨਾਲ ਸਾਡਾ ਜਿਹੜਾ ਸਕੂਲ ਸੀ ਨਾ ਪਿੰਡ ਦਾ, ਉਹ ਬਿਲਕੁਲ ਜਿਹਨੂੰ ਤੁਸੀਂ ਛੱਪੜ ਵੀ ਕਹਿ ਦਿੰਦੇ ਹੋ, ਅਸੀਂ ਟੋਭਾ ਕਹਿ ਦਿੰਦੇ ਹਾਂ, ਟੋਭੇ ਦੇ ਬਿਲਕੁਲ ਕਿਨਾਰੇ ਸੀ। ਉੱਥੇ ਇੱਕ ਚੀਜ਼ ਦੀ ਬੜੀ ਮੌਜ ਹੁੰਦੀ ਸੀ ਕਿ ਜਦੋਂ ਫੱਟੀਆਂ ਧੋਣੀਆਂ, ਉਹ ਆਰਾਮ ਨਾਲ, ਕਿਉਂਕਿ ਉਦੋਂ ਆਹ ਜਿਹੜੇ ਹੁਣ ਆਪਾਂ ਛੱਪੜ ਗੰਦੇ ਹੋ ਗਏ ਜਾਂ ਟੋਭੇ ਗੰਦੇ ਹੋ ਗਏ, ਗੰਦੇ ਨਹੀਂ ਸੀ ਟੋਭੇ, ਪਾਣੀ ਸਾਫ਼ ਹੁੰਦਾ ਸੀ। ਅਸੀਂ ਦੇਖਣਾ ਵੀ ਜਿਹੜਾ ਨਲਕਾ ਇੱਕੋ ਹੀ ਆ ਸਕੂਲ 'ਚ, ਨਲਕੇ ਤੇ ਲੰਬੀ ਲਾਈਨ ਲੱਗੀ ਹੋਈ ਹੈ। ਬਹੁਤਿਆਂ ਨੇ ਫੱਟੀਆਂ ਉਸ ਟੋਭੇ ਦੇ ਉੱਤੇ ਬਹਿ ਕੇ ਧੋਣੀਆਂ ਵੀ, ਦੁਬਾਰਾ ਲਿਪਣੀਆਂ ਵੀ, ਗਾਜੀ ਵੀ ਫੇਰਨੀ, ਤੇ ਫਿਰ ਦੁਬਾਰਾ ਸੁਕਾਉਣੀਆਂ ਵੀ। ਉਹ ਜਿਹੜੀਆਂ ਯਾਦਾਂ ਨੇ, ਮੈਨੂੰ ਲੱਗਦਾ ਵੀ ਜ਼ਿੰਦਗੀ ਭਰ ਇਸੇ ਤਰ੍ਹਾਂ ਨਾਲ ਰਹਿਣੀਆਂ ਨੇ। ਪਰ ਮੈਨੂੰ ਇਹ ਯਾਦ ਆ ਕਿ ਮੇਰੇ ਵੱਡੇ ਭਰਾ ਉੱਥੇ ਪੜ੍ਹਦੇ ਹੁੰਦੇ ਸੀ, ਮੇਰੇ ਨਾਲ ਵੀ ਇੰਝ ਹੀ ਹੋਇਆ ਸੀ। ਮੈਂ ਉਹਨਾਂ ਦਾ ਕਰਦਾ ਮੂੰਹ ਪਹਿਲਾਂ ਤੋਂ ਜ਼ਿਆਦਾ ਹੈ, ਤੇ ਮੈਂ ਉਹਨਾਂ ਦੇ ਨਾਲ ਹੀ ਜਾਣ ਲੱਗ ਪਿਆ। ਛੜੱਪੇ ਮੈਂ ਬਹੁਤ ਮਾਰੇ ਨੇ, ਨਾਲ ਪਿੱਛੇ ਹੋ ਤੁਰਿਆ। ਬੈਨੀਪਾਲ ਸਾਹਿਬ ਦੇਖੋ, ਤੁਸੀਂ ਹੁਣ ਫੱਟੀ ਦਾ ਜ਼ਿਕਰ ਕੀਤਾ ਨਾ, ਦੇਖੋ ਆਪਣੇ ਆਪ ਦੇ ਵਿੱਚ ਫੱਟੀ ਸਕੂਲ ਦਾ ਅੰਗ ਹੁੰਦੀ ਸੀ। ਹੁਣ ਸਾਰਿਆਂ ਨੇ ਲਿਖੀ ਹੋਣੀ ਆ ਫੱਟੀ। ਹੁਣ ਕਈ ਬੰਦੇ ਤਾਂ ਫੱਟੀ ਨਾਲ ਸਿਰ ਵੀ ਪਾੜ ਦਿੰਦੇ ਗੁਆਂਢੀ ਦਾ, ਜੇ ਕਿਤੇ ਲੜਾਈ ਕਢਾਈ ਇਹ ਘਟਨਾ ਵੀ ਇੱਕ ਜਾ ਕੇ ਕਰਾਂਗੇ ਸਾਂਝੀ। ਉਹ ਇੱਕ ਹਥਿਆਰ ਦਾ ਰੂਪ ਵੀ ਹੁੰਦੀ ਸੀ। ਹੁਣ ਫੱਟੀ ਮੰਨ ਲਓ ਘਰੋਂ ਆਪਾਂ ਲਿਖ ਕੇ ਲਿਆਏ ਆ, ਇਦਾਂ ਚੈੱਕ ਕਰਾਉਣੀ ਭੈਣ ਜੀ ਨੂੰ, ਆਮ ਤੌਰ ਤੇ ਭੈਣ ਜੀ ਐਂ ਚੈੱਕ ਕਰਾਉਣੀ, ਉਹਨਾਂ ਨੇ ਫਿਰ ਕਰਨਾ ਆ ਤੂੰ ਨਾ ਜਿਹੜਾ ਸਿੱਧਾ ਕਰਕੇ ਲਿਖੀ ਆ, ਇਦਾਂ ਕਰਕੇ ਲਿਖੀ। ਤੇ ਜਦੋਂ ਫੱਟੀ ਚੈੱਕ ਹੋ ਜਾਣੀ ਨਾ, ਉਹ ਕਹੇ ਸੋਟੀ ਉਹਨੂੰ ਫੜੀ ਹੁੰਦੀ ਆ, ਠੀਕ ਆ ਚੱਲ ਅਗਲਾ। ਹੁਣ ਉਹ ਫੱਟੀ ਚੈੱਕ ਕਰਾਉਣ ਤੋਂ ਬਾਅਦ ਜਦੋਂ ਧੋਣੀ ਆ, ਹੁਣ ਆਪਣੀ ਬੜੀ ਮਿਹਨਤ ਨਾਲ ਅੱਖਰ ਲਿਖੇ ਆ, ਇੱਕ ਵਾਰੀ ਹੱਥ ਗਿੱਲਾ ਕਰਕੇ ਉਹ ਤੇ ਫੇਰਨ ਲੱਗੇ ਉਹਨੂੰ ਫੇਰ ਦੇਖਣਾ ਕਿ ਭਾਈ ਲਿਖੀ ਹੈ। ਫਿਰ ਉਹ ਹੱਥ ਫੇਰ ਕੇ ਉਹਨੂੰ ਫੱਟੀ ਨੂੰ ਧੋਣ ਦਾ, ਉਹ ਕਾਲੋ ਲੱਗ ਜਾਣੀ ਉੱਪਰ ਤੋਂ ਥੱਲੇ, ਫਿਰ ਐਂ ਕਰਕੇ ਪਾਣੀ ਦੂਜੀ ਵਾਰੀ, ਐਂ ਕਰਕੇ ਤੀਸਰੀ ਵਾਰੀ, ਤੇ ਕਈ ਵਾਰੀ ਉਹ ਕਾਲੋ ਲੱਗੀ ਹੋਣੀ, ਗਰਮੀ ਆ ਜਾਣੀ, ਤੇ ਐਂ ਕਹਿ ਮੂੰਹ ਤੇ ਵੀ ਹੱਥ ਫੇਰ ਹੋ ਜਾਂਦਾ, ਲੱਗ ਜਾਣਾ, ਉਹਦੀ ਕਾਲੋ ਮੂੰਹ ਤੇ ਲੱਗ ਜਾਣੀ। ਉਹਦੇ ਤੋਂ ਬਾਅਦ ਬੈਨੀਪਾਲ ਸਾਹਿਬ ਜਿਹੜਾ ਅਗਲਾ ਮਸਲਾ ਹੁੰਦਾ ਸੀ ਕਿ ਉਹਨੂੰ ਉਹ ਗਾਚਣੀ ਜਿਹੜੀ ਫੇਰਨੀ ਹੈ। ਹੁਣ ਤੁਸੀਂ ਪਤਾ ਨਹੀਂ ਕੀ ਕਹਿੰਦੇ, ਗਾਚਣੀ ਹੋਈ। ਹੁਣ ਉਹ ਗਾਚਣੀ ਜਿਹੜੀ ਹੈ, ਉਹ ਕਈ ਵਾਰੀ ਆਪਦੀ ਘਰੇ ਰਹਿ ਜਾਣੀ, ਫਿਰ ਗੁਆਂਢੀ ਤੋਂ ਮੰਗਣੇ, ਉਹਨੇ ਕਿਹਾ ਮੈਨੂੰ ਤਾਂ ਫੇਰ ਲੈਣ ਦੇ ਪਹਿਲਾਂ, ਲੈ ਹੁਣ ਮੈਂ ਲਿਆਵਾਂ, ਮੇਰੇ ਕੋਲ ਤਾਂ ਅੱਗੇ ਇੰਨੀ ਗਾ, ਤੈਨੂੰ ਦੇਣੀ ਪਊ ਮੈਨੂੰ ਕੱਲ ਨੂੰ, ਫਿਰ ਮੈਂ ਆਪਣੇ ਲਿਆਉਣੀ, ਫਿਰ ਤੂੰ ਮੁੱਕਰ ਜਾਣਾ ਹੁੰਦਾ, ਮੈਨੂੰ ਪਤਾ ਤੇਰਾ। ਬੀਬੀ ਵੀ ਕਹਿੰਦੀ ਸੀ ਕਿ ਉਹਨਾਂ ਨਹੀਂ ਤੂੰ ਕੋਈ ਸਾਂਝੀ ਰੱਖਣੀ। ਹੁਣ ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ, ਜੇ ਤਾਂ ਕਿਸੇ ਤੋਂ ਮੰਗ ਲੈਣੀ, ਫਿਰ ਬਹੁਤ ਹੀ ਚੰਗੀ ਤਰ੍ਹਾਂ ਫੇਰਨੀ, ਮੁਫਤ 'ਚ ਮਿਲੀ ਆ। ਫਿਰ ਉੱਪਰ ਤੱਕ ਉਹ ਜਿਹੜੀ ਬੰਨੀ ਜਿਹੀ ਹੁੰਦੀ, ਜਿਹਨੂੰ ਹੱਥ ਫੜੀ, ਉੱਥੇ ਤੱਕ ਵੀ ਐਨ ਚੰਗੀ ਤਰ੍ਹਾਂ ਫੇਰ ਕੇ ਫਿਰ ਉਹਨੂੰ ਸੁਕਾਉਣਾ। ਉਹ ਸਿੱਧੀ ਥੋੜੀ ਝੋਲੇ 'ਚ ਪਾ ਲੈਣੀ ਆ, ਫਿਰ ਉਹਨੂੰ ਕੰਧ ਦੇ ਉੱਤੇ ਰੱਖ ਕੇ ਜਿਹੜਾ ਸੁਕਾਉਣਾ। ਤੇ ਕਈ ਸ਼ਰਾਰਤੀ ਇਦਾਂ ਦੇ ਵੀ ਹੁੰਦੇ, ਅਗਲੇ ਦੀ ਚੱਕ ਲੈਣੀ। ਹਾਲਾਂਕਿ ਚੋਰੀ ਦਾ ਮਸਲਾ ਨਹੀਂ ਸੀ ਹੁੰਦਾ, ਮਸਲਾ ਉਹੀ ਖੇਡਾਂ ਸੀ। ਉਦੋਂ ਕਿਹੜਾ ਹੁੰਦਾ ਸੀ ਕਿ ਭਾਈ ਉੱਥੇ ਪੰਘੂੜੇ ਲੱਗੇ ਆ, ਉੱਥੇ ਝੂਲੇ ਲੱਗੇ ਆ। ਉਹਦੇ ਤੋਂ ਬਾਅਦ ਫਿਰ ਉਹ ਸੂਰਜਾ ਫੱਟੀ ਸੁਕਾ ਐਂ ਕਰਕੇ ਦਬਾ ਦਬ, ਮੇਰੀ ਤੇਰੇ ਤੋਂ ਪਹਿਲਾਂ ਸੁੱਕ ਜਾਣੀ, ਉਹ ਤਾਂ ਵਧੀਆ ਫੱਟੀ ਆ, ਮੇਰੇ ਨਾਨੇ ਨੇ ਲਿਆ ਕੇ ਦਿੱਤੀ, ਮੇਰੇ ਪਾਪੇ ਨੇ ਲਿਆ ਕੇ ਦਿੱਤੀ। ਉਹ ਗੱਲਾਂ ਵੀ ਚੱਲਦੀਆਂ ਸੀ। ਕਈ ਵਾਰੀ ਪੱਲੇ ਹੀ ਬੰਦੇ ਦੇ ਕੱਖ ਨਹੀਂ ਸੀ ਰਹਿੰਦਾ ਜੀ, ਫੱਟੀ ਜ਼ੋਰਦਾਰ ਨਾਲ ਸੁਕਾਉਂਦੇ ਹੱਥ ਚੋਂ ਇੰਜ ਨਿਕਲਣੀ ਜਿਵੇਂ ਬੰਦੂਕ ਚੋਂ ਗੋਲੀ ਨਿਕਲਦੀ ਆ, ਜਾ ਕੇ ਕੰਧ ਨਾਲ ਲੱਗਣੀ ਤੇ ਦੋ ਹੋ ਜਾਣੀਆਂ। ਨਹੀਂ, ਉਹ ਫਿਰ ਕਈ ਵਾਰੀ ਢਾਈ ਵੀ ਹੁੰਦੀ, ਉੱਪਰਲਾ ਜਿਹੜਾ ਦੋ ਹੋ ਜਾਣੀਆਂ। ਤੇ ਪਿੰਡ ਦੇ ਵਿੱਚ ਜਿਹੜੇ ਲੋਹਾਰੀ ਦਾ ਕੰਮ ਕਰਦੇ ਸੀ, ਫਿਰ ਉਹਨਾਂ ਕੋਲ ਲੈ ਕੇ ਜਾਣੀ। ਘਰਦੇ ਨੇ ਕਹਿਣਾ ਦੇਖ ਤੇਰੇ ਵੱਡੇ ਭਰਾ ਨੂੰ ਲੈ ਕੇ ਤੇ ਤੁਸੀਂ 3 ਜਮਾਤਾਂ ਕਰੀਆਂ, ਤੂੰ ਇਹਨੂੰ ਪਹਿਲੀ ਵਾਰੀ ਉਹ ਤੋੜ ਲਈ, ਤੈਨੂੰ ਅਕਲ ਨਹੀਂ ਆਉਣੀ। ਚੱਲ ਉਹਨੂੰ ਫਿਰ ਕਈਆਂ ਨੇ ਤਾਂ ਕਹਿਣਾ ਵੀ ਚਲੋ ਠੀਕ ਹੈ, ਲਿਖਾਈ ਵਧੀਆ ਨਹੀਂ ਹੋਣੀ, ਇਹਨੂੰ ਨਵੀਂ ਲੈ ਦਿਓ।
ਪਰ ਕਈ ਪਰਿਵਾਰਾਂ ਨੇ ਕਹਿਣਾ ਵੀ ਚੱਲ ਇਹਦੇ ਪੱਤੀਆਂ ਲਵਾਉਣੇ ਆ, ਗਾਂ ਨੂੰ ਤੈਨੂੰ ਅਕਲ ਆਊਗੀ ਤੂੰ ਤੋੜੇਗਾ ਨਹੀਂ। ਕਈ ਵਾਰੀ ਲੜਾਈ ਦੇ ਵਿੱਚ ਹਥਿਆਰ, ਕਿਉਂਕਿ ਲੜਾਈਆਂ ਕਾਹਦੀਆਂ ਹੁੰਦੀਆਂ ਨੇ, ਇੱਥੇ ਮੈਂ ਬੈਠਣਾ ਸੀ, ਇਹ ਪਹਿਲਾਂ ਬੈਠ ਗਿਆ। ਹੁਣ ਮਾਸਟਰਾਂ ਨੇ ਕਹਿਣਾ ਕਿ ਤੂੰ ਤਾਂ ਹਮੇਸ਼ਾ ਪਹਿਲੇ ਨੰਬਰ ਤੇ ਬੈਠਦਾ ਸੀ, ਅਸੀਂ ਦੂਜੇ ਨੰਬਰ ਤੇ ਕਿਉਂ ਬੈਠਾ? ਉਹ ਵੀ ਨਿਗਾਹ ਰੱਖਦੇ ਸੀ। ਫਿਰ ਉੱਥੇ ਸ਼ਿਕਾਇਤ ਲਾਉਣੀ, ਮੈਂ ਜੀ ਮੇਰੀ ਇਹੀ ਜਗ੍ਹਾ ਸੀ, ਆ ਕੇ ਜੀ ਮੇਰੇ ਤੋਂ ਇਹ ਪਹਿਲਾਂ ਬਹਿ ਗਿਆ। ਇਹਦੇ ਪਿੱਛੇ ਅੱਧੀ ਛੁੱਟੀ ਹੋਣੀ। ਫਿਰ ਆ ਕਈ ਵਾਰੀ ਫੱਟੀਆਂ ਵਾਲਾ ਕੰਮ ਹੁੰਦਾ ਸੀ। ਹੁਣ ਦੱਸ ਤੂੰ ਮੇਰੀ ਥਾਂ ਤੇ ਕਿਉਂ ਬੈਠਿਆ? ਮੈਨੂੰ ਯਾਦ ਹੈ, ਮੈਨੂੰ ਇਹ ਨਹੀਂ ਯਾਦ ਕਿ ਦੂਜੀ ਸੀ ਤੀਜੀ ਸੀ, ਪਰ ਮੈਨੂੰ ਇੰਨਾ ਯਾਦ ਹੈ ਸਾਡੇ ਪਿੰਡ ਦੀ ਮੇਰੇ ਨਾਲ ਕੁੜੀ ਪੜ੍ਹਦੀ ਸੀ, ਉਹਨੇ ਨਾ ਮੇਰੀ ਇੱਕ ਕਿਤਾਬ ਦਾ ਥੋੜ੍ਹਾ ਵਰਕਾ ਪਾੜਤਾ। ਹੁਣ ਜਦੋਂ ਕਿਤਾਬ ਦਾ ਵਰਕਾ ਪਾੜਿਆ, ਮੈਂ ਉਹਨੂੰ ਕਿਹਾ ਵੀ ਗੱਲ ਸੁਣ, ਫੀਸ ਮੈਨੂੰ ਯਾਦ ਵੀ ਨਹੀਂ ਕਿੰਨੀ ਹੁੰਦੀ ਸੀ, ਜਿੰਨੀ ਵੀ ਫੀਸ ਹੁੰਦੀ ਸੀ ਉਹ ਜਿਹੜਾ ਥੋੜ੍ਹਾ ਬਹੁਤਾ ਬਕਾਇਆ ਸਰਕਾਰੀ ਸਕੂਲ 'ਚੋਂ ਬਚਿਆ, ਰੁਪਈਆਂ 'ਚੋਂ ਥੱਲੇ ਹੁੰਦੀ ਸੀ, 1 ਰੁਪਈਏ ਤੋਂ। ਹਾਂ, ਪੈਸਿਆਂ 'ਚ ਹੁੰਦੀ ਸੀ। ਉਹਨੂੰ ਮੈਂ ਕਿਹਾ ਵੀ ਇਹ ਤਾਂ ਤੈਨੂੰ ਤੂੰ ਮੇਰਾ ਕਿਤਾਬ ਦਾ ਵਰਕਾ ਪਾੜਿਆ, ਇਹ ਤੈਨੂੰ ਮੈਨੂੰ ਦੇਣੇ ਪੈਣਗੇ। ਉਹ ਕਹਿੰਦੀ ਠੀਕ ਹੈ, ਮੈਨੂੰ ਪਤਾ ਵੀ ਮੈਂ ਪਾੜਿਆ, ਪਰ ਉਹਨੇ ਘਰੇ ਜਾ ਕੇ ਦੱਸ ਦਿੱਤਾ। ਅੱਛਾ। ਘਰ ਦੇ ਤਾਂ ਬਈ ਬਾਪ ਰੋਲਾ ਹੋ ਗਏ, ਅੱਗ ਬਬੂਲਾ ਹੋ ਗਏ। ਜਦੋਂ ਮੈਂ ਸਕੂਲੋਂ ਪੜ੍ਹ ਕੇ ਆਇਆ ਘਰੇ, ਕਹਿੰਦੇ ਵੀ ਤੇਰਾ ਤਾਂ ਲਾਂਭਾ ਆਇਆ ਅੱਜ। ਮੈਂ ਕਿਹਾ ਵੀ ਮੇਰਾ ਲਾਂਭਾ ਕੀ ਆ ਗਿਆ? ਕਹਿੰਦੇ ਉਹ ਲਾਂਭਾ ਇਹ ਹੈ, ਤੂੰ ਉਹਨਾਂ ਦੀ ਕੁੜੀ ਤੋਂ ਅੱਜ ਪੈਸੇ ਲਏ ਨੇ ਜੀ। ਮੈਂ ਕਿਹਾ ਕਿਤਾਬ ਦੇਖੋ ਅੱਧੀ ਮੇਰੀ ਪਾੜੀ ਪਈ ਹੈ। ਉਹ ਕਹਿੰਦੇ ਉਹਨਾਂ ਨੂੰ ਕਿਤਾਬ ਪਾੜੀ ਨਹੀਂ ਦਿਖਦੀ, ਆ ਜਿਹੜੀ ਪੰਜੀ ਦੁੱਕੀ ਚੌਕੀ ਜਿਹੜੀ ਵੀ ਸੀ, ਕਿ ਮੈਨੂੰ ਇਹ ਨਹੀਂ ਯਾਦ ਵੀ ਜਿੰਨੀ ਵੀ ਲਈ ਹੈ। ਉਹ ਕਹਿੰਦੇ ਵੀ ਜਾਂ ਤਾਂ ਸਾਡੇ ਹੱਥ ਤੇ ਰੱਖੋ। ਹੁਣ ਘਰ ਦੇ ਕਹਿੰਦੇ ਭਾਈ ਉਹ ਆਊਗਾ, ਉਹਦੀ ਜੇਬ 'ਚ ਹੀ ਪੈਸੇ ਹੋਣੇ ਨੇ। ਜਦੋਂ ਆ ਗਿਆ ਲੈ ਕੇ ਦੇਵਾਂ, ਮੈਨੂੰ ਕਹਿੰਦੇ ਜਿਹੜੇ ਪੈਰੀਂ ਆਇਆ, ਮੈਨੂੰ ਇਹ ਯਾਦ ਆ ਕਿ ਗਰਮੀ ਦੀਆਂ ਸਿਖਰ ਦੁਪਹਿਰ ਸੀ, ਮੈਨੂੰ ਇਹ ਵੀ ਯਾਦ ਆ ਸ਼ਾਇਦ ਪੈਰਾਂ 'ਚ ਵੀ ਕੁਝ ਨਹੀਂ ਸੀ। ਪਾਣੀ ਪੁੱਛਿਆ ਕਿ ਨਹੀਂ ਪੁੱਛਿਆ? ਉਹ ਕਹਿੰਦੇ ਨਾ ਝੋਲਾ ਰੱਖ ਇੱਥੇ, ਆਹ ਜਿਹੜੀ ਪੰਜੀ ਦਸੀ ਤੂੰ ਤੋਂ ਲਈ ਹੈ, ਇਹ ਉਹਨਾਂ ਦੇ ਦੇ ਕੇ ਆ। ਮੈਨੂੰ ਉਹ ਵੀ ਯਾਦ ਆ, ਫਿਰ ਮੈਂ ਫੜਾ ਕੇ ਨਹੀਂ ਸੀ ਆਇਆ, ਮੈਂ ਵਿਖਾ ਕੇ ਮਾਰੀ ਸੀ, ਆ ਚੱਕੋ ਆਪਣੀ ਪੰਜੀ। ਕਿਤੇ ਇਦਾਂ ਨਹੀਂ ਕਿਹਾ ਹੁਣ ਅਸੀਂ ਕਿਤੇ ਪੰਜੀ ਦੇ ਭੁੱਖੇ ਆ, ਸਾਡੇ ਕੋਲ 20 ਕਿਤਾਬਾਂ। ਇਹ ਸਾਰੀਆਂ ਗੱਲਾਂ ਤਾਂ ਨਹੀਂ ਯਾਦ, ਪਰ ਮੈਨੂੰ ਇਹ ਪਤਾ ਮੈਂ ਪੰਜੀ ਸੁੱਟ ਕੇ ਆਇਆ। ਪੰਜੀ ਸੀ ਦਸੀ ਜੋ ਵੀ ਸੀਗਾ। ਚਲੋ ਇਹ ਦੇਖੋ, ਇਹ ਯਾਦਾਂ ਹੀ ਹੁੰਦੀਆਂ। ਵੈਨੀਪਾਲ ਸਾਹਿਬ, ਇੱਕ ਵਾਰੀ ਨਾ ਕਈ ਜਿਹੜੇ ਸ਼ਰਾਰਤੀ ਨਿਆਣੇ ਹੁੰਦੇ ਆ, ਉਹਨਾਂ ਦਾ ਕੰਮ ਹੀ ਇਹ ਹੁੰਦਾ, ਉਹਨਾਂ ਨੇ ਕੀ ਕਰਨਾ, ਕਿਉਂਕਿ ਉਹ ਜਿਹੜਾ ਫੱਟੀ ਦੇ ਨਾਲ ਜੁੜਿਆ ਮਸਲਾ ਹੁੰਦਾ, ਉਹਦੇ ਵਿੱਚ ਫਿਰ ਆਪਾਂ ਸਿਆਹੀ ਪਾਉਣੀ ਹੁੰਦੀ ਹੈ। ਹੁਣ ਸਿਆਹੀ ਇੱਕ ਵਾਰੀ ਫੱਟੀ ਦੇ ਸਾਈਜ਼ ਦੀ ਆਉਣ ਲੱਗ ਪਈ, ਜਿੱਦਾਂ ਫੱਟੀ ਹੁੰਦੀ ਉਦਾਂ ਦੀ ਬਣਾ ਕੇ। ਉਹਨਾਂ ਦਾ ਕੰਮ ਹੋਣਾ, ਇੱਕ ਆ ਮੈਨੂੰ ਦੇ ਦੇ ਪੁੜੀ, ਇੱਕ ਆ ਮੈਨੂੰ ਦੇ ਦੇ। ਜੇ ਨਹੀਂ ਦਿੱਤੀ ਤਾਂ ਨਾਲ ਦੇ ਨੂੰ ਕਹਿਣਾ ਖਿਆਲ ਰੱਖੀ, ਜਦੋਂ ਇਹ 2 ਮਿੰਟ ਗਿਆ ਨਾ, ਫਿਰ 2 ਮਿੰਟ ਕੀ ਵਾਸ਼ਰੂਮ ਜਾਣਾ, ਜਦੋਂ 2 ਮਿੰਟ ਗਿਆ ਤਾਂ ਦਬ ਉਹਨੇ ਖਿਆਲ ਰੱਖਣਾ, ਉਹਨੇ 1-2 ਵਿੱਚੋਂ ਕੱਢ ਲੈਣਾ। ਇਦਾਂ ਦਾ ਕੰਮ ਵੀ ਚੱਲੀ ਜਾਂਦਾ ਸੀ। ਹੁਣ ਵੈਨੀਪਾਲ ਸਾਹਿਬ, ਉਹਦੇ ਵਿੱਚ ਜਿਹੜਾ ਤੁਸੀਂ ਕਿਹਾ ਨਾ ਕਿ ਉਹ ਫੱਟੀ ਟੁੱਟ ਜਾਣੀ, ਉਹ ਕੱਲੀ ਫੱਟੀ ਨਹੀਂ ਸੀ ਟੁੱਟਦੀ, ਕੈਰੀ ਫੱਟੀ ਦਾ ਇੱਕ ਹਿੱਸਾ ਫਿਰ ਬੰਦੇ ਤੇ ਵੀ ਟੁੱਟਦਾ ਸੀ ਕਿ ਤੂੰ ਫੱਟੀ ਤੋੜੀ ਕਿੱਦਾਂ। ਕਿਉਂਕਿ ਘਰਦਿਆਂ ਨੇ ਫੱਟੀ ਚੱਕ ਲੈਣੀ ਤੇ ਮੁੜ ਕੇ ਫੱਟੀ ਨਾਲ ਭੜਕਾ ਦੇਣੇ ਕਿ ਤੁਹਾਨੂੰ ਅਕਲ ਹੀ ਨਹੀਂ ਆਉਂਦੀ। ਹੁਣ ਵੈਨੀਪਾਲ ਸਾਹਿਬ, ਸਕੂਲ ਦਾ ਇੱਕ ਪੱਖ ਬੜਾ ਨਵੇਕਲਾ ਹੁੰਦਾ ਸੀ ਜੀ। ਉਹ ਨਵੇਕਲਾ ਪੱਖ ਇਹ ਸੀ ਕਿ ਸਾਰਿਆਂ ਨੇ ਰੋਟੀ ਲੈ ਕੇ ਜਾਣੀ ਘਰੋਂ, ਕਈ ਘਰ ਨੂੰ ਖਾਣ ਵੀ ਆਉਂਦੇ ਸੀ, ਪਰ ਜਿਹਨਾਂ ਰੋਟੀ ਲੈ ਕੇ ਜਾਣੀ ਉਦੋਂ ਵੱਧ ਤੋਂ ਵੱਧ ਅਖਬਾਰ ਹੀ ਹੁੰਦੀ, ਅਖਬਾਰ ਦੇ ਵਿੱਚ ਉਹ ਲਪੇਟ ਲੈਣੀ, ਉਹਦੇ ਵਿੱਚ ਵੀ ਵੱਧ ਤੋਂ ਵੱਧ ਅਚਾਰ ਹੀ ਹੁੰਦਾ, ਅੰਬ ਦਾ ਹੀ ਹੁੰਦਾ ਸੀ। ਉਹ ਫਿਰ ਕਈਆਂ ਨੇ ਤਾਂ ਕਹਿਣਾ ਆ ਜਾਓ ਰੋਟੀ ਖਾਈਏ, ਖਾਣੀ ਤਾਂ ਆਪਣੀ ਆਪਣੀ, ਪਰ ਉਹਨਾਂ ਨੇ ਜਿਉਂ ਅਚਾਰ ਇੱਕ ਪਾਸੇ ਆਇਆ, ਪਹਿਲਾਂ ਵੀ ਕੁਗੜੂ ਜਿਹਾ ਬਣਾਉਣੇ ਉਹਦਾ ਮੁੜ ਕੇ ਨਾ, ਤੇ ਉਹਦੇ ਤੋਂ ਬਾਅਦ ਅਚਾਰ ਵੱਜ ਜਾਣਾ, ਫਿਰ ਉਹਨੂੰ ਐ ਚੱਟੀ ਜਾਣਾ। ਹੁਣ ਜਿਹਨੇ ਅਚਾਰ ਅੰਬ ਦਾ ਖਾਸ ਤੌਰ ਤੇ ਆਪਣੀ ਜੀਭ ਦੇ ਉੱਤੇ ਕਦੀ ਇਧਰਲੇ ਪਾਸਿਓਂ, ਕਦੇ ਉਧਰਲੇ ਪਾਸਿਓਂ, ਕਦੇ ਵਿਚਕਾਰ ਵਾਲੇ ਪਾਸਿਓਂ ਦੂਜੇ ਨੂੰ ਦਿਖਾ ਕੇ, ਕਈ ਵਾਰੀ ਅੱਧਾ ਕਿ ਜੀਭ ਦੇ ਫੇਰ ਕੇ ਮੁੜ ਕੇ ਅੱਧਾ ਗੁਆਂਢੀ ਨੂੰ ਉਦੋਂ ਨਹੀਂ ਸੀ ਫਰਕ ਹੁੰਦਾ ਕੋਈ ਬਹੁਤਾ, ਕਿਉਂਕਿ ਅਚਾਰ ਆਪਣੇ ਆਪ ਦੇ ਵਿੱਚ ਉਦੋਂ ਬਹੁਤ ਵੱਡੀ ਚੀਜ਼ ਹੁੰਦੀ ਸੀ। ਤੇ ਉਹ ਸਾਰੀਆਂ ਚੀਜ਼ਾਂ ਫਿਰ ਕਦੇ ਇਹ ਵੀ ਹੁੰਦਾ ਸੀ, ਮੇਰੀ ਰੋਟੀ ਨਹੀਂ ਲੱਭਦੀ, ਮਾਸਟਰ ਜੀ ਮੇਰੀ ਕੋਈ ਰੋਟੀ ਚੋਰੀ ਕਰਕੇ ਲੈ ਗਿਆ, ਉਹਨਾਂ ਨੇ ਸਾਰੇ ਲੰਚ ਲਾ ਲੈਣੇ। ਚੋਰੀ ਦੀ ਆਦਤ ਮਾੜੀ ਹੁੰਦੀ ਆ ਵੀ ਅੱਜ ਤੁਸੀਂ ਛੋਟੀ ਚੋਰੀ ਕਰੋਗੇ, ਇਹ ਕੱਲ੍ਹ ਨੂੰ ਵੱਡੀ ਆਦਤ ਦੇ ਵਿੱਚ ਬਦਲੂਗੀ। ਤੇ ਮੈਨੂੰ ਨਹੀਂ ਪਤਾ ਵੈਨੀਪਾਲ ਸਾਹਿਬ ਕਿ ਤੁਹਾਡੀ ਵਾਰੀ ਕਿੱਦਾਂ ਹੁੰਦਾ ਸੀ, ਪਰ ਸਾਡੀ ਵਾਰੀ ਕਟਾਪਾ ਬਹੁਤ ਨਿਕਲਦਾ ਸੀ। ਜਾਣੀ ਕਿ ਜੇ ਤੁਸੀਂ ਸਕੂਲ ਦਾ ਕੰਮ ਨਹੀਂ ਕੀਤਾ, ਜੇ ਤੁਸੀਂ ਸ਼ਰਾਰਤ ਕੀਤੀ ਹੈ, ਤਾਂ ਉਹਨਾਂ ਨੇ ਫਿਰ, ਕਿਉਂਕਿ ਮਾਸਟਰਾਂ ਨੂੰ ਅੱਜ ਲੱਗਦਾ ਆ ਵੀ ਭਾਈ ਨਿਆਣੇ ਨੂੰ ਕੁੱਟਣੋਂ ਹਟ ਗਏ, ਮਾੜੀ ਗੱਲ ਹੈ, ਕੁੱਟਣਾ ਨਹੀਂ ਚਾਹੀਦਾ, ਪਰ ਮੁੜ ਕੇ ਹੁਣ ਪੰਜਾਬ ਦੇ ਵਿੱਚ ਹੋਇਆ ਕੀ ਹੈ। ਪਰ ਸਾਡੀ ਵਾਰੀ ਤਾਂ ਇਦਾਂ ਹੁੰਦਾ ਸੀ, ਸਤਿਕਾਰ ਵੀ ਹੁੰਦਾ ਸੀ ਤੇ ਡਰ ਬਹੁਤ ਵੱਡਾ ਹੁੰਦਾ ਸੀ। ਮਾਸਟਰ ਜੀ ਨੇ ਜੇ ਕਿਤੇ ਸਕੂਲੇ ਆਪਾਂ ਨਹੀਂ ਗਏ, ਉਧਰੋਂ ਮਾਸਟਰ ਜੀ ਆਉਂਦੇ ਦਿਸ ਪਏ ਤਾਂ ਬੰਦਾ ਕੰਧ ਨਾਲ ਲੱਗ ਜਾਂਦਾ, ਹੁਣ ਸਾਹ ਨਹੀਂ ਲੈਣਾ ਭਾਈ, ਇਹ ਕਿਤੇ ਦੇਖ ਲੈਣ ਕਿ ਫਲਾਨਿਆਂ ਦਾ ਮੁੰਡਾ ਅੱਜ ਸਕੂਲੇ ਕਿਉਂ ਨਹੀਂ ਆਇਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਸੀ, ਹੁਣ ਤਾਂ ਨਿਆਣੇ ਟਿੱਚ ਨਹੀਂ ਜਾਣਦੇ ਮਾਸਟਰਾਂ ਨੂੰ। ਮੈਨੂੰ ਇਹ ਯਾਦ ਹੈ ਕਿ ਸ਼ੁਰੂ ਤੋਂ ਹੀ ਨਾ ਪੜ੍ਹਨ ਦੇ ਵਿੱਚ ਬਹੁਤ ਸ਼ੌਕ ਹੁੰਦਾ ਸੀ। ਪ੍ਰਾਇਮਰੀ ਸਕੂਲ 'ਚ ਵੀ, ਹਾਈ ਸਕੂਲ ਦੇ ਵਿੱਚ ਵੀ ਇਹੀ ਹੁੰਦਾ ਸੀ ਜੀ ਕਿ ਫਸਟ ਪੋਜੀਸ਼ਨ ਨਾ ਆਈ ਤਾਂ ਜਾਂ ਫਿਰ ਪੜ੍ਹਾਈ ਕਾਹਦੀ ਕੀਤੀ ਜੀ। ਜਦੋਂ ਮਾਸਟਰਾਂ ਨੇ, ਉਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਿਹੜੇ ਨੇੜੇ ਦੇ ਸਕੂਲ ਹੁੰਦੇ ਸੀ, ਉਹਨਾਂ ਨੇ ਉੱਥੇ ਕਿਸੇ ਨਾ ਕਿਸੇ ਕੰਮ ਕਰਕੇ ਜਾਣਾ, ਕਈ ਵਾਰੀ ਤਨਖਾਹ ਲੈਣ ਜਾਣਾ, ਰੁੱਕਾ ਦੇਣ ਜਾਣ ਦਾ ਵੀ ਹੁੰਦਾ ਮਸਲਾ। ਸਾਈਕਲਾਂ ਤੇ 2 ਮਾਸਟਰ ਹੁੰਦੇ ਸੀ, ਉਹਨਾਂ ਨੇ ਕਈ ਵਾਰੀ ਦੋਵਾਂ ਨੇ ਚਲੇ ਜਾਣਾ, ਪਰ ਬਾਅਦ ਦੇ ਵਿੱਚ ਕਹਿਣਾ ਜਦ ਮੈਂ 4ਥੀ ਜਾਂ 5ਵੀਂ ਸੀ, ਤੂੰ ਇਦਾਂ ਕਰੀ, ਸਾਰਿਆਂ ਦੀ ਹੁਣ ਧਿਆਨ ਰੱਖਣਾ, ਤੂੰ ਟੇਕ ਕੇਅਰ ਕਰਨੀ ਹੈ, ਇਹ ਰੋਲ ਨੰਬਰ ਲਿਖ ਲਈ। ਹਾਂ, ਜੇ ਕੋਈ ਹਾਂ ਮੈਨੂੰ ਸਾਨੂੰ ਦੱਸਣਾ, ਤੂੰ ਝਿੜਕ ਵੀ ਸਕਦਾ ਇਹਨਾਂ ਨੂੰ। ਪਰ ਜਿਹੜੇ ਛੋਟੇ ਨੇ, ਮੈਨੂੰ ਯਾਦ ਹੈ ਮੇਰਾ ਜੂਨੀਅਰ ਸੀ, ਹੁਣ ਵੀ ਸਾਡਾ ਗੁਆਂਢੀ ਹੈ,
ਬੜੇ ਵਧੀਆ ਮਿੱਤਰ ਆ ਅਸੀਂ। ਇਹ ਗੱਲ ਅਸੀਂ ਹਮੇਸ਼ਾ ਜਦੋਂ ਵੀ ਪੰਜਾਬ ਜਾਈਏ ਅਸੀਂ ਕਰਨੀ ਹੁੰਦੀ ਹੈ। ਉਹ ਜਿਹੜੇ ਫੋਟਾ ਕਹਿੰਦੇ ਨੇ ਆਪਾਂ ਉੱਥੇ, ਫੋਟਾ ਹੀ ਹੁੰਦਾ ਸੀ। ਹਾਂ ਸਰਕਾਰੀ ਹੁੰਦਾ ਇਹ, ਪਰ ਹਾਂ ਲੱਕੜ ਦਾ ਫੋਟਾ, ਉਹ ਮੇਰੇ ਕੋਲ। ਤੇ ਉਹ ਸ਼ਰਾਰਤਾਂ ਕਰਨ ਨੂੰ ਨਾ ਹਟੇ ਤੇ ਬੈਠੇ ਨਾ। ਮੈਂ ਉਹਨੂੰ 5-4 ਵਾਰੀ ਕਿਹਾ ਕਿ ਬਹਿ ਜਾ। ਅੱਧੀ ਛੁੱਟੀ ਹੋ ਗਈ ਸੀ, ਮੈਂ ਕਿਹਾ ਸਾਰੇ ਜਾਣੇ ਉਹਦੇ ਤੋਂ ਬਾਅਦ ਆ ਜਾਓ ਵੀ ਮਾਸਟਰ ਆਪਣੇ ਆਉਣ ਵਾਲੇ ਨੇ, ਫਿਰ ਮੈਨੂੰ ਘੂਰਨਗੇ ਕਿ ਤੂੰ ਬਿਠਾ ਕੇ ਨਹੀਂ ਰੱਖੇ। ਉਹ ਮੇਰੀ ਕੋਈ ਮਨਸ਼ਾ ਵੀ ਹੈ ਨਹੀਂ ਸੀ। ਮੈਂ ਕੁਦਰਤੀ ਇਦਾਂ ਕਰਦੇ ਨੇ ਦੂਰੋਂ ਮਾਰਿਆ। ਮੈਂ ਕਿਹਾ ਵੀ ਉਹ ਤੈਨੂੰ ਸੁਣਦਾ, ਮੈਂ ਉਹਨੂੰ ਕਹਿਣਾ। ਉਹ ਅਚਨਚੇਤ ਤੋਂ ਜਾ ਕੇ ਇੱਥੇ ਲੱਗਿਆ। ਐਡੀ ਜ਼ੋਰ ਨਾਲ ਵੀ ਨਹੀਂ ਸੀ ਲੱਗਿਆ, ਪਰ ਉਹਦੇ ਮਾੜਾ ਜਿਹਾ ਖੂਨ ਸਿਮਿਆ। ਖੂਨ ਸਿਮਣ ਤੋਂ ਬਾਅਦ ਮੁੰਡਾ ਕੱਲਾ ਸੀ। ਤੇ ਉਹ ਤਾਂ ਵੀ ਕੂਕ ਰੌਲਾ ਜਿਹੜਾ ਪਿਆ, ਦਹਾਈ ਜਿਹੜੀ ਪਈ ਜਦੋਂ ਮਾਸਟਰ ਆ ਗਏ। ਮਾਸਟਰ ਕਹਿੰਦੇ ਵੀ ਕੋਈ ਗਲਤੀ ਨਹੀਂ, ਇਹ ਖੇਡਦਿਆਂ ਤੋਂ ਹੋ ਗਿਆ ਜਿਹੜਾ ਕੁਝ ਹੋ ਗਿਆ, ਪਰ ਉਹਨਾਂ ਦੇ ਘਰਦਿਆਂ ਨੇ ਜਿਹੜਾ ਜ਼ਮੀਨ ਅਸਮਾਨ ਇੱਕ ਕੀਤਾ। ਪੰਚਾਇਤ ਕਰ ਲਈ ਜੀ। ਪੰਚਾਇਤ ਤਾਂ ਖੈਰ ਨਹੀਂ ਹੋਈ, ਗਵਾਂਢ ਚ ਘਰ ਸੀ। ਘਰਦਿਆਂ ਨੂੰ ਕਿਹਾ ਕਿ ਦੇਖੋ ਇਹ ਧੱਕਾ ਹੈ, ਤੁਸੀਂ ਆਹ ਕੀਤਾ ਸਾਡੇ ਮੁੰਡੇ ਨਾਲ, ਉਹ ਕੀਤਾ। ਉਹ ਕਹਿੰਦੇ ਵੀ ਨਹੀਂ ਮਾਸਟਰ, ਕੱਲਾ ਸਾਡਾ ਮੁੰਡਾ। ਮਾਸਟਰਾਂ ਨੇ ਕਹਿੰਦੇ ਨਹੀਂ, ਇਹ ਸ਼ਰਾਰਤ ਕਰ ਰਿਹਾ ਸੀ, ਇਹ ਮੰਨ ਨਹੀਂ ਸੀ ਰਿਹਾ। ਅੱਗੇ ਵਾਸਤੇ ਅਸੀਂ ਅੱਗੇ ਵੀ ਦੇਖਦੇ ਨੇ। ਪਰ ਮੈਨੂੰ ਯਾਦ ਆ ਵੀ ਉਹ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈਆਂ, ਪਰ ਉਹਦੇ ਨਾਲ ਸਾਡੇ 'ਚ ਫਰਕ ਕੋਈ ਨਹੀਂ ਆਇਆ। ਜਿੰਨੀ ਦੇਰ ਤੱਕ ਮੈਂ ਪੰਜਾਬ ਰਿਹਾ ਉਨੀ ਦੇਰ ਤੱਕ ਅਸੀਂ ਇਕੱਠੇ ਹੀ ਖੇਡੇ ਹਾਂ। ਹੁਣ ਵੀ ਜਦੋਂ ਜਾਂਦੇ ਹਾਂ, ਉਹ ਦਿਨ ਦੇ ਵਿੱਚ 10-10 ਗੇੜੇ ਘਰ ਲਾ ਜੂਗਾ ਜਦ ਉਹਨੂੰ ਪਤਾ ਲੱਗ ਜੇ ਮੈਂ ਚਲਾ ਗਿਆ। ਉਹਦਾ ਨਾਂ ਜਮੀਲ ਸੀ, ਮੁਸਲਮਾਨਾਂ ਦਾ ਮੁੰਡਾ ਸੀ, ਜੀਲਾ ਕਹਿੰਦੇ ਸੀ ਅਸੀਂ। ਉਹ ਤੋਂ ਬਾਅਦ ਦੇ ਵਿੱਚ ਜਦੋਂ ਬੰਟੇ ਖੇਡਣੇ ਸੀ ਤੋਂ ਭਾਵ ਜਮੀਲ ਹੈਗਾ ਮਾਫ ਕਰਨਾ, ਉਹਦਾ ਨਾਂ ਜਮੀਲ ਮੁਹੰਮਦ ਹੈ ਬੇਸਿਕਲੀ। ਤੇ ਜਦੋਂ ਅਸੀਂ ਬੰਟੇ ਖੇਡਣੇ ਨਾ, ਉਹ ਖੇਡਦਾ ਘੱਟ ਹੁੰਦਾ ਸੀ, ਪਰ ਉਹਨੂੰ ਗੋਲੀਆਂ ਰੱਖਣ ਦਾ ਬੜਾ ਸ਼ੌਕ ਸੀ ਬੰਟੇ। ਅਸੀਂ ਉਹਨੂੰ ਬੈਂਕ ਵਾਲਾ ਕਹਿੰਦੇ ਹਾਂ ਜੀ। ਉਹਦੇ ਕੋਲੋਂ ਕਹਿਣਾ ਇਦਾਂ ਕਰ ਯਾਰ 4 ਦੇ, ਜੇ ਜਿੱਤ ਕੇ ਤੈਨੂੰ 5 ਦੇਵਾਂਗੇ। ਉਹਨੇ ਇਸੇ ਲਾਲਚ 'ਚ ਸਾਰਿਆਂ ਨੂੰ ਗੋਲੀਆਂ ਵੰਡੀ ਜਣੀਆਂ। ਫਿਰ ਸ਼ਾਹੂਕਾਰਾ ਸ਼ੁਰੂ ਕਰ ਲਿਆ। ਬਿਲਕੁਲ। ਤੇ ਬੈਨੀਪਾਲ ਸਾਹਿਬ ਦੇਖੋ, ਹੁਣ ਜਿਨ੍ਹਾਂ ਨੇ ਬਾਂਟੇ ਖੇਡੇ ਆ, ਕਿਉਂਕਿ ਚੋਰੀ ਵੀ ਕਈ ਖੇਡਾਂ ਲੈ ਕੇ ਜਾਈਦੀਆਂ ਸਕੂਲੇ। ਮਾਸਟਰ ਨੇ ਕਹਿਣਾ ਕਿ ਨਹੀਂ ਬਈ ਇੱਥੇ ਪੜ੍ਹਨ ਆਉਂਦੇ ਆ, ਇੱਥੇ ਇੱਦਾਂ ਨਹੀਂ, ਤੁਸੀਂ ਆਹੀ ਕਰਨਾ ਉਹੀ ਕਰਨਾ। ਪਰ ਕਈਆਂ ਨੇ ਬਾਂਟੇ ਚੋਰੀ ਲੈ ਜਾਣੇ। ਕਈਆਂ ਨੂੰ ਜੇ ਕੋਈ ਖਿਡੌਣਾ ਮਿਲ ਗਿਆ ਤਾਂ ਉਹਨਾਂ ਨੇ ਜੇਬ 'ਚ ਪਾਈ ਫਿਰਨਾ, ਹੌਲੀ ਦੇਣੀ ਐਂ ਦਿਖਾਉਣਾ, ਅੱਧਾ ਕੇ ਦਿਖਾਉਣਾ। ਹਾਂ, ਤੇ ਸਾਰੇ ਸਕੂਲ ਨੇ ਮਗਰ ਮੋੜ ਤੋਂ ਯਾਰ ਦਿਖਾ ਦੇ ਮਾੜੀ ਜਿਹੀ, ਐਂ ਕਰਕੇ ਕਾਰ ਚਲਾ ਲੈਣ ਦੇ। ਹੁਣ ਅਗਲੇ ਦੀ ਮਰਜ਼ੀ ਆ ਭਾਈ, ਚਲਾਉਣ ਦਾ ਮਾਲਕ ਆ ਉਹਦਾ ਅਧਿਕਾਰ ਖੇਤਰ ਦੇ ਵਿੱਚ ਹੈ। ਤੇ ਇਦਾਂ ਵੀ ਹੁੰਦਾ ਸੀ ਬੈਨੀਪਾਲ ਸਾਹਿਬ ਕਿ ਜਿਹੜਾ ਮਨੀਟਰ ਹੋਣਾ, ਮਨੀਟਰ ਸ਼ਬਦ ਹੀ ਵਰਤਦੇ ਸੀ। ਉਹ ਮਨੀਟਰ ਜਿਹੜਾ ਹੋਣਾ, ਕਿਉਂਕਿ ਦਾਸ ਸੇਵਾਵਾਂ ਨਿਭਾਉਂਦੇ ਰਹੇ ਹੋ। ਹੁਣ ਉਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਮਨੀਟਰ ਦਾ ਮਿੱਤਰ ਆ ਜੀ, ਉਹ ਵੀ ਅੱਧਾ ਮਨੀਟਰ ਹੀ ਹੁੰਦਾ ਸੀ। ਬਾਕੀਆਂ ਨੇ ਪੁੱਛ ਕੇ ਜਾਣਾ ਵੀ ਮੈਂ 2 ਮਿੰਟ ਜਾਇਆ ਮੈਂ ਕਿ ਨਹੀਂ ਜਾਇਆ ਮੈਂ, ਉਹਦਾ ਮਤਲਬ ਹੁੰਦਾ ਸੀ ਚੱਲਿਆ ਮੈਂ। ਕਹਿਣਾ ਇਹਨੂੰ ਜੀ ਮਾਸਟਰ ਜੀ 3 ਵਾਰੀ ਜਾਣ ਦਿੱਤਾ, ਸਾਨੂੰ 1 ਵਾਰੀ ਵੀ ਨਹੀਂ ਜਾਣ ਦਿੱਤਾ, ਇਹ ਥੋੜੀ ਕੋਈ ਗੱਲ ਆ। ਫਿਰ ਬੈਨੀਪਾਲ ਸਾਹਿਬ ਉਹਦੇ ਤੋਂ ਬਾਅਦ ਇੱਕ ਜੇ ਆਪਾਂ ਜ਼ਿਕਰ ਇੱਥੇ ਹੋਰ ਕਰੀਏ, ਸਾਡੀ ਵਾਰੀ ਕੀ ਹੋਇਆ ਜਦੋਂ ਫੱਟੇ ਆ ਗਏ ਨਾ, ਮਾਸਟਰ ਜੀ ਕਹਿਣਾ ਕਿ ਫੱਟੇ ਬਈ ਟਿਕਾ ਕੇ ਰੱਖਣੇ ਆ। ਉਧਰੋਂ ਘੰਟੀ ਵੱਜ ਜਾਣੀ, ਫੱਟੇ ਟਿਕਾਉਣ ਦਾ ਕਿਹਦਾ। ਇੱਕ ਵਾਰੀ ਦੇਖਿਆ ਕਿ ਮਾਸਟਰ ਜੀ ਨੂੰ ਕੋਈ ਕਾਹਲੀ ਆ, ਉਹਨਾਂ ਨੇ ਸਾਈਕਲ ਨੂੰ ਲੱਤ ਦਿੱਤੀ ਤੇ ਉਹ ਗੇਟ ਦੇ ਕੋਲੇ ਪਹੁੰਚ ਗਿਆ। ਜਿਉਂ ਸਾਰਿਆਂ ਨੇ ਚਲਾ ਕੇ ਮਾਰੇ ਉੱਥੇ ਦਰਵਾਜ਼ੇ 'ਚੋਂ। ਹੁਣ ਜਦੋਂ ਸਾਰੇ ਹੀ ਫੱਟੇ ਇੱਕ ਤੋਂ ਬਾਅਦ ਬਣ ਗਈਆਂ, ਮਾਸਟਰ ਜੀ ਨੇ ਨਾਲ ਹੀ ਐ ਲੱਤ ਦਿੱਤੀ, ਸਾਈਕਲ ਮੁੜ ਜਾਂਦਾ। ਉਹਦੇ ਤੋਂ ਬਾਅਦ ਫਿਰ ਫੱਟੇ ਉੱਧਰ ਡਿਗੇ ਤੇ ਇਧਰਲੇ ਪਾਸੇ ਕੰਨ ਫੜਾ ਕੇ ਉਹ ਕਹਿੰਦੇ ਹੋ ਜਾ ਉੱਚੇ। ਤੇ ਬਾਅਦ ਵਿੱਚ ਫਿਰ 2-2 ਫੱਟੀਆਂ ਇੱਧਰ ਵੀ ਪਈਆਂ। ਕੰਨ ਫੜਾਉਣ ਵਾਲਾ ਸਿਸਟਮ ਵੀ ਚੱਲਦਾ ਸੀ ਤੇ ਉਦੋਂ ਡੰਡਾ ਵੀ ਬੜਾ ਵਰਕਦਾ ਸੀ। ਉਹਨਾਂ ਨੇ ਮੈਨੂੰ ਜਦ ਹੀ ਕਹਿਣਾ ਲੈ ਵੀ ਇਹਨਾਂ ਨੂੰ ਆ ਨਹੀਂ ਤਾਂ ਡੰਡਾ ਲਿਆ। ਕਈ ਵਾਰੀ ਮੈਂ ਰਸਤੇ 'ਚ ਸੋਚਦੇ ਨੇ ਜਾਣਾ ਵੀ ਯਾਰ ਡੰਡਾ ਲਿਆਉਣ ਦੀ ਜ਼ਿੰਮੇਵਾਰੀ ਅਮਰੀਕਾ ਤੇ ਲੱਗਦੀ ਆ, ਕਿਉਂਕਿ ਮੇਰੇ ਕਦੇ ਪਈਆਂ ਨਹੀਂ ਸੀ। ਦਰਅਸਲ ਟੀਚਰਾਂ ਦਾ ਵੀ ਉਹਨਾਂ ਦਿਨਾਂ ਦੇ ਵਿੱਚ ਬੋਲਾ ਇਹ ਨਹੀਂ ਸੀ ਹੁੰਦਾ ਕਿ ਇਹਨਾਂ ਨੂੰ ਕੁੱਟਣਾ ਹੀ ਆ। ਅਸਲ ਉਹ ਇੱਕ ਸੁਧਾਰ ਹੀ ਸੀ ਕਿ ਇਹ ਪੜ੍ਹਨ ਲੱਗਣ। ਹੁਣ ਇੱਥੇ ਜਦੋਂ ਅਧਿਆਪਕਾਂ ਦੀ ਗੱਲ ਚੱਲਦੀ ਹੈ, ਇਹ ਜ਼ਰੂਰੀ ਹੈ। ਮੈਨੂੰ ਲੱਗਦਾ ਹਰੇਕ ਪਿੰਡ ਹੋਈ ਹੋਣੀ ਆ ਗੱਲ, ਇਸੇ ਤਰ੍ਹਾਂ ਦੀ ਹੋਈ ਹੋਣੀ ਆ। ਮਾਸਟਰਾਂ ਨੇ ਕਹਿਣਾ ਇੱਦਾਂ ਕਰ, ਲੱਸੀ ਹੈਗੀ ਬਈ, ਲੱਸੀ ਲੈ ਗਿਆ। ਕਈ ਵਾਰੀ ਕਹਿਣਾ ਦੁਪਹਿਰ ਹਾਂ ਵੀ ਮੈਂ ਆ ABC ਕੋਈ ਵੀ ਬੰਦਾ ਰੋਟੀ ਖਾਣ ਚੱਲਾਂ ਘਰ ਨੂੰ, ਹਾਂਜੀ, ਕਿਉਂਕਿ ਮੈਂ ਕਦੀ ਰੋਟੀ ਲੈ ਕੇ ਨਹੀਂ ਸੀ ਗਿਆ। ਖਾਣ ਜਾਂਦੇ ਵੱਡੇ ਘਰਾਂ ਦੇ ਕਾਕੇ ਇੱਦਾਂ ਹੁੰਦਾ ਕਿ ਤਾਜ਼ੀ, ਵੱਡੇ ਘਰਾਂ ਦੇ ਨਹੀਂ ਸੀ ਹੁੰਦਾ ਸੀ ਵੀ ਮਾਂ ਉਸ ਵੇਲੇ ਕੰਮਾਂ ਕਾਰਾਂ 'ਚ ਹੋਰ ਪਾਸੇ ਰੁੱਝੀ ਹੋਈ ਹੈ, ਕਿਉਂਕਿ ਸਿੰਗਲ ਹੈਂਡਡ ਜਿਹਾ ਕੰਮ ਸੀ ਕਿ ਸਾਨੂੰ ਹੁੰਦਾ ਸੀ ਕਿ ਮਾਂ ਹੁਣ ਕਿੱਥੇ 4 ਪਰੌਂਠੇ ਬਣਾਊਗੀ, ਇਹਨੇ ਗੋਹਾ ਕੂੜਾ ਵੀ ਕਰਨਾ, ਇਹਨਾਂ ਨੇ ਖੇਤੀ ਵਾਲਿਆਂ ਨਾਲ ਵੀ ਇੱਧਰ ਉੱਧਰ ਕਰਨਾ, ਹੋਰ ਪਈਏ ਲੱਗੇ ਉਹਨਾਂ ਦੀ ਰੋਟੀ ਬਣਾਉਣੀ ਹੈ। ਜਦ ਤੱਕ ਬਣੀ ਪਈ ਹੋਊਗੀ, ਜੋ ਨਰਮਾ ਚੁਗਦੇ ਹੋਣਗੇ, ਜੋ ਕਰਦੇ ਹੋਣਗੇ, ਆ ਕੇ ਖਾ ਜਾਾਂਗੇ। ਜਾਣੀ ਕਿ ਆਪ ਜੀ ਸ਼ੁਰੂ ਤੋਂ ਹੀ ਪਰੌਂਠੇ ਖਾਣ ਦੇ ਆਦੀ ਸੀ। ਪਰੌਂਠਾ ਤਾਂ ਖੈਰ ਕਿੱਥੇ ਮਿਲਦਾ ਸੀ, ਇਹ ਰੋਟੀ ਮਿਲ ਗਈ, ਜਿਹੜੇ ਕੁਝ ਵੀ ਮਿਲ ਗਿਆ। ਰੋਟੀ ਦਾ ਹੀ ਸਾਈਜ਼ ਬਦਲ ਦਿੰਦੇ ਸੀ, ਉਹਨੂੰ ਤਕੋਣੀ ਦਾ ਚੌਰਸ ਬਣਾ ਦੇਣਾ। ਉਹ ਹੁੰਦਾ ਸੀ ਵੀ ਚਲੋ ਦੇਖ ਕੇ ਆਈਏ ਕਿ ਉਹਦੇ ਵੀ ਚਲੋ ਨਰਮਾ ਚੁੱਕਦੇ ਹੋਣਗੇ ਜਾਂ ਹੋਰ ਕਰਦੇ ਹੋਣਗੇ। ਨਾਲੇ ਹੁੰਦਾ ਸੀ ਮਾਂ ਕੋਲ 2 ਘੜੀ ਜਾ ਕੇ ਆਵਾਂਗੇ। ਉਹਨਾਂ ਨੇ ਕਹਿਣਾ ਇੱਦਾਂ ਕਰਿਓ, ਚਾਹ ਲੈ ਕੇ ਆਓ ਨਾਲ। ਹੁਣ ਮਾਂ ਤਾਂ ਜਾਂਦੇ ਨੂੰ ਨਰਮਾ ਚੁੱਕਦੀ ਹੈ। ਹੁਣ ਇਹ ਵੀ ਪਤਾ ਹੁੰਦਾ ਸੀ ਜੇਕਰ ਚਾਹ ਨਾ ਲੈ ਕੇ ਗਏ ਤਾਂ ਫਿਰ ਕੰਮ ਖਰਾਬ। ਭਾਵੇਂ ਪੜ੍ਹਾਈ ਪਿੱਛੇ ਡੰਡਾ ਨਹੀਂ ਫਿਰਿਆ, ਕਿਸੇ ਨਾ ਕਿਸੇ ਤਰੀਕੇ ਡੰਡਾ ਨਾ ਫਿਰ ਜੇ। ਜੇਕਰ ਤੁਸੀਂ ਵੀ ਇਸ ਤਰ੍ਹਾਂ ਚਾਹ ਲਿਜਾਂਦੇ ਰਹੇ ਹੋ, ਲੱਸੀ ਲਿਜਾਂਦੇ ਰਹੇ ਹੋ, ਜਾਂ ਡਿਮਾਂਡ ਹੁੰਦੀ ਰਹੀ ਹੈ,
ਜ਼ਰੂਰ ਸਾਡੇ ਤੱਕ ਇਹ ਟਿੱਪਣੀ ਪੁੱਜਦੀ ਕਰਿਓ, ਕਿਉਂਕਿ ਲਗਭਗ ਆਪਣਾ ਸਾਰਿਆਂ ਦਾ ਮਾਹੌਲ ਇੱਕੋ ਜਿਹਾ ਹੀ ਰਿਹਾ। ਬੈਨੀਪਾਲ ਸਾਹਿਬ, ਸਕੂਲ ਦੇ ਵਿੱਚ ਨਾ ਇੱਕ ਹੋਰ ਵੀ ਹੁੰਦਾ ਸੀ, ਉਦੋਂ ਇਹ ਦੇਖਣਾ ਕਿ ਮੁੰਡਿਆਂ ਦੇ ਤਾਂ ਕੰਨ ਫੜਾ ਦੇਣੇ, ਕੁੜੀਆਂ ਦੇ ਹੱਥ ਖੜੇ ਕਰਾ ਦੇਣੇ। ਉਦੋਂ ਹੁਣ ਯਾਰ ਇਹਨਾਂ ਦਾ ਕੰਮ ਸੌਖਾ ਫਿਰ ਕੰਨ ਸ਼ਿਕਾਇਤ ਰਹਿੰਦੀ ਸੀ ਹੁਣ ਕੰਨ ਜਿਹੜੇ ਫੜੇ ਆ ਉਹਨੇ ਜੇ ਉਧਰਲੇ ਪਾਸੇ ਨੂੰ ਦੇਖਣਾ ਤਾਂ ਉਹਨੇ ਔਖੇ ਹੋ ਕੇ ਮਾਸਟਰ ਨੂੰ ਪਤਾ ਲੱਗ ਜਾਣਾ, ਓਏ ਤੈਨੂੰ ਜਦ ਕਿਹਾ ਤੂੰ ਉੱਪਰ ਨਹੀਂ ਦੇਖਣਾ, ਕਿਉਂਕਿ ਕੰਨ ਛੱਡ ਕੇ ਦੇਖਾਂਗੇ, ਨਾਲੇ ਉੱਚਾ ਹੋ। ਤੇ ਦੂਜੇ ਪਾਸੇ ਕੁੜੀਆਂ ਦਾ ਹੁੰਦਾ ਸੀ ਕਿ ਉਹਨਾਂ ਨੇ ਬਾਹਾਂ ਖੜੀਆਂ ਕਰ ਲਈਆਂ ਤੇ ਉਹਨਾਂ ਨੂੰ ਸਾਰਾ ਦੇ ਉਹਨਾਂ ਨਾਲ ਹੱਸੀ ਜਾਣਾ ਕਿ ਭਾਈ ਇਹਨੇ ਵੀ ਕੰਨ ਫੜੇ। ਕਈ ਵਾਰੀ ਉਹਨਾਂ ਦਾ ਵੀ ਕਹਿੰਦੇ ਨਾਲ ਆਪਣਾ ਬਸਤਾ ਚੱਕੋ, ਕਿਉਂਕਿ ਤਰੀਕਾ ਤਾਂ ਹੁੰਦਾ ਸੀ। ਕਈ ਵਾਰੀ ਉਹਨਾਂ ਦੀਆਂ ਬਾਹਾਂ ਖੜੀਆਂ ਰੱਖਣਾ, ਹੁਣ ਚੱਕਰ ਕੱਢੋ, ਉਹਦੇ ਵਿੱਚ ਵੀ ਉਹ ਕਈ ਵਾਰੀ ਧੁੱਪ ਹੁੰਦੀ ਸੀ, ਕੋਈ ਨਾ ਕੋਈ ਚੱਕਰ ਖਾ ਕੇ ਡਿੱਗ ਵੀ ਪੈਂਦਾ ਸੀ, ਕਿਉਂਕਿ ਸਾਰੇ ਜਣੇ ਆਪਣੇ ਵਾਂਗੂ ਤਕੜੇ ਜੁੱਸਿਆਂ ਵਾਲੇ ਤਾਂ ਹੁੰਦੇ ਹੀ ਨਹੀਂ ਸੀ। ਜੀ। ਉਹਦੇ ਤੋਂ ਬਾਅਦ ਬੈਨੀਪਾਲ ਸਾਹਿਬ ਇੱਕ ਗੱਲ ਮੈਂ ਉੱਥੇ ਹੀ ਮਹਿਸੂਸ ਕਰਦਾ ਸੀ ਕਿ ਉਦੋਂ ਸਾਧਨ ਥੋੜੇ ਹੁੰਦੇ ਸੀ। ਗਰਮੀਆਂ ਨੂੰ ਬੱਤੀ ਤਾਂ ਚਲੇ ਹੀ ਜਾਂਦੀ ਸੀ, ਬਿਜਲੀ ਤਾਂ ਹੁੰਦੀ ਨਹੀਂ, ਬੱਤੀ ਹੁੰਦੀ ਸੀ ਉਦੋਂ। ਬੱਤੀ ਤਾਂ ਮੰਨ ਲਓ ਗਈ ਤੇ ਆਈ। ਹੁਣ ਗਰਮੀਆਂ ਨੂੰ ਕਮਰੇ ਸਾਡੇ ਉੱਥੇ 2 ਕਮਰੇ ਹੁੰਦੇ ਸੀ 5 ਜਮਾਤਾਂ, ਇੱਕ 'ਚ 3 ਬੈਠਣੀਆਂ, ਇੱਕ 'ਚ 2 ਬੈਠਣੀਆਂ। ਹੁਣ ਜਦੋਂ ਹੁਮਸ ਹੋ ਜਾਣੀ ਉਦੋਂ ਅੰਦਰ ਤਾਂ ਸਾਹ ਵੀ ਨਾ ਆਉਣਾ, ਫਿਰ ਉਹਨਾਂ ਨੇ ਦਰਖਤ ਥੱਲੇ ਜਮਾਤ ਲਾ ਲੈਣੀ। ਹੁਣ ਜਦੋਂ ਦਰਖਤ ਥੱਲੇ ਜਮਾਤ ਲਾਉਣੀ ਤੇ ਸਾਰਿਆਂ ਨੇ ਬੈਠਣਾ, ਕਿਤੇ ਰੇਤਾ ਵੀ ਹੋਣੀ ਜਿਹਦੇ ਵਿੱਚ ਬੈਠੇ ਆ, ਉਹ ਕਦੇ ਕਾਢਾ ਚੜ ਜਾਣਾ ਉੱਥੋਂ ਆ ਕੇ, ਕਦੇ ਉੱਥੋਂ ਕੀੜੀ ਤੁਰੀ ਫਿਰਦੀ ਆ, ਕਈਆਂ ਨੇ ਇੰਨਾ ਕੁ ਡੰਡਾ ਚੱਕਣਾ ਕਾਢੇ ਨੂੰ, ਉਹਨਾਂ ਨੇ ਫਿਰ ਦੂਜੇ ਨੇ ਰੌਲਾ ਪਾ ਦੇਣਾ, ਮਾਸਟਰ ਜੀ ਨੇ ਕਾਢਾ ਮੇਰੇ ਤੇ ਜਾ ਕੇ ਮਾਰਿਆ। ਹੁਣ ਉਧਰ ਕੁੜੀਆਂ ਵਾਲੇ ਪਾਸੇ ਵੀ ਇੰਨੀ ਗੱਲ ਹੁੰਦੀ ਸੀ ਬੈਨੀਪਾਲ ਸਾਹਿਬ, ਇਹ ਗੱਲ ਮੰਨਣੀ ਪਊਗੀ। ਜਿੱਦਾਂ ਆਪਾਂ ਗੱਲ ਕਹਿੰਦੇ ਨੇ ਕਿ ਘਰ ਜਿਹੜਾ ਔਰਤਾਂ ਹੀ ਸਾਂਭ ਸਕਦੀਆਂ, ਮੁੰਡਿਆਂ ਦੇ ਵਾਸਤੇ ਤੇ ਕੁੜੀਆਂ ਦੇ ਵਾਸਤੇ ਬੜਾ ਫਰਕ ਹੁੰਦਾ ਹੈ ਹਮੇਸ਼ਾ। ਉਹਨਾਂ ਨੇ ਕਿਤਾਬਾਂ ਵੀ ਉਹਨਾਂ ਦੀਆਂ ਘੱਟ ਪਾਟੀਆਂ ਹੋਣੀਆਂ, ਉਹਦੇ ਉੱਤੇ ਚਾਹੇ ਅਖਬਾਰ ਦੀ ਜਿਲਦ ਚੜੀ ਹੋਵੇ ਉਦਾਂ ਹੀ ਹੋਣੀ, ਉਹਨਾਂ ਦੀ ਫੱਟੀ ਵੀ ਵਧੀਆ ਲਿਖੀ ਹੋਣੀ। ਉਹਨਾਂ ਨੇ ਆਪਣਾ ਬਸਤਾ ਵੀ, ਜਿਹੜਾ ਸਾਡੇ ਵਾਲੇ ਬਸਤਿਆਂ ਦੇ ਉੱਤੇ ਤਾਂ ਪੈਨ ਨਾਲ ਹੀ ਲੀਕਾਂ ਲੂਕਾਂ ਮਾਰੀਆਂ ਹੁੰਦੀਆਂ ਸੀ, ਉਹਨਾਂ ਦੇ ਸਾਰਾ ਕੁਝ ਜਾਣੀ ਚੰਗੇ ਤਰੀਕੇ ਨਾਲ ਉਹਨਾਂ ਨੇ ਜੇ ਬਹਿਣਾ ਵੀ ਤਾਂ ਕਤਾਰਾਂ 'ਚ ਬਹਿਣਾ, ਤੇ ਮੁੰਡਿਆਂ ਨੇ ਐ ਗੋਲ ਜਿਹਾ ਹੋ ਕੇ ਉਧਰੋਂ ਫਿਰ ਡਾਂਗ ਜਦੋਂ ਫਿਰਨੀ ਫੇਰ ਸਿੱਧੇ ਹੋਣਾ, ਫਿਰ ਇੱਕ ਦੂਜੇ ਦੇ ਵਿੱਚ ਵੜੀ ਜਾਣਾ ਕਿ ਭਾਈ ਮਾਸਟਰ ਜੀ ਆਹ ਪਹਿਲਾਂ ਲਾਈਨ ਸੀ, ਇਹਦਾ ਨਵਾਂ ਆ ਕੇ ਵਿੱਚ ਵੜ ਗਿਆ। ਹੁਣ ਗਰਮੀਆਂ ਨੂੰ ਤੁਸੀਂ ਦੇਖੋ ਮਾਹੌਲ ਕਿੱਦਾਂ ਦਾ ਸੀ, ਕਈ ਵਾਰੀ ਹਵਾ ਬਿਲਕੁਲ ਨਾ ਚੱਲਣੀ, ਇੰਨਾ ਹੁਮ ਹੋ ਜਾਣਾ, ਹੁਮਸ ਇੰਨੀ ਹੋ ਜਾਣੀ ਕਿ ਉਹ ਜਿਹੜਾ ਝੱਗਾ ਪਾਇਆ ਹੋਣਾ ਕਈ ਵਾਰੀ ਚਿੱਟਾ ਹੁੰਦਾ ਸੀ ਵਰਦੀ ਵਾਲਾ, ਉਹਦੇ ਨਾਲ ਹੀ ਮੱਥੇ ਤੋਂ ਮੁੜਕਾ ਮੂੰਹ ਜਾਣਾ। ਇੱਥੇ ਫਿਰ ਭਾਰਤ ਪਾਕਿਸਤਾਨ ਦੇ ਨਕਸ਼ੇ ਜਾਂ ਆਮ ਹੀ ਬਣੇ ਹੁੰਦੇ ਸੀ, ਤੇ ਨਿੱਕਰਾਂ ਪਾ ਕੇ ਕਈ ਵਾਰੀ ਜਾਣਾ, ਉਹ ਫਿਰ ਮਿੱਟੀ ਦੇ ਵਿੱਚ ਕਈ ਵਾਰੀ ਚੱਪਲ ਲਾ ਕੇ ਰੱਖ ਲੈਣੀ ਤੇ ਚੱਪਲ ਦੇ ਨਾਲ ਮਿੱਟੀ ਨਾਲ ਖੇਡਦੇ ਵੀ ਰਹਿਣਾ, ਉੱਥੋਂ ਵੀ ਕਈ ਝਗੜਾ ਹੋ ਕੇ 2-4 ਥੱਪੜ ਉਦੋਂ ਵੀ ਫਿਰ ਜਾਂਦੇ। ਬਾਠ ਸਾਹਿਬ, ਉਦੋਂ ਇਹਨਾਂ ਗੱਲਾਂ ਦਾ ਮੈਨੂੰ ਲੱਗਦਾ ਨਾ ਫਿਕਰ ਸੀ, ਨਾ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਜ਼ਿਕਰ ਹੀ ਹੁੰਦਾ ਸੀ ਕਿ ਇਹ ਮੇਰੇ ਵਾਸਤੇ ਝੱਗਾ ਖੁੱਲ੍ਹਾ ਹੈ, ਇਹ ਪਜਾਮਾ ਖੁੱਲ੍ਹਾ ਹੈ, ਜਾਂ ਮੈਨੂੰ ਜਿਹੜਾ ਕੱਛਾ ਬਣਾ ਕੇ ਦਿੱਤਾ ਉਹਦਾ ਨਾਲਾ ਲਮਕਦਾ, ਜਾਂ ਚੱਪਲ ਵੱਡੀ ਹੈ। ਜਿਹੜੀ ਚੀਜ਼ ਮਿਲ ਗਈ, ਕਿਉਂਕਿ ਬਹੁਤਾਤ ਕਿਸੇ ਚੀਜ਼ ਦੀ ਨਹੀਂ ਸੀ, ਰੋਜ਼ ਇੱਕੋ ਹੀ ਕਮੀਜ਼, ਇੱਕੋ ਹੀ ਨਿੱਕਰ ਹੈ, ਜੇ ਇੱਕੋ ਹੀ ਨਿੱਕਰ ਜਾਂ ਇੱਕੋ ਹੀ ਪਜਾਮਾ, ਪੈਂਟ ਤਾਂ ਜਾ ਕੇ 8ਵੀਂ 9ਵੀਂ 'ਚ ਜੁੜੀ। ਹੁਣ ਉਹਨਾਂ ਵੇਲਿਆਂ ਦੇ ਤੇ ਅੱਜ ਦੇ ਵੇਲਿਆਂ 'ਚ ਤੁਸੀਂ ਫਰਕ ਦੇਖੋ। ਨਰਸਰੀ 'ਚ ਜਾਂਦਾ ਬੱਚਾ, KG 'ਚ ਜਾਂਦਾ, ਸ਼ਾਇਦ LKG ਵੀ ਹੁੰਦੀ ਹੈ ਉੱਥੇ, ਉਹਨਾਂ ਵਿੱਚ ਜਾਂਦਾ UKG ਸ਼ਾਇਦ ਬੰਦ ਹੋ ਗਈ ਜਾਂ ਹੈਗੀ ਹੈ, ਚਲੋ ਜੋ ਵੀ ਹੈਗੀਆਂ, ਉਹ ਜਮਾਤਾਂ ਦੇ ਵਿੱਚ ਵੀ ਬੱਚੇ ਹੁਣ ਟਾਈ ਲਾ ਕੇ ਜਾਂਦੇ ਨੇ, ਵਧੀਆ ਬੈਗ ਲੈ ਕੇ ਜਾਂਦੇ ਨੇ। ਪਰ ਜਿਹੜੇ ਵੇਲਿਆਂ 'ਚ ਆਪਾਂ ਸਕੂਲਾਂ ਦੇ ਵਿੱਚ ਪੜ੍ਹੇ ਆ, ਉੱਥੇ ਆ ਬੈਗਾਂ ਵਾਲੀ ਤਾਂ ਗੱਲ ਦੂਰ ਸੀ, ਜਿਹੜਾ ਝੋਲਾ ਵੀ ਹੁੰਦਾ ਸੀ ਉਹ ਵੀ ਥੈਲੇ ਦਾ, ਨਾਲ ਸਲੇਟ ਦੇ ਨਾਲ ਸਲੇਟੀਆਂ ਖਾਣ ਦੀ ਕਈਆਂ ਨੂੰ ਬੜੀ ਆਦਤ ਹੁੰਦੀ। ਘਰਦਿਆਂ ਨੇ ਕਹਿਣਾ ਵੀ ਤੈਨੂੰ ਸਲੇਟੀਆਂ ਲੈ ਕੇ ਦਿੱਤੀਆਂ ਸੀ, ਤੂੰ ਅੱਜ 2 ਕਾਹਤੇ ਮੰਗਦਾ ਹੈ? ਮੇਰੀ ਇੱਕ ਮੈਂ ਲੈ ਕੇ ਗਿਆ ਸੀ, ਇੱਕ ਮੇਰੀ ਕੱਲ ਕੇ ਕਿਸੇ ਨੇ ਖਾ ਲਈ ਸੀ, ਇੱਕ ਮੈਨੂੰ ਮੇਰੀ ਰਸਤੇ 'ਚ ਟੁੱਟ ਨਾ ਜਾਵੇ, ਕਿਉਂਕਿ ਹੁੰਦਾ ਸੀ ਵੀ ਯਾਰ ਘੱਟੋ ਘੱਟ 2 ਸਲੇਟੀਆਂ ਤਾਂ ਕੋਲ ਚਾਹੀਦੀਆਂ ਨੇ। ਕਲਮ ਬਹੁਤ ਵਧੀਆ ਤਰੀਕੇ ਨਾਲ ਘੜ ਕੇ ਰੱਖਣੀ। ਮੈਨੂੰ ਪਤਾ ਨਹੀਂ ਕਿ ਤੁਸੀਂ ਵੀ ਉਸ ਮੁਕਾਬਲਿਆਂ 'ਚ ਹਿੱਸਾ ਲਿਆ ਜਾਂ ਨਹੀਂ। ਇੱਕ ਸੁੰਦਰ ਮੁਕਾਬਲੇ ਜ਼ਿਲ੍ਹਾ ਤੇ ਹੁੰਦੇ ਸੀ, ਪਹਿਲਾਂ ਬਲਾਕ ਪੱਧਰ ਤੇ ਹੁੰਦੇ ਸੁੰਦਰ ਲਿਖਾਈ ਦੇ ਉਹ ਸੁੰਦਰ ਲਿਖਾਈ ਦੇ ਮੁਕਾਬਲਿਆਂ 'ਚ ਜਾਣਾ। ਮੈਂ ਵੇਖਿਆ ਕਿ ਸਾਡੇ ਘਰਾਂ 'ਚੋਂ ਸੀ, ਚਾਚੇ ਤਾਏ ਦੇ ਨਿਆਣੇ ਸੀ, ਇੱਕ ਕੁੜੀ ਸੀ, ਇੱਕ ਮੁੰਡਾ, ਅਸੀਂ ਤਿੰਨੇ ਹੀ ਜਾਣੇ। ਅਸੀਂ ਤਿੰਨਾਂ ਨੇ ਸੁੰਦਰ ਲਿਖਾਈ 'ਚ ਜਾਣਾ। ਮੈਨੂੰ ਪਤਾ ਸੀ ਉਹ ਪ੍ਰੋਪਰ ਟ੍ਰੇਨਿੰਗ ਲੈਂਦੇ ਸੀ, ਯਾਨੀ ਚਾਹ ਲਿਆਉਣ ਦਾ ਮੁੱਲ ਮਾਸਟਰ ਮੋੜ ਦਿੰਦੇ ਸੀ ਬਹੁਤ। ਉਹਨਾਂ ਨੇ ਨਾ ਜੀ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਟ੍ਰੇਨਿੰਗ ਲਈ ਪ੍ਰੋਪਰ ਪ੍ਰਾਈਵੇਟ ਇੱਕ ਟਿਊਟਰ ਹਾਇਰ ਕੀਤਾ ਸੀ ਜਿਹੜਾ ਉਹਨਾਂ ਨੂੰ ਸਿਖਾਉਂਦਾ ਸੀ। ਪਰ ਮੇਰੇ ਘਰ ਦੇ ਕਹਿੰਦੇ ਸੀ ਨਹੀਂ ਵੀ ਆਪਾਂ ਇਹ ਅਫੋਰਡ ਨਹੀਂ ਕਰਨਾ, ਤੂੰ ਘਰੇ ਹੀ ਸਿੱਖ। ਮੈਂ ਆਪਣੇ ਭਰਾ ਤੋਂ ਜਿੰਨਾ ਕੁ ਵੀ ਸਿੱਖ ਸਕਦਾ ਤੇ ਸਿੱਖਣਾ। ਸਿੱਖ ਕੇ ਮੈਂ ਦੇਖਿਆ ਕਿ ਮੈਨੂੰ ਟੀਚਰ ਕਹਿੰਦੇ ਕਿ ਤੇਰਾ ਵੀ ਕੰਮ ਠੀਕ ਆ, ਤਿੰਨਾਂ ਨੂੰ ਲੈ ਕੇ ਜਾਵਾਂਗੇ। ਜਦ ਮੈਂ ਉੱਥੇ ਦੇਖਿਆ ਵੀ ਨਹੀਂ, ਕਿ ਇਹ ਦੋਵੇਂ ਪੰਜਾਬੀ 'ਚ ਲਿਖਦੇ ਨੇ, ਮੈਂ ਹਿੰਦੀ 'ਚ ਹੱਥ ਕਿਉਂ ਨਾ ਅਜਮਾਵਾਂ। ਮੇਰਾ ਹਿੰਦੀ ਵਾਲਾ ਕੰਮ ਸੂਤ ਆ ਗਿਆ ਤੇ ਮੈਂ ਗਾਹ ਲੰਘ ਗਿਆ ਜੀ। ਪਰ ਸਾਡੇ ਪਿੰਡ ਦੇ ਇੱਕ ਹੈਡਮਾਸਟਰ ਸੀ, ਹੁਣ ਉਹ ਦੁਨੀਆ ਤੇ ਨਹੀਂ ਰਹੇ। ਪਿਆਰ ਉਹ ਸਾਰਿਆਂ ਨੂੰ ਕਰਦੇ ਸੀ, ਪਰ ਉਹ ਘਰ ਮੇਰੇ ਚਾਚੇ ਉਹਨਾਂ ਦੇ ਘਰ ਦੇ ਬਿਲਕੁਲ ਘਰ ਨਾਲ ਸੀ ਉਹਨਾਂ ਦਾ, ਅਸੀਂ ਬਾਹਰ ਰਹਿੰਦੇ ਸੀ। ਮੈਂ ਦੇਖਣਾ ਉਹਨਾਂ ਨੇ ਜਦੋਂ ਅਸੀਂ ਤਿੰਨਾਂ ਜਣਿਆਂ ਨੇ ਜਾਣਾ, ਉਹਨਾਂ ਨੇ ਕੀ ਕਰਨਾ, ਉਹਦੇ 10 ਚੋਂ 10, ਕੁੜੀ ਦੇ 10 ਚੋਂ 9 ਜਾਂ 10 ਚੋਂ 10, ਮੇਰੇ 10 ਚੋਂ 7। ਮੈਂ ਕੀ ਸੋਚਣਾ, ਇੱਕ ਦਿਨ ਉਹ ਕੀ ਕਹਿੰਦਾ ਮੈਨੂੰ, ਉਹ ਬੰਦੇ ਨੂੰ ਇਹ ਪਤਾ ਲੱਗ ਗਿਆ ਜਿਹੜਾ ਉਹਨਾਂ ਨੂੰ ਸਿਖਾਉਂਦਾ ਹੁੰਦਾ ਸੀ। ਉਹ ਕਹਿੰਦਾ ਵੀ ਤੇਰੇ ਕੋਲ ਹੁਨਰ ਹੈਗਾ, ਤੂੰ ਕਦੇ ਕਦੇ ਮੇਰੇ ਕੋਲ ਵੈਸੇ ਆ ਜਾ ਕਰ। ਉਹਨੂੰ ਇਹ ਸੀ ਵੀ ਕੱਲ੍ਹ ਨੂੰ ਜੇ ਜਿੱਤ ਕੇ ਆਵੇ, ਘੱਟੋ ਘੱਟ ਮੈਂ ਇਹ ਕਹਿਣ ਜੋਗਾ ਹੋਵਾਂ ਵੀ ਇਹ ਵੀ ਮੈਂ ਸਿਖਾਇਆ, ਮਾੜਾ ਮੋਟਾ ਦੱਸਿਆ। ਪਰ ਉਹਨਾਂ ਕੋਲ ਹੁਨਰ ਵੀ ਸੀ, ਦੱਸਦੇ ਵੀ ਸੀ। ਬਹੁਤ ਘੁੰਡੀਆਂ ਸੀਗੀਆਂ ਜਿਹੜੇ ਮੈਨੂੰ ਨਹੀਂ ਸੀ ਪਤਾ, ਉਹਨਾਂ ਕੋਲੋਂ ਸਿੱਖੀਆਂ ਮੈਂ।
ਪਰ ਉਹਨਾਂ ਨੇ ਇੱਕ ਦਿਨ ਕੀ ਕੀਤਾ ਵੀ ਤੇਰੇ ਨੰਬਰ 37 ਆਉਂਦੇ, ਇਹਦੇ 10 ਹੀ ਆਉਂਦੇ, ਆਪਾਂ ਇਦਾਂ ਕਰਦੇ, ਉਹਨੇ ਮੇਰੇ ਵਾਲਾ ਗੱਤਾ ਉਹਦੇ ਤੇ, ਉਹਦੇ ਵਾਲਾ ਉਹਦੇ ਤੇ ਪੇਪਰ ਲਾ ਕੇ ਬਦਲ ਕੇ ਦੇ ਦਿੱਤਾ। ਬਦਲ ਕੇ ਅਸੀਂ ਕੀ ਦੇਖਿਆ, ਉਹਨੇ ਜਿਹੜਾ ਉਹਦੇ ਦੇ ਗੱਤੇ ਤੇ ਮੇਰਾ ਲਿਖਿਆ ਸੀ 10 ਚੋਂ 10, ਜਿਹੜਾ ਉਹਦੇ ਵਾਲਾ ਮੇਰੇ ਤੇ ਸੀ 10 ਚੋਂ 7। ਉਹਦੇ ਤੋਂ ਬਾਅਦ ਉਹ ਕਹਿੰਦਾ ਨਹੀਂ ਤੂੰ ਪਾਸ ਹੀ ਆ, ਵੀ ਘਬਰਾਉਣਾ ਨਹੀਂ, ਅੱਜ ਤੋਂ ਬਾਅਦ ਆਪਾਂ ਇਹ ਚੈੱਕ ਕਰਾਉਣ ਵੀ ਨਹੀਂ ਜਾਣਾ। ਸੋ ਇਹ ਨਿੱਕੀਆਂ ਨਿੱਕੀਆਂ ਯਾਦਾਂ ਮੈਨੂੰ ਲੱਗਦਾ ਹਮੇਸ਼ਾ ਤੁਹਾਨੂੰ ਕੁਛ ਨਾ ਕੁਛ ਪ੍ਰੇਰਦੀਆਂ ਰਹਿੰਦੀਆਂ ਨੇ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹ ਅਧਿਆਪਕਾਂ ਦੀ ਇੱਕ ਚੀਜ਼ ਚੰਗੀ ਗੱਲ ਹੁੰਦੀ ਸੀ ਕਿ ਜਦੋਂ ਪਹਾੜੇ ਉਹਨਾਂ ਨੇ ਕਹਿਣਾ ਇਦਾਂ ਕਰੋ ਵੀ ਕੱਲ ਨੂੰ ਸਾਰਿਆਂ ਨੇ ਦੂਣੀ ਦਾ ਪਹਾੜਾ ਯਾਦ ਕਰਕੇ ਆਉਣਾ, 1 ਦੂਣੀ 2 ਦੂਣੀ 4, ਸਾਰੀ ਜਮਾਤ ਨੇ 2 ਜਣਿਆਂ ਨੇ ਮੂਹਰੇ ਖੜ ਕੇ ਬੋਲਣਾ, ਬਾਕੀ ਨੇ ਪਿੱਛੇ ਉੱਚੀ ਉੱਚੀ ਬੋਲਣਾ। ਮੈਨੂੰ ਲੱਗਦਾ ਜਿਹੜਾ ਉਹ ਸਾਡਾ ਅਸੀਂ ਵਾਰ-ਵਾਰ ਰਟਨ ਕੀਤਾ, ਇਸੇ ਕਰਕੇ ਮੈਥ ਜਿਹੜੇ ਪੰਜਾਬ ਦੇ ਵਿੱਚ ਬਹੁਤੇ ਆਪਣੇ ਦਿਨਾਂ 'ਚ ਪੜ੍ਹੇ ਹੋਣਗੇ ਉਹ ਕਦੀ ਉਂਗਲਾਂ ਤੇ ਹੀ ਗਿਣ ਲੈਂਦੇ ਆ, ਉਹਨਾਂ ਨੂੰ ਕੈਲਕੂਲੇਟਰ ਦੀ ਜ਼ਰੂਰਤ ਨਹੀਂ ਪੈਂਦੀ। ਮੈਨੂੰ ਲੱਗਦਾ ਕਿ ਅੱਜ ਇਹ ਪੜ੍ਹਾਈ ਦੇ ਵਿੱਚੋਂ ਜਿਹੜੀ ਅੱਜ ਅਜੋਕੀ ਪੜ੍ਹਾਈ ਹੈ ਇਹ 'ਚੋਂ ਵਿਸਰਦਾ ਜਾ ਰਿਹਾ। ਬੈਨੀਪਾਲ ਸਾਹਿਬ, ਪਹਾੜਿਆਂ ਦੇ ਵਿੱਚ ਨਾ 2 ਚੀਜ਼ਾਂ ਹੁੰਦੀਆਂ ਸੀ। ਸ਼ਰਾਰਤੀ ਜਿਹੜੇ ਨਿਆਣੇ ਹੁੰਦੇ ਸੀ ਉਹਨਾਂ ਨੇ ਜਾਂ ਤਾਂ ਮੂੰਹ ਹਿਲਾਉਣਾ, ਬੋਲਣਾ ਨਾ, ਮਾਸਟਰ ਜੀ ਨੂੰ ਲੱਗੇ ਕਿ ਇਹ ਬੋਲਦਾ, ਜਾਂ ਉਹਨਾਂ ਨੇ ਏਡੀ ਉੱਚੀ ਚੀਕ ਜੀ ਮਾਰ ਕੇ ਬੋਲਣਾ ਨਾ, ਜਾਣੀ ਕਿ ਸ਼ਰਾਰਤ ਉਹਦੇ ਵਿੱਚੋਂ ਦੀ। ਪਹਾੜਾ ਉਹਨਾਂ ਨੇ ਵੀ ਪੜ੍ਹਨਾ ਪਰ ਕਿਤੇ ਨਾ ਕਿਤੇ ਰੱਖਣਾ ਕਿ ਨਹੀਂ ਭਾਈ ਇਹਦੇ ਵਿੱਚ ਕੰਮ ਕੋਈ ਦੂਸਰਾ ਕਰੀਏ। ਸਕੂਲ ਦੀਆਂ 2 ਚੀਜ਼ਾਂ ਕਿਤੇ ਭੁੱਲ ਨਾ ਜਾਣ, ਇੱਕ ਹੁੰਦੀ ਸੀ ਬਾਲ ਸਭਾ ਤੇ ਦੂਸਰਾ ਸਵੇਰ ਨੂੰ ਜਿਹੜੀ ਮਾਰਨਿੰਗ ਅਸੈਂਬਲੀ ਹੁਣ ਹੁੰਦੀ ਹੈ ਨਾ, ਸਵੇਰ ਦੀ ਸਭਾ। ਜੀ ਉਹਦੇ ਵਿੱਚ ਵੀ ਕੀ ਹੁੰਦਾ ਸੀ ਕਿ ਹੁਣ ਸਕੂਲ ਤਾਂ ਪਿੰਡ ਦੇ ਵਿੱਚ ਹੀ ਆ, ਜੇ ਪਿੰਡ ਦੇ ਬਾਹਰ ਵੀ ਹੋਵੇ ਤਾਂ ਇੰਨਾ ਕਿ ਵਿੱਚ ਸੜਕ ਦਾ ਹੀ ਫਾਸਲਾ ਹੋਣਾ। ਜਦੋਂ ਉਧਰਲੇ ਪਾਸੇ ਸਵੇਰ ਦੀ ਸਭਾ ਲੱਗੀ ਉਹ ਹੋਣੀ, ਜਾਣੀ ਕਿ ਪ੍ਰਾਰਥਨਾ ਸਭਾ ਜਿਹਨੂੰ ਕਹਿ ਦਈਦਾ, ਉਹਦੇ ਵਿੱਚ ਹੁਣ ਹੁੰਦਾ ਸੀ ਕਿ ਕੋਈ ਸ਼ਬਦ ਵੀ ਜਿਹੜਾ ਗਾਇਨ ਕਰਨਾ, ਉਹਦੇ ਵਿੱਚ ਇਹ ਵੀ ਹੁੰਦਾ ਸੀ ਕਿ ਰਾਸ਼ਟਰੀ ਗੀਤ ਵੀ ਹੋਣਾ। ਹਾਂ, ਮਾਸਟਰ ਜੀ ਨੇ ਮੂਹਰੇ ਖੜੇ ਹੋਣਾ, ਵਿਸ਼ਰਾਮ ਸਾਵਧਾਨ, ਵਿਸ਼ਰਾਮ ਹੀ ਕਹਿ ਦਿੰਦਾ ਸੀ ਉਦੋਂ, ਤਾਂ ਉਹਦੇ ਵਿੱਚ ਕਹਿ ਕੇ ਤੇ ਉਧਰ ਖੜੇ ਹੋਣਾ ਜੀ, ਸਾਰਾ ਕੁਝ ਕਰੀ ਜਾਣਾ। ਉਧਰਲੇ ਪਾਸਿਓਂ ਕਿਸੇ ਦੇ ਭਾਪੇ ਨੇ, ਕਿਸੇ ਦੇ ਚਾਚੇ ਨੇ, ਕਿਸੇ ਦੇ ਤਾਏ ਨੇ ਉਧਰ ਰੇੜਾ ਹੱਕਿਆ ਹੋਣਾ, ਰੇੜੀ ਹੱਕੀ ਹੋਣੀ, ਵਿੱਚ ਵਿਚਾਲੇ ਇੱਧਰ ਉਧਰਲੇ ਪਾਸੇ ਨੂੰ ਵੀ ਦੇਖੀ ਜਾਣਾ, ਟੇਢਾ ਜਿਹਾ ਦੇਖੀ ਜਾਣਾ, ਨਾਲ ਦੂਜੇ ਨੂੰ ਵੀ ਹੁੱਜਾ ਮਾਰੀ ਜਾਣੇ, ਉਹ ਤੇਰਾ ਪਾਪਾ ਜਾਂਦਾ ਈ, ਉਹ ਤੇਰਾ ਚਾਚਾ ਜਾਂਦਾ ਈ। ਕਈਆਂ ਨੇ ਸਾਈਕਲ ਦੇ ਉੱਤੇ ਜਾਣਬੁੱਝ ਕੇ ਟੱਲੀਆਂ ਮਾਰਦੇ ਜਾਣਾ ਉਧਰਲੇ ਪਾਸੇ ਨੂੰ, ਤੇ ਕਈਆਂ ਨੇ ਬਾਅਦ 'ਚ ਓਏ ਕਈਆਂ ਦਾ ਫੜ ਵੀ ਜਾਂਦੇ ਸੀ ਕਿ ਤੂੰ ਮੇਰੇ ਵਾਲੇ ਦੇਖੀ ਜਾਂਦਾ ਸੀ, ਤੇਰਾ ਧਿਆਨ ਇਹਦਾ ਮਤਲਬ ਮਾਸਟਰ ਜੀ ਵੱਲ ਨਹੀਂ ਹੁੰਦਾ, ਤੇਰਾ ਇਹਦਾ ਮਤਲਬ ਹੈ ਕਿ ਮਾਰਨਿੰਗ ਅਸੈਂਬਲੀ ਵੱਲ ਧਿਆਨ ਨਹੀਂ ਹੁੰਦਾ। ਹੁਣ ਉਹਦੇ ਵਿੱਚ ਇੱਕ ਵਿਸ਼ੇਸ਼ ਚੀਜ਼ ਹੁੰਦੀ ਸੀ, ਕਈਆਂ ਸਕੂਲਾਂ ਦੇ ਵਿੱਚ ਜਿਹੜੇ ਸਿਆਣੇ ਮਾਸਟਰ ਸੀ ਨਾ, ਅਧਿਆਪਕ, ਹੁਣ ਮਾਸਟਰ ਭੈਣ ਜੀਆਂ ਕਹਿੰਦੇ ਸੀ ਉਦੋਂ, ਜਿਹੜੀ ਮੈਡਮ ਹੋਣੀ ਉਹਨੂੰ ਭੈਣ ਜੀ ਕਹਿਣਾ, ਉਹਦੇ ਵਿੱਚ ਮਾਸਟਰ ਜੀ, ਹਾਂ, ਉਹਨਾਂ ਨੇ ਸਾਰਾ ਕੰਮ ਕਰਕੇ ਆਉਣਾ, ਹੁਣ ਬਹਿ ਜਾਓ ਵੀ, ਉੱਥੇ ਹੀ ਬਿਠਾ ਕੇ ਫਿਰ 5-7 ਮਿੰਟ ਉਹਨਾਂ ਨੇ ਲਾਉਣੇ, ਵਿੱਚ ਵਿਚਾਲੇ ਕਿਸੇ ਨੇ ਵਿਚਾਰ ਵੀ ਦੇ ਦੇਣਾ, ਵਿੱਚ ਵਿਚਾਲੇ ਵੀ ਕਹਿਣਾ ਕਿ ਅੱਜ ਦਾ ਵਿਚਾਰ ਭਾਈ ਤੂੰ ਦੇਣਾ, ਕੱਲ ਦਾ ਤੂੰ ਦੇਣਾ। ਉੱਥੇ ਫਿਰ ਬੱਚਿਆਂ ਦੀ ਝਿਜਕ ਖੁੱਲ੍ਹਦੀ ਸੀ। ਇਹਦੇ ਨਾਲ ਨਾਲ ਉਹਨਾਂ ਨੇ ਕਦੇ ਵੀ ਦੱਸਣਾ ਕਿ ਅੱਜ ਦੇ ਦਿਨ ਦੀ ਮਹੱਤਤਾ ਕੀ ਹੈ, ਹਾਲਾਂਕਿ ਉਦੋਂ ਛਾਪੇ ਨਹੀਂ ਸੀ ਪੈਂਦੇ, ਉਦੋਂ ਆਨਲਾਈਨ ਦੱਸਣਾ ਨਹੀਂ ਸੀ ਪੈਂਦਾ ਕਿ ਅਸੀਂ ਆਹ ਸਿਖਾਇਆ, ਪਰ ਜਿਹੜੇ ਸਿਆਣੇ ਸੀ ਇਹਨਾਂ ਨੂੰ ਪਤਾ ਸੀ ਕਿ ਭਾਈ ਬੱਚਿਆਂ ਨੂੰ ਇਸ ਲਈ ਬਹੁਤ ਜ਼ਰੂਰੀ ਹੈ, ਉਹ ਸਾਰਾ ਕੁਝ ਹੋਣਾ। ਫਿਰ ਜਿਹੜੀ ਬਾਲ ਸਭਾ ਹੁੰਦੀ ਸੀ ਜੀ, ਬੈਨੀਪਾਲ ਸਾਹਿਬ, ਉਹ ਸ਼ਨੀਵਾਰ ਲੱਗਦੀ ਸਾਡੀ ਵਾਰੀ, ਆਖਰੀ 1 ਘੰਟਾ ਜਾਂ 2 ਘੰਟੇ। ਉਹਦੇ ਵਿੱਚ ਹੁੰਦਾ ਸੀ ਕਿ ਹੀਰੋ ਵੀ ਕੋਈ ਹੁੰਦਾ ਸੀ, ਫਿਰ ਕੋਈ ਨਾ ਕੋਈ ਆਦਰਸ਼ ਵੀ ਹੁੰਦਾ ਸੀ। ਜਿਹੜੀ ਕੁੜੀ ਨੂੰ ਗਾਉਣਾ ਆਉਂਦਾ ਸੀ, ਜਿਹੜੇ ਮੁੰਡੇ ਨੂੰ ਗਾਉਣਾ ਆਉਂਦਾ ਸੀ, ਚੰਗੇ ਗਾਣੇ ਗਾਉਂਦੇ ਸੀ ਉਦੋਂ, ਪਰ ਉਹ ਤਾਂ ਐਂ ਲੱਗਦਾ ਹੁੰਦਾ ਸੀ ਕਿ ਭਾਈ ਜਿਹੜੀ ਇਹਦੇ ਕੋਲੇ ਕਲਾ ਨਾ, ਇਹ ਇਸ ਲਈ ਕੇਂਦਰ ਬਿੰਦੂ ਆ ਸਕੂਲ ਦਾ। ਉਹਦੇ ਫਿਰ ਚੱਲ ਬਈ ਤੂੰ ਸੁਣਾ ਅੱਜ ਗੀਤ, ਚੱਲ ਬਈ ਤੂੰ ਸੁਣਾ, ਕਿਸੇ ਨੇ ਭੰਡ ਬਣ ਜਾਣਾ, ਕਿਸੇ ਨੇ ਕੁਛ ਬਣ ਜਾਣਾ। ਹੁਣ ਮੈਨੂੰ ਇੱਦਾਂ ਚੇਤਾ ਹੈ ਕਿ ਉਦੋਂ 1 ਰਸਾਲਾ ਆਉਂਦਾ ਹੁੰਦਾ ਸਕੂਲ 'ਚ, ਉਹ ਮਹੀਨੇ ਬਾਅਦ ਆਉਣਾ ਕਿ 2 ਮਹੀਨੇ ਬਾਅਦ, ਪਤਾ ਨਹੀਂ ਮੁਲਾਜ਼ਮ ਲਹਿਰ ਹੀ ਨਾ ਹੋਵੇ। ਉਹਦੇ ਵੱਲ ਬੜਾ ਜੀ ਕਰਨਾ ਕਿ ਭਾਈ ਆਹ ਕੋਈ ਕਿਤਾਬ ਨਵੀਂ ਹੈ, ਕਿਉਂਕਿ ਉਦੋਂ ਸਧਾਰਨ ਅਖਬਾਰਾਂ ਨਹੀਂ ਸੀ ਪਿੰਡਾਂ 'ਚ ਬਹੁਤੀਆਂ ਆਉਂਦੀਆਂ, ਨਾ ਉਦੋਂ ਲਾਇਬ੍ਰੇਰੀਆਂ ਦਾ ਪਤਾ ਹੁੰਦਾ ਸੀ, ਸਿਲੇਬਸ ਤੋਂ ਬਾਹਰ ਹੀ ਕੋਈ ਚੀਜ਼ ਦੇਖਣੀ। ਤੇ ਭੈਣ ਜੀ ਨੇ ਕਦੇ ਉਹਦੇ ਵਿੱਚੋਂ ਕੋਈ ਕਹਾਣੀ ਪੜ੍ਹ ਕੇ ਸੁਣਾਉਣੀ, ਇੰਨੀ ਸੁਰੀਲੇ ਤਰੀਕੇ ਨਾਲ ਸੁਣਾਉਣੀ, ਐਂ ਲੱਗਣਾ ਕਿ ਭਾਈ ਉਹ ਕਹਾਣੀ ਸੁਣਾ ਨਹੀਂ ਰਹੇ, ਉਹ ਸਾਨੂੰ ਜਿੱਦਾਂ ਫਿਲਮ ਦਿਖਾ ਰਹੇ ਹੁੰਦੇ ਆ। ਉਹ ਬਾਲ ਸਭਾ ਦੇ ਵਿੱਚੋਂ ਵੀ ਬੜੇ ਕਲਾਕਾਰ ਨਿਕਲੇ ਆ। ਬੜਿਆਂ ਦੀ ਝਿਜਕ ਉਸ ਬਾਲ ਸਭਾ ਦੇ ਵਿੱਚੋਂ ਜਿਹੜੀ ਹੈ ਉਹ ਟੁੱਟੀ, ਤੇ ਉਹਦੇ ਤੋਂ ਬਾਅਦ ਉਹ ਬੜੇ ਉੱਚੇ ਅਹੁਦਿਆਂ ਤੇ ਪਹੁੰਚੇ। ਬਾਠ ਮੈਨੂੰ ਯਾਦ ਹੈ, ਜਿਸ ਤਰ੍ਹਾਂ ਤੁਸੀਂ ਇਹ ਜ਼ਿਕਰ ਕੀਤਾ, ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਸਕੂਲ ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ ਵੀ ਜਦੋਂ 6ਵੀਂ ਤੋਂ ਲੈ ਕੇ 10ਵੀਂ ਤੱਕ ਵੀ ਪੜ੍ਹੇ, ਹਰੇਕ ਅਧਿਆਪਕ ਨੇ ਜਦੋਂ ਉਹਨਾਂ ਨੇ ਕਹਿਣਾ ਦਵਿੰਦਰ ਉੱਠ ਬਈ ਤੂੰ ਪੜ੍ਹ, ਬਾਕੀ ਸਾਰੇ ਨਾਲ ਸਮਾਜਿਕ ਸਿੱਖਿਆ ਜਾਂ ਪੰਜਾਬੀ ਦਾ ਜਿਹੜਾ ਵੀ ਪਾਠ ਆ ਉਹ ਹੌਲੀ ਹੌਲੀ ਨਾਲ ਪੜ੍ਹਦੇ ਰਹਿਣਗੇ। ਇਹ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡਾ ਝਾਕਾ ਖੁੱਲ੍ਹਦਾ, ਤੁਹਾਡੀ ਬੋਲਣ ਦੀ ਝਿਜਕ ਖੁੱਲ੍ਹਦੀ ਹੈ, ਉਹਦੇ ਵਿੱਚ ਇਹ ਵੱਡਾ ਰੋਲ ਅਦਾ ਕਰਦਾ। ਜਿਸ ਤਰ੍ਹਾਂ ਤੁਸੀਂ ਬਾਲ ਸਭਾ ਦਾ ਜ਼ਿਕਰ ਕੀਤਾ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਅਧਿਆਪਕ ਬਦਲ ਕੇ ਕਿ ਅੱਜ ਉੱਠ ਕੇ ਤੂੰ ਕਿਤਾਬ ਪੜ੍ਹਨੀ ਆ, ਅੱਜ ਪਹਿਲਾ ਪਹਿਰਾ ਤੂੰ ਪੜ੍ਹੇਗਾ, ਅਗਲਾ ਤੂੰ ਪੜ੍ਹੇਗਾ, ਅਗਲਾ ਤੂੰ ਪੜ੍ਹੇਗਾ, ਅਗਲਾ ਤੂੰ ਪੜ੍ਹੇਗਾ। 5-5 ਵੀ ਖੜੇ ਕਰਦੇ ਨੇ, 5-5 ਵੀ ਖੜੇ ਕਰਦੇ ਨੇ। ਕਈਆਂ ਨੇ ਨਾ ਜੇ 20 ਬੱਚੇ ਨੇ ਤਾਂ ਪਿੱਛੇ ਬੈਠਣਾ ਸਾਰਿਆਂ ਤੋਂ, ਕਿ ਜੇਕਰ ਪਹਿਰਾ ਪੜ੍ਹਦੇ ਹੋਣ ਮੇਰੇ ਤੱਕ ਵਾਰੀ ਨਾ ਆਵੇ, ਉਹ ਪਿੱਛੋਂ ਵੀ ਚੱਕ ਲੈਂਦੇ ਹੈਗੇ। ਕਈ ਵਾਰੀ ਚੱਕ ਲੈਂਦੇ ਸੀ, ਪਰ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਵੀ ਕਿਹੜਾ ਵਧੀਆ ਪੜੂਗਾ, ਕਿਹੜਾ ਨਹੀਂ ਪੜੂਗਾ। ਪਰ ਕਈ ਵਾਰੀ ਉਹ ਅੜਿੱਕੇ 'ਚ ਆ ਜਾਂਦੇ ਸੀ, ਪਰ ਬਹੁਤੀ ਵਾਰੀ ਉਹ ਬਚੇ ਰਹਿੰਦੇ ਸੀ। ਪਰ ਉਹ ਵੈਸੇ ਵੀ ਫਿਰ ਬਚੇ ਹੀ ਰਹੇ ਪੜ੍ਹਾਈ ਤੋਂ ਵੀ, ਪੜ੍ਹਾਈ ਵੀ ਉਹਨਾਂ ਦੇ ਨੇੜੇ ਦੀ ਨਹੀਂ ਲੰਘੀ। ਹੁਣ ਉਹਨਾਂ ਅਧਿਆਪਕ ਜਿਹੜੇ ਤੁਹਾਨੂੰ ਚੰਗੇ ਪੜ੍ਹਾਉਂਦੇ ਰਹੇ, ਉਹਨਾਂ ਦਾ ਜ਼ਿਕਰ ਕਰਿਓ, ਕਿਉਂਕਿ ਉਹਨਾਂ ਨੂੰ ਸਲਾਮ ਕਰਨੀ ਬਣਦੀ ਆ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹੱਥ ਹੈ ਉਹਨਾਂ ਅਧਿਆਪਕਾਂ ਦਾ। ਮੈਨੂੰ ਕਦੀ ਨਹੀਂ ਜੀ ਭੁੱਲਦੇ,
ਰਾਮ ਸਿੰਘ ਹੁੰਦੇ ਸੀ ਸਾਡਾ ਨਾਲਲਾ ਪਿੰਡ ਰੌਣੀ, ਉੱਥੋਂ ਦੇ ਨਛੱਤਰ ਮਾਸਟਰ ਹੁੰਦੇ ਸੀ ਜਰਗ ਦੇ, ਉਹ ਪੜ੍ਹਾਉਂਦੇ ਰਹੇ। ਉਹਦੇ ਤੋਂ ਬਾਅਦ ਰੌਣੀ ਦੇ ਹੀ ਫੇਰ ਆ ਗਏ ਹਰਮੇਲ ਸਿੰਘ। ਮੈਂ 3-4 ਅਧਿਆਪਕਾਂ ਤੋਂ ਹੀ ਪੜ੍ਹਿਆ ਤੇ ਇਹ ਜਿਹੜੇ ਅਧਿਆਪਕ ਪੜ੍ਹਾਉਂਦੇ ਰਹੇ, ਇੱਕ ਬੱਗਾ ਸਿੰਘ ਆ ਗਏ। ਬੱਗਾ ਸਿੰਘ ਖੁਦ ਪੇਂਟਰ ਵੀ ਸੀ ਨਾਲ, ਤੇ ਉਹਨਾਂ ਨੇ ਵੀ ਕੁਝ ਇੱਕੋ ਜਿਹੜੇ ਸੁੰਦਰ ਲਿਖਾਈ ਵਾਲੀਆਂ ਬਰੀਕੀਆਂ ਸਿਖਾਈਆਂ। ਸੋ ਇਹਨਾਂ ਅਧਿਆਪਕਾਂ ਦਾ ਮੈਨੂੰ ਲੱਗਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬਿਲਡ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਹੈ, ਕਿਉਂਕਿ ਉਹਨਾਂ ਨੇ ਸਾਨੂੰ ਉਹ ਫੱਟੀ 'ਤੇ ਵੀ ਪੜ੍ਹਾਉਣਾ ਤੇ ਨਾਲ ਅਸੀਂ ਕਾਗਜ਼ ਦੇ ਉੱਤੇ ਐਨ ਪ੍ਰੋਪਰ, ਜੇ ਹਿੰਦੀ ਵਾਲੀ ਤਾਂ ਕਲਮ ਹਿੰਦੀ ਵਾਂਗੂ ਘੜਨੀ, ਪੰਜਾਬੀ ਵਾਲੀ ਸਿੱਧੀ ਕਲਮ ਹੁੰਦੀ ਸੀ। ਕੀ ਮਜਾਲ ਹੈ ਕਿ ਜੇ ਹਾਹਾ ਕਿਤਾਬ 'ਚ ਇਦਾਂ ਲਿਖਿਆ ਹੋਇਆ, ਅਸੀਂ ਘੁੰਡੀ ਉੱਥੋਂ ਨਹੀਂ ਮੁੜੇ ਕਹਿੰਦੇ ਨਾ ਇਹ ਹਾਹਾ ਨਹੀਂ ਬਣਿਆ ਕਾਕਾ, ਹਾਹਾ ਦੂਜੇ ਤਰ੍ਹਾਂ ਬਣਾ। ਹਾਹਾ ਜਿਵੇਂ ਕਿਤਾਬ 'ਚ ਲਿਖਿਆ ਹੋਇਆ, ਜਿਵੇਂ ਸੱਸੇ ਨੂੰ ਘੁੰਡੀ ਕਿਤਾਬਾਂ 'ਚ ਹੈ, ਬਿਲਕੁਲ 19-21 ਦਾ ਫਰਕ ਵੀ ਰਹਿਣਾ ਨਹੀਂ ਚਾਹੀਦਾ। ਸਾਨੂੰ ਇਹ ਲੱਗਦਾ ਹੁੰਦਾ ਸੀ ਜਦੋਂ ਅਸੀਂ ਉਹ ਸੁੰਦਰ ਲਿਖਾਈ ਦੇ ਮੁਕਾਬਲੇ ਜਿੱਤ ਵੀ ਲੈਣੇ ਕਿ ਸ਼ਾਇਦ ਯਾਰ ਵੱਡੇ ਹੋ ਕੇ ਪੇਂਟਰ ਬਣਾਂਗੇ, ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਇਹਦੇ ਤੋਂ ਵੱਡੀ ਸਾਡੇ ਕੋਲ ਜਿਹੜਾ ਹੁਨਰ ਹੈ, ਇਹ ਤੋਂ ਵਧੀਆ ਹੁਨਰ ਕਿਸੇ ਕੋਲੇ ਹੈ ਨਹੀਂ। ਮੈਨੂੰ ਯਾਦ ਹੈ ਕਿ ਇੱਥੇ ਆਉਣ ਤੋਂ ਵੀ ਕਈ ਸਾਲ ਬਾਅਦ ਤੱਕ ਮੇਰੀਆਂ ਉਹ ਕਾਪੀਆਂ ਜਿਹੜੀਆਂ ਸੁੰਦਰ ਲਿਖਾਈ ਦੀਆਂ ਲਿਖੀਆਂ ਹੋਈਆਂ ਮੇਰੀ ਮਾਂ ਨੇ ਟਰੰਕ 'ਚ ਸਾਂਭ ਕੇ ਰੱਖੀਆਂ ਸੀ। ਬਾਅਦ ਦੇ ਵਿੱਚ ਜਦੋਂ ਪਹਿਲਾ ਘਰ ਢਾਹ ਕੇ ਨਵਾਂ ਬਣਾਇਆ, ਉਦੋਂ ਕਿਤੇ ਪਾਣੀ ਪੂਣੀ ਉੱਤੋਂ ਲੀਕ ਕਰ ਗਿਆ, ਉਹਨੇ ਖਰਾਬ ਕਰਤੀਆਂ। ਨਹੀਂ ਮੈਂ ਉਹ ਸੰਭਾਲ ਕੇ ਰੱਖੀਆਂ ਸੀ ਕਿ ਗਾਂ ਯਾਰ ਬੱਚਿਆਂ ਨੂੰ ਦਿਖਾਉਣੀਆਂ ਨੇ ਕਿ ਲਿਖਿਆ ਕਿਵੇਂ ਜਾਂਦਾ ਹੁੰਦਾ। ਮੈਨੀਪਾਲ ਸਾਹਿਬ ਮੇਰੇ ਕੋਲੇ ਨਾ 5ਵੀਂ ਜਮਾਤ ਦੀ ਗਰੁੱਪ ਫੋਟੋ ਪਈ ਆ ਜੀ, ਉਹ ਜਿਹੜੀ ਆਖਰੀ ਹੁੰਦੀ ਨਾ ਵਿਦਾਇਗੀ ਪਾਰਟੀ ਜਿਹਨੂੰ ਕਹੀਦੀ ਆ। ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਉਦੋਂ ਮੇਰੇ ਵੀ ਜੂੜਾ ਸੀ ਸਿਰ ਤੇ, ਉਹ ਜੂੜਾ ਵਿੰਗਾ, ਫਿਰ ਮੈਂ ਦੇਖਿਆ ਸਾਰਿਆਂ ਦੇ ਵਿੰਗੇ ਆ ਹੁਣ ਜਦੋਂ ਦੇਖੀਦਾ ਨਾ, ਕਿਉਂਕਿ ਉਦੋਂ ਕਿਹੜਾ ਹੁੰਦਾ ਸੀ ਕਿ ਸਿਰ ਤੇ ਰੁਮਾਲ ਪਾਇਆ ਹੋਣਾ ਤੇ ਵਿੰਗਾ ਕਿ ਸਿੱਧਾ ਹੈ। ਉਦੋਂ ਕੋਈ ਐ ਨੂੰ ਖੜਾ ਹੈ, ਉਦੋਂ ਜਿਹੜੀ ਕੋਟੀ ਪਾਈ ਆ ਉਹ ਇੱਥੇ ਤੱਕ ਉਹ ਆਈ ਜਾਂਦਾ ਜਗੜ ਜਾ, ਉਹ ਹੱਥ ਕਿਸੇ ਦਾ ਪੂਰਾ ਹੀ ਢਕਿਆ ਹੈ ਕੋਟੀ ਨਾਲ, ਕਿਉਂਕਿ ਫਰਵਰੀ ਦੇ ਵਿੱਚ ਮੈਨੂੰ ਲੱਗਦਾ ਉਹ ਫੋਟੋ ਖਿੱਚ ਹੋਈ ਹੋਏਗੀ। ਤੇ ਹੁਣ ਉਹ ਜਦੋਂ ਦੇਖਦੇ ਆ ਉਦੋਂ ਸੋਚਦੇ ਅੱਛਾ ਆਹ ਇੱਦਾਂ ਦਾ ਲੱਗਦਾ ਸੀ, ਮੈਂ ਇੱਦਾਂ ਦਾ ਲੱਗਦਾ ਸੀ, ਅੱਛਾ ਅਧਿਆਪਕ ਇੱਦਾਂ ਦੇ ਲੱਗਦੇ ਸੀ। ਹੁਣ ਇੱਦਾਂ ਦੀ ਵਿਦਾਇਗੀ ਪਾਰਟੀ ਦੀਆਂ ਜੇ ਤੁਹਾਡੀਆਂ ਯਾਦਾਂ ਹੈਗੀਆਂ ਛੋਟੇ ਸਕੂਲ ਦੀਆਂ, ਨਿੱਕੇ ਸਕੂਲ ਦੀਆਂ, ਪ੍ਰਾਇਮਰੀ ਸਕੂਲ ਦੀਆਂ, ਉਹ ਵੀ ਸਾਂਝੀਆਂ ਕਰਿਓ। ਮੈਨੂੰ ਤਾਂ ਚੇਤਾ ਹੈ ਕਿ ਜਦੋਂ ਅਸੀਂ 5ਵੀਂ ਪਾਸ ਕਰਕੇ ਗਏ, ਸਾਨੂੰ ਇੱਕ ਗੁਲਾਬ ਜਾਮਣ, ਇੱਕ ਜਿਹੜਾ ਸਮੋਸਾ ਸੀ, ਸਮੋਸੇ ਦੇ ਨਾਲ ਚਟਣੀ ਵੀ ਹੈ ਨਹੀਂ ਸੀ, ਪਰ ਉਹ ਵੀ ਕੀ ਕੀਤਾ ਕਿ ਇੱਕ ਵੱਡਾ ਸਾਰਾ ਟੇਬਲ ਉਹਨਾਂ ਨੇ ਕਮਰੇ 'ਚ ਲਾ ਲਿਆ, ਉਹਦੇ 'ਤੇ ਰੱਖਤੀਆਂ। ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਖੜੇ ਹੋ ਜਾਓ, ਵਿੱਚ ਇੱਕ ਪਲੇਟ ਰੱਖ ਦਿੱਤੀ, ਉਹ ਵੀ ਗੱਤਾ ਜਿਹਾ ਜਿਹੜਾ, ਉਹਦੇ ਉੱਤੇ ਇਹ ਚੀਜ਼ਾਂ ਰੱਖਤੀਆਂ। ਤੇ ਫਿਰ ਉਹ ਭੈਣ ਜੀ ਹੋਣਾ ਨੇ 1.5 ਮਿੰਟ ਲਾਇਆ ਕਿ ਭਾਈ ਤੁਸੀਂ ਹੁਣ ਅੱਗੇ ਵੱਡੇ ਸਕੂਲ 'ਚ ਚਲੇ ਜਾਣਾ ਆ, ਤੁਸੀਂ ਇੱਥੇ 5 ਸਾਲ ਰਹੇ, ਸ਼ਰਾਰਤਾਂ ਚਲੋ ਮਾੜੀਆਂ ਮੋਟੀਆਂ ਹੋ ਜਾਂਦੀਆਂ, ਹੁਣ ਤੁਸੀਂ ਧਿਆਨ ਨਾਲ ਉੱਥੇ ਪੜ੍ਹਨਾ ਹੈ, ਤੁਹਾਨੂੰ ਇੱਕ ਤੋਂ ਵੱਧ ਅਧਿਆਪਕਾਂ ਨੇ ਪੜ੍ਹਾਉਣਾ ਹੈ, ਤੁਸੀਂ ਸਾਰੇ ਜਣੇ ਰਲ ਮਿਲ ਕਰਿਓ, ਚਲੋ ਜੀ ਖਾਓ। ਮਿੰਟ ਅਸੀਂ 1.5 ਲਾਇਆ। ਪਰ ਉਸ ਵੇਲੇ ਇੱਕ ਹੋਰ ਗੱਲ ਸੀ, ਉਹ ਜਿਹੜੇ ਛੋਟੀਆਂ ਜਮਾਤਾਂ ਵਾਲੇ ਸੀ ਨਾ, ਉਹ ਤਾਕੀਆਂ ਵੀ ਐਂ ਦੇਖਦੇ ਵੀ ਇਹ ਸਮੋਸਾ ਖਾਣ ਲੱਗੇ ਆ। ਉਹਦੇ ਤੋਂ ਬਾਅਦ ਫਿਰ ਉਹ ਜਿਹੜੀ ਗਰੁੱਪ ਫੋਟੋ ਵਧਾਏਗੀ, ਉਦੋਂ ਸਪੈਸ਼ਲੀ ਫੋਟੋਗ੍ਰਾਫਰ ਆਉਂਦਾ ਸੀ, ਉੱਪਰ ਕੱਪੜਾ ਜਿਹਾ ਪਾ ਕੇ ਖਿੱਚਦੇ ਹੁੰਦੇ ਸੀ, ਕੱਪੜਾ ਜਿਹਾ ਚਲੋ ਕੱਪੜਾ ਪਾ ਕੇ ਖਿੱਚਦੇ ਸੀ। ਉਹ ਫਿਰ ਫੋਟੋ ਜਿਹੜੀ ਹੈ ਉਦੋਂ ਫਿਰ ਅਸੀਂ 12-12 ਰੁਪਈਏ ਜਮ੍ਹਾਂ ਕਰਾਏ ਕਿ ਫੋਟੋ ਲੈਣੀ ਆ ਤਾਂ 12-12 ਰੁਪਈਏ। ਉਹ ਥੱਲੇ ਸਾਰਿਆਂ ਦੇ ਨਾਂ ਲਿਖੇ, ਪਹਿਲੀ ਕਤਾਰ ਖੱਬਿਓਂ ਸੱਜੇ, ਦੂਜੀ ਕਤਾਰ ਸੱਜਿਓਂ ਖੱਬੇ, ਹੈ ਨਾ। ਉਹ ਸਾਰੀ ਚੀਜ਼ ਉੱਤੇ ਨਾ ਕਿਸੇ ਦਾ ਗਲਤ ਲਿਖ ਹੋ ਗਿਆ, ਉਹ ਮੈਨੂੰ ਲੱਗਦਾ ਟਾਈਪ ਹੀ ਕੀਤੇ ਸੀ ਜਾਂ ਇੱਦਾਂ ਦਾ ਕੁਛ। ਹੁਣ ਬੈਨੀਪਾਲ ਸਾਹਿਬ ਉਹਦੇ ਨਾਲੋਂ ਫਰਕ ਬੜਾ ਹੈ, ਪਰ ਜਿਨ੍ਹਾਂ ਦੇ ਕੋਲੇ ਉਹ 5ਵੀਂ ਜਮਾਤ ਦੀ ਜਾਂ 8ਵੀਂ ਦੀ ਵੀ ਲਾ ਲਓ, ਤੁਹਾਡੇ ਕੋਲੇ ਗਰੁੱਪ ਫੋਟੋ ਹੈਗੀ ਹੈ, ਉਹ ਵੀ ਦੱਸਿਓ। ਜਿਨ੍ਹਾਂ ਦੀ ਖਿੱਚ ਹੋਈ ਸੀ ਉਹ ਵੀ ਦੱਸਿਓ, ਜਿਹਨੇ ਸਾਂਭ ਕੇ ਰੱਖੀ ਹੈ ਉਹ ਵੀ ਦੱਸਿਓ। ਤੇ ਨਾਲ ਦੀ ਨਾਲ ਬੈਨੀਪਾਲ ਸਾਹਿਬ ਇੱਥੇ ਇੱਕ ਗੱਲ ਕਦੇ ਵੀ ਸਾਨੂੰ ਜਿਹੜੀ ਚੇਤੇ ਨਹੀਂ ਭੁੱਲਣੀ ਚਾਹੀਦੀ, ਉਹ ਸੀ ਥੋੜ੍ਹਾ, ਉਹ ਸੀ ਕਮੀਆਂ। ਕਿਉਂਕਿ ਉਦੋਂ ਜਮੈਟਰੀ ਬਾਕਸ ਨਹੀਂ ਸੀ ਹੁੰਦੇ, ਬਿਲਕੁਲ ਨਹੀਂ ਸੀ। ਉਸੇ ਹੀ ਬੈਗ ਦੇ ਵਿੱਚ ਜਿਹੜੇ ਹੁਣ ਦੇ ਬੱਚੇ ਨੇ ਨਾ, ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਆ, ਉਹ ਇਹ ਚੇਤਾ ਰੱਖੋ ਤੁਹਾਡੇ ਬੈਗਾਂ ਦੇ ਵਿੱਚ 5-5 ਜੇਬਾਂ ਵੀ ਹੁੰਦੀਆਂ। ਇੱਥੇ ਜਮੈਟਰੀ ਬਾਕਸ ਪਾਉਣਾ ਹੈ, ਇੱਥੇ ਪਾਣੀ ਵਾਲੀ ਬੋਤਲ ਪਾਉਣੀ ਹੈ, ਇਸ ਪੋਰਸ਼ਨ ਦੇ ਵਿੱਚ ਕਿਤਾਬਾਂ ਪਾ ਲਓ। ਹਿੰਦੀ 'ਚ ਬੋਲ ਕੇ ਦੱਸੋ ਫਿਰ ਵਧੀਆ ਲੱਗਦਾ। नहीं चलो हुण नहीं मैं हिंदी बोलनी, मैं अपने पुराने हिसाब से चला गया है ना। यहाँ पेंसिल डालनी है, यहाँ पर लंच बॉक्स होगा आपका, बेटे यहाँ पर ना जो बुक्स हैं वो नोटबुक्स के साथ मिक्स नहीं करने का, है ना, ਉਹਨੂੰ ਇੱਥੇ ਹੀ ਰੱਖਣਾ ਹੈ। ਉਹ ਸਾਰੀਆਂ ਚੀਜ਼ਾਂ ਉਦੋਂ ਬੋਰੇ ਦਾ ਝੋਲਾ ਹੁੰਦਾ ਸੀ, ਉਹਦੇ ਵਿੱਚ ਹੀ ਕਿਤਾਬ, ਉਹਦੇ ਵਿੱਚ ਹੀ ਕਾਪੀਆਂ, ਉਹਦੇ ਵਿੱਚ ਹੀ ਦਾ ਪੈਨਸਲ ਸਿਲ ਲੈਣੀ, ਫੱਟੀ ਬਾਹਰ ਹੀ ਹੁੰਦੀ ਸੀ, ਕਿਤੇ ਸ਼ਾਹੀ ਡੁੱਲੀ ਹੁੰਦੀ ਸੀ ਆਰਾਮ ਨਾਲ, ਉਹ ਬਾਹਰੋਂ ਦੀਦਾ ਹੁੰਦਾ ਸੀ ਕਿ ਆਹ ਨਕਸ਼ਾ ਬਣਿਆ ਹੋਇਆ, ਉਹਦੇ ਵਿੱਚ ਹੀ ਗਾਚਣੀ ਹੋਣੀ, ਉਹਦੇ ਵਿੱਚ ਹੀ ਸਿਆਹੀ ਵਾਲੀ ਦਵਾਤ ਜਿਹੜੀ ਐਂ ਕਰਕੇ ਰੱਖਣੀ, ਫੱਟੀ ਹੱਥ 'ਚ ਹੁੰਦੀ ਸੀ। ਇੱਕ ਉਹਦੇ ਵਿੱਚ ਹੋਰ ਵਿਸ਼ੇਸ਼ ਚੀਜ਼ ਹੁੰਦੀ ਸੀ ਜੀ, ਉਹ ਹੁੰਦੀ ਸੀ ਰੋਟੀ ਲਪੇਟ ਕੇ ਉਹ ਵੀ ਇੱਕ ਪਾਸੇ ਰੱਖੀ ਹੋਣੀ। ਤੇ ਨਾਲ ਦੀ ਨਾਲ ਬੈਨੀਪਾਲ ਸਾਹਿਬ ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ, ਕਈ ਵਾਰੀ ਝੋਲਾ ਪਾਟ ਜਾਣਾ, ਉੱਪਰੋਂ ਤਣੀ ਟੁੱਟ ਜਾਣੀ, ਉਹ ਫਿਰ ਗੁਆਂਢੀਆਂ ਦੇ ਮਿੰਨਤਾਂ ਕਰਨੀ, ਯਾਰ ਆ ਮੇਰੀਆਂ 2 ਚੀਜ਼ਾਂ ਤਾਂ ਤੂੰ ਵਿੱਚ ਪਾ ਲਾ, ਬਾਕੀ ਉਹ ਝੋਲਾ ਵੀ ਗੁੱਛੂ ਮੁੱਛੂ ਜਿਹਾ ਕੀਤਾ ਹੋਣਾ, ਬਾਕੀ ਚੀਜ਼ਾਂ ਵੀ ਜਿਹੜੀਆਂ ਚੱਕ ਲੈਣੀਆਂ। ਕਈਆਂ ਦੇ ਜਿਨ੍ਹਾਂ ਨੇ ਉੱਪਰ ਬਟਨ ਲਵਾ ਲੈਣਾ, ਉਹਨਾਂ ਨੇ ਵਿੱਚ ਝੋਲੇ ਨੂੰ ਐਂ ਕਰਕੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਸੀ, ਉਹਦੀ ਉਹ ਚੱਕਰਵਿਊ ਜਿਹਾ ਉਹਦਾ ਬਣਾਉਣਾ, ਦੂਸਰੇ ਦਾ ਝੋਲਾ ਚੱਕ ਕੇ ਉਹ ਦੂਰ ਸਿੱਟੇ ਹੋਣਾ, ਸ਼ਰਾਰਤ ਕਰਨੀ। ਉਹਨੇ ਫਿਰ ਮੈਡਮ ਜੀ ਮੇਰੀਆਂ ਤਾਂ ਕਿਤਾਬਾਂ ਪਾੜ, ਮੇਰੀ ਤਾਂ ਜਿਲਦ ਹਿੱਲ ਗਈ ਹੈ ਜੀ, ਇਹਨੇ ਆਹ ਦੇਖਿਆ, ਅਗਲੇ ਨੇ ਫਿਰ ਚੱਕ ਕੇ ਮੁਰਗਾ ਬਣਾ ਲੈਣਾ। ਸੋ ਯਾਦਾਂ ਬਹੁਤ ਸਾਰੀਆਂ ਨੇ ਤੇ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਿਓ ਜ਼ਰੂਰ। ਬਾਠ ਸਾਹਿਬ ਇੱਕ ਹੋਰ ਹੁੰਦਾ ਸੀ, ਛੁੱਟੀਆਂ ਹੋਣੀਆਂ ਗਰਮੀ ਦੀਆਂ, ਮੰਨ ਲਓ 30 ਛੁੱਟੀਆਂ ਹੋਈਆਂ ਨੇ ਜੀ, ਮਾਸਟਰਾਂ ਨੇ ਕਹਿਣਾ 30 ਹਿੰਦੀ ਦੇ ਸਫ਼ੇ, 30 ਪੰਜਾਬੀ ਦੇ ਸਫ਼ੇ,
ਜਿੰਨਾ ਕੰਮ ਰੋਜ਼ਾਨਾ ਸਕੂਲ ਦੇ ਵਿੱਚ ਸਕੂਲ ਲੱਗਣ ਵੇਲੇ ਹੁੰਦਾ ਸੀ, ਉਧਰੋਂ ਕਿਤੇ ਦੁੱਗਣਾ ਚੌਗਣਾ ਦੇ ਕੇ ਹਟਣਾ। ਉਹਨਾਂ ਦਾ ਕੰਮ ਇਹ ਹੁੰਦਾ ਸੀ ਕਿਤੇ ਛੁੱਟੀਆਂ ਦੇ ਵਿੱਚ ਐਵੇਂ ਇੱਧਰ ਉੱਧਰ ਘੁੰਮਦੇ ਨਾ ਫਿਰਨ, ਨਾਨਕੀ ਨਾ ਤੁਰੇ ਫਿਰਨ, ਕਿਤੇ ਧਿਆਨ ਕੇਂਦਰਿਤ ਨਾ, ਇਹਨਾਂ ਦਾ ਇੱਧਰ ਉੱਧਰ ਨਾ ਭਟਕ ਨਾ ਜਾਣ, ਵੀ ਰੋਜ਼ ਕੰਮ ਕਰਨਾ। ਹਾਂ, ਕੰਟੀਨਿਊਟੀ ਬਣੀ ਰਹੇ ਤਾਂ ਕਿ ਰੂਟੀਨ ਨਾ ਟੁੱਟੇ। ਕਈ ਵਾਰੀ ਕੀ ਕਰਨਾ, ਉਹਦੇ ਲਿਖਣਾ ਵੀ ਸਫਾ ਨੰਬਰ 1 ਉੱਤੇ, ਇਹ ਪੂਰੀ ਲਾਈਨ ਨਹੀਂ ਲਿਖੀ, ਫਿਰ ਲਿਖਣਾ ਮੇਰਾ ਪਿੰਡ, ਫਿਰ ਉਹਦਾ ਹੇਠ 2 ਲਾਈਨਾਂ ਫਿਰ ਛੱਡ ਦੇਣੀਆਂ। ਮੈਨੂੰ ਯਾਦ ਹੈ ਤੇ ਯਾਨੀ ਜਗਾੜ ਲਾਈਦਾ ਸੀ, ਜਗਾੜ ਵੀ, ਤਾਂ ਕਿ ਘੱਟ ਲਿਖ ਕੇ ਸਰ ਜੇ। ਉਹਨਾਂ ਨੇ ਕੀ ਕਰਨਾ, ਉਹਨੇ ਕਹਿਣਾ ਦੇ ਗੱਲ ਸੁਣ, 2 ਲਾਈਨਾਂ ਉਤਲੀਆਂ, 2 ਤੂੰ ਹੇਠਾਂ ਛੱਡੀਆਂ ਨੇ, 4 ਲਾਈਨਾਂ, ਕਿੰਨੇ ਸਫੇ ਲਿਖੇ? 30। ਇਹਦੇ ਲਾਈਨਾਂ ਤੇਰੀਆਂ ਜੇ 15 ਨੇ, ਤੂੰ ਹਿਸਾਬ ਲਾ ਲਾ ਕਿੰਨੀਆਂ, ਇੰਨੀਆਂ ਹੋਰ ਲਿਖ ਕੇ ਲਿਆਈ। ਉਦੋਂ ਛੁੱਟੀਆਂ ਵੀ ਨਾ ਹੋਣੀਆਂ। ਹਾਂ, ਉਦੋਂ ਛੁੱਟੀਆਂ ਵੀ ਨਹੀਂ ਸੀ ਹੋਣੀਆਂ। ਸਾਹਿਬ ਮੈਨੂੰ ਚੇਤਾ ਕਿ ਉਹ ਤਾਂ ਇਸ ਤਰ੍ਹਾਂ ਦਿੰਦੇ ਹੁੰਦੇ ਸੀ ਉਦੋਂ। ਫਿਰ ਆਉਣਾ ਯਾਰ ਕਿੰਨਾ ਹੀ ਕੰਮ ਦੇ ਦਿੱਤਾ, ਘਰ ਛੁੱਟੀਆਂ ਤੋਂ ਜਾਣਾ, ਚਾਅ ਬੜਾ ਹੋਣਾ। ਤੇ ਫਿਰ ਬੀਬੀ ਨੇ ਵੀ ਪੁੱਛਣਾ ਘਰ ਦੇ ਬਾਕੀਆਂ ਨੇ, ਉਹ ਕੰਮ ਮਿਲਿਆ ਤੈਨੂੰ ਸਕੂਲ ਦਾ, ਛੁੱਟੀਆਂ ਦਾ ਕੰਮ ਮਿਲਿਆ। ਮੈਨੂੰ ਇਹਨਾਂ ਚੇਤਾ ਕਿ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਪਹਿਲੇ 5-7 ਦਿਨਾਂ 'ਚ ਨਿਬੇੜ ਦੇਣਾ। ਪਰ ਕਈਆਂ ਦਾ ਉਲਟ ਹੁੰਦਾ ਸੀ, ਆਪੇ ਆਖਰੀ ਦਿਨਾਂ 'ਚ ਜਾ ਕੇ ਨਿਬੇੜਾਂਗੇ। ਉਦੋਂ ਇਹ ਵੀ ਹੋਣਾ ਬੈਨੀਪਾਲ ਸਾਹਿਬ, ਜਦੋਂ ਲਿਖੀ ਜਾਣਾ ਵੀ ਨਿਬੇੜਦੀ ਹੈ, ਕਿਉਂਕਿ ਮੁੜ ਕੇ ਮਾਮਿਆਂ ਦੇ ਵੀ ਜਾਣਾ ਤਾਂ ਮਾਸੀ ਦੇ ਵੀ ਜਾਣਾ। ਹੁਣ ਉਹ ਨਿਬੇੜਨਾ, ਤੇ ਜਦੋਂ ਬਾਕੀ ਫਿਰ ਸ਼ਾਮ ਸ਼ੂਮ ਨੂੰ ਘੁੰਮਣ ਤਾਂ ਨਿਕਲਣਾ ਹੀ ਹੁੰਦਾ ਸੀ, ਨਿਆਣੇ ਖੇਡਣਾ। ਤੂੰ ਕਿੰਨੇ ਕਰ ਲੈ, ਘੱਟ ਦੱਸਣੇ, ਮੇਰਾ ਤਾਂ ਜੇ ਹੋਇਆ ਹੀ ਨਹੀਂ ਮੈਂ ਤਾਂ ਜੇ 5ਵਾਂ। ਉਹਨੇ ਕਹਿਣਾ ਮੈਂ ਸ਼ੁਰੂ ਨਹੀਂ ਕੀਤਾ, ਕਰੀ ਸਾਰੇ ਹੀ ਜਾਂਦੇ ਹੁੰਦੇ ਸੀ ਇੱਕ ਦੂਜੇ ਤੋਂ ਪਹਿਲਾਂ ਕਿ ਨਿਬੇੜ ਲਈਏ। ਪਰ ਇੱਕ ਗੱਲ ਤੁਹਾਡੀ ਠੀਕ ਹੈ, ਕਈਆਂ ਦੇ ਕਟਾਪਾ ਨਿਕਲਦਾ ਹੁੰਦਾ ਸੀ। ਤੁਹਾਨੂੰ 10 ਦਿਨ ਹੋ ਗਏ, ਫਲਾਨਿਆਂ ਦਾ ਨਿਆਣਾ ਉਹ ਦੇਖ ਲਾ ਛੱਤ ਤੇ ਬੈਠਾ ਲਿਖਦਾ ਹੈ, ਮੈਂ ਉਹਨਾਂ ਦੇ ਘਰੋਂ ਲੱਸੀ ਲੈਣ ਗਈ ਸੀ, ਉਹ ਲਿਖੀ ਜਾਂਦਾ, ਛੁੱਟੀਆਂ ਦਾ ਕੰਮ ਕਰੀ ਜਾਂਦਾ ਹੈ। ਤੂੰ ਮਰ ਜਾਣੇ ਆ, ਰੁੜ ਜਾਣੇ ਆ, ਟੁੱਟ ਪੈਣੇ ਆ, ਪਤਾ ਨਹੀਂ ਕੀ ਪੈਣੇ ਆ, ਤੂੰ ਅਜੇ ਤੱਕ ਆਹ ਸਾਰਾ ਕੰਮ ਕੀਤਾ ਹੀ ਨਹੀਂ। ਆਖਰੀ 5-4 ਦਿਨਾਂ ਦੇ ਵਿੱਚ ਉਹਨਾਂ ਨੇ ਸਿਰ ਸੱਟਿਆ ਹੋਣਾ। ਕਈਆਂ ਦਾ ਪੂਰਾ ਵੀ ਨਹੀਂ ਸੀ ਹੁੰਦਾ। ਨਹੀਂ ਪੂਰਾ ਹੁੰਦਾ ਸੀ। ਫਿਰ ਕਈ ਵਾਰੀ ਸੋਚਣਾ, ਅੱਜ ਯਾਰ ਉਹ ਮਾਸਟਰ ਨਾ ਕਿਤੇ ਬਿਮਾਰ ਹੋ ਜਾਏ। ਨਹੀਂ, ਸੁਖਣੀ ਲੱਤਾਂ ਵੀ ਤੋੜ ਦਿੰਦੇ ਸੀ ਕਈ, ਸੁਖਦੇ ਕਿ ਭਾਈ 4 ਦਿਨ ਨਿਕਲ ਜਾ। ਪਰ ਉਹ ਨਿਕਲਦੇ ਕਿੱਥੇ ਸੀ? ਜਾਂਦਿਆਂ ਨੂੰ ਜਿਹੜੇ ਮਾਸਟਰ ਦੇ ਬਾਰੇ ਸੋਚਿਆ ਹੁੰਦਾ ਸੀ, ਉਹ ਪਹਿਲਾਂ ਕੁਰਸੀ ਡਾਹੀ ਬੈਠਾ ਹੁੰਦਾ ਸੀ। ਕਿਉਂਕਿ ਛੁੱਟੀਆਂ ਤੋਂ ਜਿਸ ਦਿਨ ਪਹਿਲੇ ਦਿਨ ਸਕੂਲ ਲੱਗਣਾ, ਮਾਸਟਰ ਅਧਿਆਪਕ ਉਸ ਦਿਨ ਬਹੁਤ ਸਾਜਰੇ ਆਉਣੇ। ਦੂਸਰਾ ਇੱਕ ਆਪਾਂ ਆਮ ਜ਼ਿਕਰ ਕਰਦੇ ਹਾਂ ਕਿ ਬੱਚਿਆਂ ਨੂੰ ਪੜ੍ਹਾਈ ਦਾ ਸ਼ੌਕ ਆਮ ਤੌਰ ਤੇ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਕਿਉਂ ਨਾ ਪਿਆ। ਮੈਨੂੰ ਪਤਾ ਹੈ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਕੋ ਹੀ ਅਖਬਾਰ ਆਉਣਾ, ਉਹ ਅਖਬਾਰ ਮਾਸਟਰਾਂ ਨੇ ਆਪ ਪੜ੍ਹੀ ਜਾਣ ਵੇਲੇ ਜਾਂ ਤਾਂ ਉਹਨਾਂ ਨੇ ਕੱਛ 'ਚ ਦੇ ਕੇ ਲੈ ਜਾਣਾ, ਜਾਂ ਜਿਹੜਾ ਪਿੱਛੇ ਕੈਰੀਅਰ ਲੱਗਿਆ ਹੁੰਦਾ ਸੀ ਉਹਦੇ ਤੇ ਰੱਖਣਾ, ਤੇ ਉੱਤੋਂ ਚਕੁੰਡਾ ਜਾਂ ਰੱਖ ਕੇ ਉਹ ਲੈ ਜਾਣਾ, ਮੂਰੇ ਹੈਂਡਲ 'ਚ ਵੀ ਫਸਾਉਂਦੇ ਹੁੰਦੇ ਸੀ, ਫਸਾ ਲੈਣਾ ਜੀ। ਅਸੀਂ ਬੜੀ ਵਾਰੀ ਸੋਚਣਾ ਕਿ ਯਾਰ ਇਹਦੇ 'ਚ ਖਬਰਾਂ ਸਾਰਾ ਦਿਨ ਪੜ੍ਹਦੇ ਰਹਿੰਦੇ ਨੇ, ਕਦੇ ਸਾਨੂੰ ਵੀ ਪੜ੍ਹਨ ਨੂੰ ਦੇ ਦੇਣ। ਫਿਰ ਇੱਕ ਵਾਰੀ ਸਾਫ਼ ਸਫਾਈ ਕਰਦੇ, ਛੋਟੇ ਟਰੰਕ ਜਿਹੇ ਸੀ ਲੋਹੇ ਦੇ, ਉਹ ਸਾਨੂੰ ਕਹਿੰਦੇ ਵੀ ਇੱਧਰੋਂ ਚੱਕ ਕੇ ਇੱਧਰ ਰੱਖ ਦਿਓ, ਇੱਧਰੋਂ ਚੱਕ ਕੇ ਇੱਧਰ ਰੱਖ ਦਿਓ। ਅਸੀਂ ਪੁੱਛ ਲਿਆ ਜੀ ਇਹਦੇ 'ਚ ਹੈ ਕੀ? ਉਹ ਕਹਿੰਦੇ ਲਓ ਆਹ ਚਾਬੀ ਲੈ ਲਓ, ਦੇਖ ਲਓ ਨਾਲੇ ਇਹਨੂੰ ਵੀ ਸਾਫ਼ ਕਰ ਦਿਓ। ਅਸੀਂ ਵਿੱਚ ਦੇਖਿਆ ਉਹ 'ਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਸਿਲੇਬਸ ਤੋਂ ਹਟ ਕੇ ਸੀ। ਅਸੀਂ ਪੁੱਛਿਆ ਇਹ ਕੀ ਆ? ਉਹ ਕਹਿੰਦੇ ਕੁਛ ਨਹੀਂ, ਇਹ ਤੁਹਾਡੇ ਕੰਮ ਦੀਆਂ ਨਹੀਂ। ਅਸੀਂ ਕਿਹਾ ਜੀ ਇਹ ਤਾਂ ਫੋਟੋਆਂ ਬਹੁਤ ਵਧੀਆ ਸੀ, ਉਹ 'ਚ ਕਹਾਣੀਆਂ ਬਹੁਤ ਵਧੀਆ ਨੇ, ਰੰਗਦਾਰ ਕਿਤਾਬਾਂ ਹੁੰਦੀਆਂ ਸੀ। ਉਹ ਦੇਖੋ ਹੁਣ ਜੀ, ਉਹ ਕਿਤਾਬਾਂ ਦਰਅਸਲ ਤੋਂ ਇੱਕ ਲਾਇਬ੍ਰੇਰੀ ਦਾ ਹਿੱਸਾ ਸੀ, ਪਰ ਉਹ ਇਸ ਕਰਕੇ ਬਾਹਲੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੇਟਕਣਾ ਲੱਗ ਸਕੀ। ਜੇ ਮੰਨ ਲਓ ਤੁਸੀਂ ਉਹ ਟਰੰਕ ਦਾ ਜਿੰਦਾ ਨਹੀਂ ਖੋਲ੍ਹਣਾ, ਤਾਂ ਘੱਟੋ ਘੱਟ ਜਿਹੜਾ ਅਖਬਾਰ ਆਪਣੇ ਸਕੂਲ ਦੇ ਵਿੱਚ ਇੱਕ ਆਉਂਦਾ, ਉਹ ਸਰਕਾਰੀ ਕੋਟੇ 'ਚ ਹੋ ਸਕਦਾ ਆਉਂਦਾ ਹੋਵੇ, ਜਾਂ ਹੋ ਸਕਦਾ ਆਪਣਾ ਵੀ ਉਹਨਾਂ ਦਾ ਪ੍ਰਾਈਵੇਟ ਵੀ ਹੋਵੇ ਜੀ। ਪਰ ਜੇ ਉਹਦੀ ਚੇਟਕ ਲਾ ਦਿੱਤੀ ਜਾ ਕੇ ਜੱਗ ਦੁਨੀਆ 'ਚ ਕੀ ਹੋਇਆ, ਮੈਨੂੰ ਲੱਗਦਾ ਫਿਰ ਵੱਡੇ ਹੋ ਕੇ ਸਾਨੂੰ ਸਵੇਰੇ ਉੱਠ ਕੇ ਅਖਬਾਰ ਪੜ੍ਹਨਾ ਜਾਂ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਸਕਦਾ। ਬੈਨੀਪਾਲ ਸਾਹਿਬ, ਜਿੰਨੇ ਵੀ ਅਧਿਆਪਕ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਂਦੇ ਰਹੇ, ਕਈ ਬਹੁਤ ਮਿਹਨਤੀ ਸੀ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕੰਮ ਨਹੀਂ ਸੀ ਕਰਦੇ, ਪਰ ਹਾਂ ਮੈਨੂੰ ਇੰਨਾ ਚੇਤਾ ਹੈ ਕਿ ਮੈਂ ਜਦੋਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ, ਪੜ੍ਹਾਉਂਦੇ ਸਾਨੂੰ ਵੀ ਸੀ, ਪਰ ਉਹਨਾਂ ਨੇ ਅਖਬਾਰ ਜਦੋਂ ਪੜ੍ਹਨੀ ਹੈ ਖਿਲਾਰ ਲੈਣੀ। ਹਾਂ, ਮੈਂ ਪਿਛਲੇ ਥੱਲੇ ਬੈਠਾ ਆ ਪੜ੍ਹਨੀ, ਅੱਛਾ ਕਿ ਉੱਥੇ ਵੀ ਲਿਖਿਆ ਹੁਣ ਬਾਕੀ ਸਫਾ 4 ਤੇ। ਹੁਣ ਬਾਕੀ ਸਫਾ 4 ਤਾਂ ਭਾਈ ਹਿੰਮਤ ਥੋੜੀ ਸੀ ਕਹਿਣ ਦੀ ਕਿ ਬਾਕੀ ਸਫਾ 4 ਤੇ ਮੈਂ ਪੜ੍ਹ ਲਾਂ। ਫਿਰ ਇੱਕ ਹੋਰ ਗੱਲ ਹੁੰਦੀ ਸੀ ਉੱਥੇ, ਫਿਰ ਜਾਣ ਕੇ ਮਾਸਟਰ ਜੀ ਪਾਣੀ ਪਿਲਾਈਏ ਜੀ, ਉਹਦੇ ਵਿੱਚ ਹੁੰਦਾ ਸੀ ਕਿ ਜੇ ਪਾਣੀ ਪਿਲਾਵਾਂਗੇ, ਉਹਨਾਂ ਦੇ ਕੋਲੇ ਗਲਾਸ ਹੱਥ ਹੁੱਥ ਪਹਿਲਾਂ ਚੰਗੀ ਤਰ੍ਹਾਂ ਧੋਣੇ, ਗਲਾਸ ਮਾਂਜਣਾ, ਫਿਰ ਜਦੋਂ ਐਂ ਕਰਕੇ ਗਲਾਸ ਉਹਨਾਂ ਨੂੰ ਫੜਾਉਣਾ ਜਾਂ ਐਂ ਕਰਕੇ ਫੜਾਉਣਾ। ਹੁਣ ਸਤਿਕਾਰ ਦੇਖੋ, ਹਾਂ, ਉਹਦੇ ਵਿੱਚ ਹੁੰਦਾ ਸੀ ਕਿ ਉਹਨਾਂ ਨੇ ਪਾਣੀ ਪੀਣਾ, ਉਦੋਂ ਤੱਕ ਉਸ ਬੰਦੇ ਨੂੰ ਹੱਕ ਹੁੰਦਾ ਸੀ ਵਿਦਿਆਰਥੀ ਨੂੰ ਕਿ ਉੱਥੇ ਕੋਲ ਖੜਾ ਰਹੇ। ਉਹਦੇ ਫਿਰ ਹੋਰ ਨਿਗਾਹ ਮਾਰਨੀ ਕਿ ਅਖਬਾਰ ਦੇ ਵਿੱਚ ਹੋਰ ਕੀ ਆ ਨਾ। ਫਿਰ ਉਹਦੇ ਤੋਂ ਬਾਅਦ ਮਾਟੇ ਜੀ ਹੋਰ ਲਿਆਈਏ ਜੀ, ਭੈਣ ਜੀ ਹੋਰ ਲਿਆਈਏ ਜੀ, ਫਿਰ ਗਲਾਸ ਉਹਨਾਂ ਦਾ ਉੱਦਾਂ ਹੀ ਮਾਂਜ ਕੇ ਤੇ ਉੱਥੇ ਰੱਖਣਾ। ਕਈ ਵਾਰ ਇਹ ਵੀ ਹੁੰਦਾ ਸੀ ਚਲੋ 4 ਮਿੰਟ ਨਿਕਲ ਜਾਂਦੇ ਆ, ਜਿਹੜੇ ਨਿਆਣੇ ਨੂੰ ਹੱਕ ਮਿਲ ਜਾਂਦਾ ਸੀ ਨਾ ਕਿ ਭਾਈ ਤੂੰ ਪਾਣੀ ਪਿਲਾ ਜਾਂ ਉਹ ਫਲਾਨੀ ਚੀਜ਼ ਲਿਆ ਕੇ ਫੜਾ। ਕਈ ਵਾਰੀ ਮਾਸਟਰ ਜੀ ਨੇ ਐਨਕਾਂ ਉੱਥੇ ਰਹਿ ਜਾਣੀਆਂ ਪਰੇ, ਉਹਨੂੰ ਤਾਂ ਐ ਹੁੰਦਾ ਸੀ ਕਿ ਮੈਂ ਹੁਣ ਤੁਰ ਕੇ ਜਾਣਾ, ਬਾਕੀ ਸਾਰੇ ਬੈਠੇ ਆ, ਉਹਨੇ ਟੌਰ ਨਾਲ ਬਾਕੀਆਂ ਨੂੰ ਦੇਖ ਕੇ ਹੁਣ ਹਾਂ ਕਿੱਦਾਂ। ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰਕਿਰਿਆ ਸੀ। ਫਿਰ ਹੋਰ ਦੇਖੋ, 1-2 ਬੀਬੀਆਂ ਦੀ ਜਾਣੀ ਕਿ ਕੁੜੀਆਂ ਦੀ
ਮਾਫ ਕਰਨਾ ਬੀਬੀਆਂ ਕਹਿ ਹੋ ਗਿਆ, ਹੁਣ ਉਹ ਬੀਬੀਆਂ ਹੁਣੀਆਂ ਜਿਹੜੀਆਂ ਉਹਨਾਂ ਨੂੰ ਹੁਣ ਡਿਊਟੀ ਹੁੰਦੀ ਤੁਸੀਂ ਚਾਹ ਬਣਾਉਣੀ ਆ। ਹਾਂ, ਉਹ ਚਾਹ ਬਣਾਉਣੀ ਆ ਤੇ ਜਿਹਨਾਂ ਦੀ ਚਾਹ ਨੂੰ ਮਾੜੀ ਮੋਟੀ ਖੰਡ ਦਾ 2 ਦਾਣੇ ਮੂੰਹ 'ਚ ਤਾਂ ਪੈ ਹੀ ਜਾਂਦੇ ਹੋਣੇ ਆ, ਤੇ ਉਹਦੇ ਵਿੱਚ ਹੋ ਸਕਦਾ ਕਿ ਮਿੱਠਾ ਮੁੱਠਾ ਵੀ ਮਾੜਾ ਮੋਟਾ ਦੇਖ ਹੋ ਜਾਂਦਾ ਹੋਵੇ। ਚਾਹ ਬਣਾਉਣ ਤੋਂ ਪਹਿਲਾਂ ਇੱਕ ਅੱਧੇ ਦੀ ਡਿਊਟੀ ਹੋਣੀ ਕਿ ਤੂੰ ਦੁੱਧ ਲੈ ਕੇ ਆ, ਦੁੱਧ ਅੱਜ ਉਹ ਦੇ ਕੇ ਨਹੀਂ ਗਏ। ਕਦੇ ਕਦੇ ਮਾਸਟਰਾਂ ਨੇ ਇਹ ਵੀ ਕਹਿਣਾ ਆਹ ਲੈ 5 ਰੁਪਏ ਬੇਸਣ ਲਿਆ, ਖਾਣਾ ਤਾਂ ਉਹਨਾਂ ਨੇ ਆਪ ਹੀ, ਪਰ ਉਦੋਂ ਇਹ ਹੁੰਦਾ ਸੀ ਕਿ ਮੈਂ ਬੇਸਣ ਲੈ ਕੇ ਆਇਆ। ਪਹਿਲਾਂ ਲਈ ਮਾਸਟਰਾਂ ਨੇ ਬੇਸਣ ਮੰਗਾਇਆ ਹੀ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਵੀ ਜਿਹੜਾ ਚੰਗੇ ਤਰੀਕੇ ਪਾ ਦੇਣਾ। ਜੇ ਮਾਸਟਰਾਂ ਨੇ ਖਾਣਾ ਫਿਰ ਸਾਰੀ ਕਲਾਸ ਨੇ ਦੇਖਣਾ ਪਈ, ਹੋਰ ਕੀ ਕਰ ਸਕਦੇ ਆ। WhatsApp ਪਿੱਛੇ ਜੇ ਸੁਰਖੀਆਂ ਮੇਰੇ ਖਿਆਲ 4 ਸਾਲ ਪਹਿਲਾਂ ਦੀ ਸ਼ਾਇਦ, ਜੇ ਮੈਂ ਗਲਤ ਨਾ ਵਾ ਖਬਰ ਸੀ ਕਿ ਕਿਸੇ ਅਧਿਆਪਕ ਨੇ ਕਹਿ ਦਿੱਤਾ ਬੱਚੇ ਨੂੰ ਕਿ ਇੱਥੇ ਸਫਾਈ ਕਰ ਲੈ। ਬਹੁਤ ਵੱਡਾ ਮੁੱਦਾ ਬਣ ਕੇ ਉੱਭਰਿਆ। ਖੈਰ ਬੱਚੇ ਪੜ੍ਹਨ ਜਾਂਦੇ ਨੇ, ਸਫਾਈ ਕਰਨ ਤਾਂ ਜਾਂਦੇ ਨਹੀਂ, ਪਰ ਮੈਨੂੰ ਯਾਦ ਹੈ ਜੀ ਅਸੀਂ ਸਕੂਲ ਦੇ ਵਿੱਚ ਫੁੱਲ ਬਹੁਤ ਲਾਉਣੇ, ਖੁਦ ਲਾਉਣੇ। ਨਾਲ ਸਾਡੇ ਪਿੰਡ ਪੈਂਦਾ ਲਾੜਪੁਰ, ਮਾਸਟਰਾਂ ਨੇ ਕਹਿਣਾ ਅਸੀਂ ਉੱਥੇ ਜਾ ਕੇ ਆਏ ਹਾਂ। ਮੈਂ ਉਹਨਾਂ ਨਾਲ ਗੱਲ ਕਰਕੇ, ਉਹਨਾਂ ਨੇ ਪਨੀਰੀ ਬਹੁਤ ਵਧੀਆ ਸਕੂਲ ਦੇ ਵਿੱਚ ਬੀਜੀ ਸੀ, ਚੱਲ ਤੂੰ ਬੈਟ ਸਾਈਕਲ ਦੇ ਪਿੱਛੇ ਲੈ ਕੇ ਆਈਏ, ਚਲੋ ਲੈ ਕੇ ਆਈਏ। ਅਸੀਂ ਉੱਥੇ ਜਾਣਾ, ਫਿਰ ਫੁੱਲ ਲੈ ਕੇ ਆਉਣੇ, ਉਹਨਾਂ ਨੂੰ ਪਾਣੀ ਵੀ ਦੇਣਾ। ਇੰਨਾ ਚਾਅ ਹੁੰਦਾ ਸੀ ਕਿ ਸਾਡੇ ਸਕੂਲ ਦੇ ਫੁੱਲ ਆਲੇ ਦੁਆਲੇ ਦੇ ਸਕੂਲਾਂ ਦੇ ਨਾਲੋਂ ਫੁੱਲ ਵਧੀਆ ਨੇ, ਮਸ਼ਹੂਰ ਸੀ। ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਤੁਹਾਡੇ ਵਾਸਤੇ ਇੱਕ ਜਦੋਂ ਤੁਸੀਂ ਬਾਲ ਬਰੇਸ ਦੇ ਵਿੱਚੋਂ 7-8 ਸਾਲ ਦਾ ਬੱਚਾ ਹੁੰਦਾ, ਜਦੋਂ 6 ਸਾਲਾਂ ਦਾ ਉੱਥੇ ਦਾਖਲ ਕਰਦੇ ਸੀ ਆਪਾਂ, 10-11 ਸਾਲਾਂ ਤੱਕ ਉਸ ਸਕੂਲ ਦੇ ਵਿੱਚ ਹੁੰਦੇ ਆ, ਉਹ ਉਮਰ ਹੈ ਕਿ ਤੁਹਾਡੀ ਜਿਹੜੀ ਆਦਤ ਦਾ ਹਿੱਸਾ ਇੱਕ ਘਰੇ ਫੁੱਲ ਲਾਉਣ ਦਾ ਬਣ ਗਿਆ, ਆਲੇ ਦੁਆਲੇ ਸਾਫ਼ ਸਫਾਈ ਕਰਨ ਦਾ ਬਣ ਗਿਆ, ਕਿਸੇ ਖੇਡਣ ਦਾ ਬਣ ਗਿਆ। ਪਰ ਜੇ ਉਹਨਾਂ ਵੇਲਿਆਂ ਦੇ ਵਿੱਚ ਅਸੀਂ ਆਪਣਾ ਆਲਾ ਦੁਆਲਾ ਵੀ ਸਾਫ਼ ਨਹੀਂ, ਅਸੀਂ ਜੋ ਗੰਦ ਪਾਇਆ ਤੇ ਦੂਜੇ ਦਿਨ ਕੋਈ ਸਫਾਈ ਸੇਵਕ ਆ ਕੇ ਕਰੇ ਤਾਂ ਕਰੇ, ਅਸੀਂ ਨਹੀਂ ਕਰਨਾ, ਕਿਉਂਕਿ ਆਪਣੇ ਆਪ ਦੇ ਵਿੱਚ ਕੋਈ ਤਰਜੀਹਾਂ ਬਦਲ ਗਈਆਂ, ਮਾਪਿਆਂ ਦੀਆਂ ਆਸਾਂ ਉਮੀਦਾਂ ਬਦਲ ਗਈਆਂ, ਅਧਿਆਪਕਾਂ ਦਾ ਵੀ ਮੈਨੂੰ ਲੱਗਦਾ ਪਹਿਲਾਂ ਨਾਲੋਂ ਵਤੀਰਾ ਬਦਲ ਗਿਆ ਜੀ, ਤੇ ਬੱਚਿਆਂ ਦਾ ਵੀ ਸਿਰਫ ਤੇ ਸਿਰਫ ਹੁਣ ਕਿਤਾਬੀ ਗਿਆਨ ਅਸੀਂ ਲੈਣਾ ਚਾਹੁੰਦੇ ਹਾਂ, ਆਲੇ ਦੁਆਲੇ ਦਾ ਨਾ ਅਸੀਂ ਸਿੱਖਣਾ ਚਾਹੁੰਦੇ ਹਾਂ, ਨਾ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ। ਬੈਨੀਪਾਲ ਸਾਹਿਬ ਸਾਡਾ ਸਕੂਲ ਹੁੰਦਾ ਸੀ ਸੈਂਟਰ, ਸੈਂਟਰ ਦਾ ਭਾਵ ਕਿ ਆਲੇ ਦੁਆਲੇ ਦੇ 3-4 ਸਕੂਲ ਉਹਦੇ ਨਾਲ ਸੰਬੰਧਿਤ ਹੁੰਦੇ ਸੀ। ਹੁਣ ਉਹਦੇ ਵਿੱਚ ਇੱਕ ਰੁੱਕਾ ਸ਼ਬਦ ਬੜਾ ਇੰਪੋਰਟੈਂਟ ਹੁੰਦਾ ਸੀ, ਕਿਉਂਕਿ ਬਲਾਕ ਵਾਲਿਆਂ ਨੇ ਸੈਂਟਰ ਸਕੂਲ ਤੱਕ ਜਾਣਕਾਰੀ ਪਹੁੰਚਾਉਣੀ ਹੁੰਦੀ ਸੀ, ਉਹਨੇ ਬਾਕੀਆਂ ਤੱਕ ਪਹੁੰਚਾਉਣੀ ਹੈ। ਸੈਂਟਰ ਸਕੂਲ ਵਾਲੇ ਦੇ ਅਧਿਆਪਕਾਂ ਦੀ ਡਿਊਟੀ ਸੀ ਕਿ ਆਲੇ ਦੁਆਲੇ ਦੇ 3-4 ਸਕੂਲਾਂ ਤੱਕ, ਫਿਰ ਉਹਨਾਂ ਨੇ ਵਿੱਚੋਂ ਸਿਆਣੇ ਨਿਆਣੇ ਜਿਹੜੇ ਆ, ਕਦੇ ਕਦੇ ਉਹ ਮੈਨੂੰ ਸਿਆਣਾ ਮੰਨ ਲੈਂਦੇ ਸੀ ਕਿ ਰੁੱਕਾ ਤੁਸੀਂ ਦੇ ਕੇ ਆਉਣਾ। ਹਾਂ ਜਾਓ। 2 ਸ਼ਰਤਾਂ ਹੁੰਦੀਆਂ ਸੀ, ਇੱਕ ਤਾਂ ਉਹ ਬੱਚਾ ਸਿਆਣਾ ਹੋਵੇ, ਦੂਜਾ ਨੂੰ ਸਾਈਕਲ ਚਲਾਉਣਾ ਆਉਂਦਾ ਹੋਵੇ। ਤਾਂ ਕਹਿਰ ਹੋ ਜਾਂਦਾ ਸੀ ਕਿ ਮਾਸਟਰ ਜੀ ਦਾ ਸਾਈਕਲ ਚਲਾਉਣ ਨੂੰ ਮਿਲਣਾ ਅੱਜ। ਇਹ ਵੀ ਸਿੱਟਣਾ ਨਹੀਂ, ਹਾਂ ਰਸਤੇ 'ਚ ਸਿੱਟਣਾ ਵੀ ਨਹੀਂ। ਜੇ ਮੂਹਰੇ ਨੂੰ ਟਰਾਲੀ ਗੱਡਾ ਕਹਿੰਦਾ ਪਹਿਲਾਂ ਹੀ ਉੱਤਰ ਕੇ ਸਾਈਡ ਤੇ ਖੜੇ ਹੋ ਜਾਣਾ, ਚਲਾਉਂਦੇ ਨਹੀਂ ਤੁਸੀਂ ਉਹਦੇ ਕੋਲ ਦੀ ਲੰਘਾਉਣਾ, ਤੇ ਨਾਲ ਹੀ ਉੱਥੋਂ ਜਾ ਕੇ ਰੁੱਕਾ ਦੇ ਕੇ ਉਹਨਾਂ ਤੋਂ ਰੁੱਕਾ ਉਸੇ ਵੇਲੇ ਕਈ ਵਾਰੀ ਉਹਨਾਂ ਨੇ ਰੁੱਕਾ ਲਿਖਣਾ, ਕਿਉਂਕਿ ਰੁੱਕਾ ਕੀ ਹੁੰਦਾ ਸੀ ਕਿ ਤਨਖਾਹ 26 ਤਰੀਕ ਨੂੰ ਮਿਲਣੀ ਹੈ, 12 ਵਜੇ ਤੋਂ ਬਾਅਦ ਛੁੱਟੀ ਕਰਕੇ ਆਪਣੀ ਤਨਖਾਹ ਲੈਣ ਜਾਣਾ ਹੈ, ਜਾਂ ਇੰਨੀ ਤਰੀਕ ਨੂੰ ਮੀਟਿੰਗ ਹੈ, ਤੁਹਾਡੇ ਵਿੱਚੋਂ ਕਿਹੜਾ ਅਧਿਆਪਕ ਜਾਊਗਾ। ਉਹਨਾਂ ਨੇ 2 ਲਾਈਨਾਂ ਝਰੀਟ ਕੇ ਉਹ ਰੁੱਕਾ ਐਂ ਫੜਿਆ ਹੋਣਾ ਕਿ ਜਿੱਦਾਂ ਇੱਕ ਜੰਗ ਦੀ ਚਿੱਠੀ ਜਾਣੀ ਬਹੁਤ ਸੀਕ੍ਰੇਟ ਚਿੱਠੀ ਜਾਂਦੀ ਹੈ। ਹੁਣ ਬੈਨੀਪਾਲ ਸਾਹਿਬ ਉਹਦੇ ਵਿੱਚ ਜਿਹਨੂੰ ਫਿਰ ਮਿਲ ਜਾ, ਇੱਕ ਤਾਂ ਉਹਨੂੰ ਪੜ੍ਹਨਾ ਨਹੀਂ ਪੈਣਾ, ਦੂਜਾ ਨੂੰ ਸਾਈਕਲ ਚਲਾਉਣ ਨੂੰ ਮਿਲਣਾ, ਤੀਸਰਾ ਕਈ ਵਾਰੀ ਜਿਹੜੇ ਸਕੂਲ ਦੇ ਵਿੱਚ ਜਾਣਾ ਅਧਿਆਪਕਾਂ ਨੇ ਮਾੜਾ ਮੋਟਾ ਕੁਝ ਖਾਣ ਪੀਣ ਨੂੰ ਵੀ ਦੇਣਾ ਕਿ ਨਿਆਣੇ ਨਿੱਕੇ ਆਏ ਆ ਭਾਈ ਇਹਨਾਂ ਨੂੰ ਪਾਣੀ ਪੂਣੀ ਪਿਲਾਓ। ਗਰਮੀ ਹੋਏ ਪਏ ਹੁੰਦੇ ਸੀ ਉੱਥੇ ਨਾ ਐ ਜਾ ਕੇ ਐ ਪਿੱਛੇ ਹੱਥ ਰੱਖ ਖੜੇ ਹੋਣਾ, ਉਹ ਸਕੂਲ ਦੇ ਨਿਆਣੇ ਮੂਹਰੇ ਬੈਠੇ ਹੁੰਦੇ ਸੀ। ਹਾਂ ਵੀ ਦੇਖੋ ਮੈਂ ਤਾਂ ਕੋਈ ਵੱਡਾ ਲਾਟ ਸਾਹਿਬ ਆ, ਕੋਈ ਚੀਜ਼ ਆ ਮੈਂ ਆਪਣੇ ਸਕੂਲ ਦੀ ਜਿਹੜਾ ਮੈਨੂੰ ਇਹਨਾਂ ਨੇ ਭੇਜਿਆ, ਉਹਨਾਂ ਨੇ ਵੀ ਐ ਦੇਖਣਾ ਇਹ ਕਿੱਦਾਂ ਦੇ ਲੱਗਦੇ ਆ ਹਨਾ। ਉਦੋਂ ਵੱਖਰੇ, ਕਿਉਂਕਿ ਰੋਜ਼-ਰੋਜ਼ ਨਹੀਂ ਸੀ ਹੁੰਦਾ ਕਿ ਇੱਥੇ ਜਾਈਏ ਜਾਂ ਉਧਰਲੇ ਪਾਸੇ ਨੂੰ ਜਾਈਏ। ਹੁਣ ਰੁੱਕਾ ਕੌਣ ਦੇਣ ਗਿਆ, ਤੇ ਰੁੱਕਾ ਜਦੋਂ ਆਉਂਦਾ ਸੀ, ਜਦੋਂ ਦੂਸਰੇ ਸਕੂਲ ਦੇ ਨਿਆਣੇ ਰੁੱਕਾ ਦੇਣ ਆਉਣਾ, ਉਦੋਂ ਵੀ ਹੁੰਦਾ ਸੀ ਕਿ ਛੁੱਟੀ ਦਾ ਰੁੱਕਾ ਹੋਵੇ ਕਿਤੇ ਅੱਜ, ਕਿਉਂਕਿ ਟੈਲੀਫੋਨ ਨਹੀਂ ਸੀ ਹੁੰਦੇ, ਸੂਚਨਾ ਪਹੁੰਚਾਉਣ ਦਾ ਇੱਕੋ ਇੱਕ ਸਾਧਨ ਹੀ ਇਹ ਹੁੰਦਾ ਸੀ। ਤੇ ਬੈਨੀਪਾਲ ਸਾਹਿਬ ਇੱਕ ਗੱਲ ਇੱਥੇ ਹੋਰ ਜੀ ਜਿਹੜੀ ਬੜੀ ਇੰਪੋਰਟੈਂਟ, ਕਿ ਸਾਈਕਲ ਤੇ ਆਉਂਦੇ ਸੀ ਬਹੁਤੇ ਅਧਿਆਪਕ, ਲਗਭਗ ਸਾਰੇ। 1-2 ਨਿਆਣਿਆਂ ਦੀ ਡਿਊਟੀ ਹੁੰਦੀ ਸੀ ਕਿ ਉਹਨਾਂ ਨੇ ਦੇਖਣਾ ਮਾਸਟਰ ਜੀ ਗੇਟ 'ਚ ਆ ਗਿਆ, ਭੈਣ ਜੀ ਦੌੜ ਕੇ ਜਾ ਕੇ ਸਾਈਕਲ ਫੜਨਾ, ਉਹ ਜੇ ਉੱਪਰ ਹੀ ਹੁਣੇ ਹੈਂਡਲ ਪਹਿਲੇ ਫੜ ਲੈਣਾ। ਉਹਨਾਂ ਨੇ ਇਹ ਵੀ ਕਹਿਣਾ ਬੇ ਮੈਨੂੰ ਉੱਤਰ ਤਾਂ ਲੈਣ ਦੇ। ਉਹਦੇ ਤੋਂ ਬਾਅਦ ਉਹ ਸਾਈਕਲ ਜਿਹੜਾ ਤੋੜ ਕੇ ਲਿਆਉਣ ਦੇ ਆਨੰਦ ਹੁੰਦੇ, ਆਲੇ ਦੁਆਲੇ ਦੇਖੀ ਜਾਣਾ। ਇਹ ਨਹੀਂ ਕਿ ਸਾਈਕਲ ਤੋੜ ਕੇ ਲਿਆ ਕਿ ਭਾਈ ਮੈਂ ਸਾਈਕਲ ਤੋੜ ਕੇ ਲਿਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ। ਮੈਨੂੰ ਵੈਸੇ ਮੌਕਾ ਬਹੁਤ ਘੱਟ ਮਿਲਿਆ, ਕਿਉਂਕਿ ਮੇਰੇ ਤੋਂ ਅੱਗੇ ਕਈ ਨਿਕਲ ਜਾਂਦੇ ਹੁੰਦੇ। ਕਈ ਹੁੰਦੇ ਨੇ ਕਿ ਬੈਕ ਗੇਅਰ ਲਾ ਕੇ 6-6 7-7 ਸਾਲ ਇੱਕੋ ਹੀ ਸਕੂਲ ਦੇ ਵਿੱਚ ਲਾਉਣੇ, ਉਹਨਾਂ ਦੀ ਡਿਊਟੀ ਹੁੰਦੀ। ਉਹਨਾਂ ਨੇ ਫਿਰ ਕਈ ਵਾਰੀ ਜਦੋਂ ਭੈਣ ਜੀ ਨੇ ਕਿਤੇ ਇੱਧਰ ਉੱਧਰ ਗਏ ਹੋਣਾ, ਉਹਨਾਂ ਦਾ ਕੰਮ ਹੁੰਦਾ ਸੀ ਜਾ ਕੇ ਉਹਦੇ ਜਿਹੜੇ ਹੈਗੇ ਆ ਪੈਡਲ ਉਹ ਤੇਜ਼ ਘੁਮਾ ਕੇ ਤਾਂ ਆ ਕੇ ਫੇਰ ਉੱਥੇ ਬਹਿ ਜਾਣਾ। ਆ ਕੌਣ ਆਇਆ ਸੀ ਸਾਈਕਲ ਨੂੰ, ਆ ਕਿੰਨੇ ਛੇੜਿਆ ਸਾਈਕਲ ਨੂੰ। ਜੇ ਕਿਸੇ ਨੇ ਸਾਈਕਲ ਨੂੰ ਹੱਥ ਲਾਇਆ ਤਾਂ ਫਿਰ ਦੇਖੋ ਡੰਡਾ ਬਹੁਤ ਫਿਰੂ, ਅਗਲੇ ਨੇ ਇੰਨਾ ਕਹਿਣਾ। ਬਾਟ ਸਾਹਿਬ ਦੇਖੋ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਤਰਜੀਹਾਂ ਬਦਲ ਗਈਆਂ। ਪਹਿਲੀ ਗੱਲ ਤੇ ਉਹ ਪ੍ਰਾਇਮਰੀ ਸਕੂਲ ਹੁਣ ਸੁੰਨੇ ਪਏ ਆ, ਉਹਨਾਂ ਸਿਰਫ ਮੈਨੂੰ ਕਹਿਣਾ ਪਊਗਾ ਇੱਥੇ ਸੋ ਕਾਲ ਜਿਹੜੇ ਅਸੀਂ ਕਹਿ ਦਿੰਦੇ ਕਿ ਆਹ ਭਾਈ ਐਸੇ ਦਰਜੇ ਦੇ ਨੇ, ਐਸੇ ਤਬਕੇ ਦੇ ਨੇ, ਜਾਂ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ। ਸਰਕਾਰ ਨੇ ਵਰਦੀਆਂ ਤਾਂ ਉਹਨਾਂ ਨੂੰ ਜ਼ਰੂਰ ਦਿੱਤੀਆਂ, ਟਾਈਆਂ ਹੁਣ ਉਹ ਵੀ ਲਾਉਂਦੇ ਆ। ਹੋ ਸਕਦਾ ਕਈਆਂ ਸਕੂਲਾਂ ਦੇ ਵਿੱਚ ਫਰਨੀਚਰ ਵੀ ਹੋਵੇ, ਪਰ ਕਈ ਪਿੰਡਾਂ ਦੇ ਵਿੱਚ ਬਹੁਤ ਸ਼ਾਨਦਾਰ ਸਕੂਲ ਬਣ ਗਏ ਨੇ ਜੀ, ਪਰ ਉੱਥੇ ਸਿਰਫ ਕੋਰਮੇ ਪੂਰਾ ਕੀਤਾ ਜਾਂਦਾ ਕਿ 20 ਬੱਚੇ ਚਾਹੀਦੇ ਨੇ, 22 ਬੱਚੇ, 25 27 ਜਿੰਨਾ ਦਾ ਵੀ ਕੋਰਮ ਹੈ, ਕਿ ਇਹ ਤੋਂ ਘੱਟ ਜੇ ਹੋ ਗਏ ਤੇ ਪਿੰਡ ਦਾ ਸਕੂਲ ਬੰਦ ਕਰਨਾ ਪਊ।
ਅਧਿਆਪਕਾਂ ਦੀ ਹੁਣ ਉਹਨਾਂ ਨੂੰ ਪ੍ਰਾਇਮਰੀ ਸਕੂਲ ਨਹੀਂ ਐਲੀਮੈਂਟਰੀ ਸਕੂਲ ਲਿਖ ਦਿੱਤਾ ਪੰਜਾਬ 'ਚ ਜੀ, ਨਾ ਬਦਲਤਾ। ਹੁਣ ਉਹ ਐਲੀਮੈਂਟਰੀ ਸਕੂਲ ਜਿਹੜੇ ਪਿੰਡੋਂ ਪਿੰਡ ਪ੍ਰਾਇਮਰੀ ਸਕੂਲ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦਾ ਵਿਚਾਰਾਂ ਦਾ ਇਸੇ ਗੱਲ ਤੇ ਜ਼ੋਰ ਲੱਗਿਆ ਰਹਿੰਦਾ ਕਿ ਜੇ 22 ਦਾ ਜਾਂ 25 27 ਜੋ ਵੀ ਉਹਨਾਂ ਨੂੰ ਗਿਣਤੀ ਦਿੱਤੀ ਹੋਈ ਨੰਬਰ ਦਿੱਤਾ ਹੈ ਕਿ ਇਹ ਨੰਬਰ ਆਪਾਂ ਬਰਕਰਾਰ ਰੱਖਣਾ, ਉਹ ਪਿੰਡ ਵਿੱਚੋਂ ਜਾ ਕੇ ਭਾਈ ਧੱਕੇ ਨਾਲ ਦਾਖਲ ਕਰਾਉਂਦੇ ਆ। ਦੂਸਰਾ, ਹੁਣ ਪਹਿਲਾਂ ਵਾਂਗੂ ਉਹ ਪੜ੍ਹਾਉਣ ਤੇ ਉਹਨਾਂ ਦਾ ਧਿਆਨ ਘੱਟ ਹੈ, ਉਹਦਾ ਕਾਰਨ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਿਡ ਡੇ ਮੀਲ ਵਾਲੇ ਪਾਸੇ ਵੀ ਉਲਝਾਇਆ ਹੋਇਆ। ਉਹ ਵਿਚਾਰੇ ਗਿਣਤੀਆਂ ਮਿਣਤੀਆਂ, ਕਈਆਂ ਨੇ ਇੱਕ ਥਾਂ ਤੋਂ ਲੈ ਕੇ ਉਹਨਾਂ ਰਸਤੇ, ਜਿਸ ਤਰ੍ਹਾਂ ਤੁਸੀਂ ਰੁਕੇ ਵਾਲੀ ਗੱਲ ਕਰਦੇ ਹੋ, ਹੁਣ ਕਈਆਂ ਨੂੰ ਉਹ ਮਿਡ ਡੇ ਮੀਲ ਵੀ ਰਸਤੇ ਦੇ ਹੋਰ ਸਕੂਲਾਂ 'ਚ ਵੰਡਣਾ ਪੈਂਦਾ ਜੀ। ਹੁਣ ਇਹ ਜਿਹੜੀਆਂ ਗੱਲਾਂ ਨੇ, ਘੱਟੋ ਘੱਟ ਜਿੱਥੋਂ ਅਸੀਂ ਬੱਚੇ ਦੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਜਾਂ ਨੀਂਹ ਮਜ਼ਬੂਤ ਕਰਨੀ ਹੈ, ਉੱਥੋਂ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਕਸੂਰਵਾਰ ਹੋ ਗਈਆਂ। ਕੁਝ ਇੱਕ ਮਾਪਿਆਂ ਨੂੰ ਇਹ ਹੋ ਗਿਆ ਕਿ ਯਾਰ ਅਸੀਂ ਤਾਂ ਬੱਚਾ ਪੜ੍ਹਾਉਣਾ ਅੰਗਰੇਜ਼ੀ ਸਕੂਲ ਵਿੱਚ, ਪਰ ਜਿਹੜੇ ਪਬਲਿਕ ਸਕੂਲ 'ਚ ਤੁਸੀਂ ਪੜ੍ਹਾ ਰਹੇ ਹੋ ਸਕਦਾ ਉੱਥੇ ਜਿਹੜੇ ਅਧਿਆਪਕ ਰੱਖੇ ਹੋਏ ਨੇ ਵਿਚਾਰੇ 10-10 12-12 ਪਾਸ ਹੀ ਰੱਖੇ ਹੋਣ। ਘੱਟੋ ਘੱਟ ਜਿਹੜੇ ਇਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਧਿਆਪਕ ਨੇ ਕੁਆਲੀਫਾਈਡ ਨੇ, ਪਰ ਇਹ ਹੈ ਕਿ ਅਸੀਂ ਉੱਥੇ ਹੁਣ ਬੱਚਿਆਂ ਨੂੰ ਭੇਜ ਨਹੀਂ ਰਹੇ। ਬਿਲਕੁਲ ਬੈਨੀਪਾਲ ਸਾਹਿਬ, ਅੱਜ ਦੇ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਵੀ ਇਹੀ ਹੈ ਕਿ ਅੱਜ ਦੇਖੋ ਤੁਸੀਂ ਵਿਦੇਸ਼ 'ਚ ਬੈਠੇ ਹੋ, ਪੰਜਾਬ 'ਚ ਬੈਠੇ ਹੋ, ਪੰਜਾਬ ਤੋਂ ਬਾਹਰ ਤੁਹਾਡੇ ਰੁਤਬੇ ਵੱਡੇ ਹੋ ਗਏ ਜਾਂ ਛੋਟੇ ਹੋ ਗਏ, ਪਰ ਆਪਣਾ ਬਚਪਨ ਚੇਤੇ ਕਰਨ ਦੇ ਲਈ ਜਦੋਂ ਵੀ ਤੁਹਾਡਾ ਪਿੰਡ ਚੱਕਰ ਲੱਗੇ, ਤੁਹਾਡੇ ਪਰਿਵਾਰ ਦੇ ਛੋਟੇ ਹੁਣ ਬੱਚੇ ਉੱਥੇ ਪੜ੍ਹਦੇ ਆ ਨਹੀਂ ਪੜ੍ਹਦੇ, ਪਰ ਤੁਸੀਂ ਜਾਇਓ ਜ਼ਰੂਰ। ਸਕੂਲ ਦੇ ਵਿੱਚ ਜਾ ਕੇ ਖਲੋਣਾ ਹੈ, ਕਿਉਂਕਿ ਬਹੁਤੀਆਂ ਬਿਲਡਿੰਗਾਂ ਇਮਾਰਤਾਂ ਉੱਦਾਂ ਦੀਆਂ, ਥੋੜ੍ਹਾ ਬਹੁਤ ਬਦਲ ਹੋਇਆ। ਜਾ ਕੇ 5-7 ਮਿੰਟ ਉੱਥੇ ਰੁਕਿਓ, ਚੇਤੇ ਕਰਿਓ ਕਿ ਭਾਈ ਇੱਥੇ ਬਹਿੰਦੇ ਹੁੰਦੇ ਸੀ, ਇੱਥੇ ਖੜ੍ਹਦੇ ਹੁੰਦੇ ਸੀ, ਇੱਥੇ ਕੁੱਟ ਪਈ ਸੀ, ਇੱਥੇ ਖੇਡਦੇ ਹੁੰਦੇ ਸੀ। ਕੁੜੀਆਂ ਜਾ ਕੇ ਚੇਤੇ ਕਰਿਓ ਕਿ ਇੱਥੇ ਕਿੱਕਲੀ ਪਾਉਂਦੀਆਂ ਸੀ, ਇੱਥੇ ਅਸੀਂ ਫੱਟੀ ਕੂਚਦੀਆਂ ਸੀ, ਉਹਨੂੰ ਚੰਗੇ ਤਰੀਕੇ ਸਾਫ਼ ਕਰਦੀਆਂ ਸੀ। ਬਹੁਤ ਸਾਰੀਆਂ ਤੁਹਾਡੀਆਂ ਯਾਦਾਂ, 5-5 ਸਾਲ ਤਾਂ ਆਪਾਂ ਉਹਨਾਂ ਸਕੂਲਾਂ 'ਚ ਕੱਟੇ ਆ ਨਾ, ਉਹ ਚੇਤੇ ਕਰਿਓ, ਤੁਹਾਨੂੰ ਸਕੂਨ ਮਿਲੂਗਾ। ਅੱਜ ਦੀਆਂ ਸਮੱਸਿਆਵਾਂ ਦੇ ਵਿੱਚੋਂ, ਅੱਜ ਦੇ ਵਾਇਰਸਾਂ ਦੇ ਵਿੱਚੋਂ, ਅੱਜ ਦੀਆਂ ਲੜਾਈਆਂ ਦੇ ਵਿੱਚੋਂ, ਅੱਜ ਦੇ ਤਣਾਅ ਦੇ ਵਿੱਚੋਂ ਤੁਸੀਂ ਪੱਕੀ ਗੱਲ ਆ ਬਾਹਰ ਆਓਗੇ। ਅਧਿਆਪਕਾਂ ਦਾ ਵੀ ਪਤਾ ਕਰਿਓ, ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀ, ਠੀਕ ਪੜ੍ਹਾਉਂਦੇ ਸੀ, ਗਲਤ ਪੜ੍ਹਾਉਂਦੇ ਸੀ, ਛੱਡ ਦਿਓ ਗੱਲ ਨੂੰ, ਉਹਨਾਂ ਨੂੰ ਪਤਾ ਕਰਿਓ। ਵੇਲੇ ਕਿਤੇ ਮਿਲ ਕੇ ਆਇਓ, ਮੱਥਾ ਟੇਕ ਕੇ ਆਇਓ। ਜਿਹੜੇ ਬੱਚੇ ਤੁਹਾਡੇ ਨਾਲ ਪੜ੍ਹਦੇ ਸੀ, ਉਹਨਾਂ ਦਾ ਵੀ ਮਾੜਾ ਮੋਟਾ ਚੇਤੇ ਕਰਿਓ। ਤੇ ਸਭ ਤੋਂ ਵੱਡੀ ਗੱਲ, ਜੇ ਅੱਜ 4 ਛਿੱਲੜ ਜੇਬ ਦੇ ਵਿੱਚ ਹੈਗੇ ਆ ਨਾ, ਤੇ ਉਹਨਾਂ ਸਕੂਲਾਂ ਦੀ ਸਾਰ ਲਈਏ। ਆਪਣੇ ਬੱਚੇ ਉੱਥੇ ਪੜ੍ਹਦੇ ਨਹੀਂ ਪੜ੍ਹਦੇ ਕੋਈ ਗੱਲ ਨਹੀਂ, ਪ੍ਰਵਾਸੀ ਮਜ਼ਦੂਰਾਂ ਦੇ ਪੜ੍ਹਦੇ ਆ ਕੋਈ ਗੱਲ ਨਹੀਂ, ਪਰ ਉੱਥੇ ਜੇ ਕੋਈ ਫੱਟਾ ਬੈਂਚ ਬਣਾ ਕੇ ਦੇਣ ਵਾਲਾ ਹੈ, ਜੇ ਕੋਈ ਪਾਣੀ ਦਾ, ਬਹੁਤ ਸਾਰਿਆਂ ਨੇ ਕੀਤਾ ਹੈ, ਬਹੁਤ ਸਾਰੇ ਸਕੂਲਾਂ 'ਚ ਹੋ ਗਿਆ, ਪਰ ਫਿਰ ਵੀ ਅੱਜ ਸਕੂਲ ਆਪਾਂ ਨੂੰ ਆਵਾਜ਼ਾਂ ਮਾਰਦਾ ਹੈ, ਆਪਣਾ ਬਚਪਨ ਆਪਾਂ ਨੂੰ ਆਵਾਜ਼ਾਂ ਮਾਰਦਾ ਹੈ, ਉੱਥੇ ਬਿਤਾਏ ਹੋਏ ਚੰਗੇ ਮਾੜੇ ਪਲ ਜਿਹੜੇ ਆ ਉਹ ਆਪਾਂ ਨੂੰ ਆਵਾਜ਼ਾਂ ਮਾਰਦੇ ਆ। ਤੇ ਜੇ ਆਵਾਜ਼ਾਂ ਮਾਰਦੇ ਜਾਣਾ ਤਾਂ ਚਾਹੀਦਾ। ਦੇਖੋ, ਆਪ ਤਾਂ ਤੁਸੀਂ ਜ਼ਰੂਰ ਚੱਕਰ ਲਾਇਆ, ਤੇ ਬੱਚਿਆਂ ਨੂੰ ਜਦੋਂ ਲੈ ਕੇ ਗਏ ਨਾ ਨਾਲ, ਉਹਨਾਂ ਨੂੰ ਜ਼ਰੂਰ ਲਿਜਾਇਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਮਾਂ-ਬਾਪ ਨੇ ਜਿਹੜੇ ਸਾਡਿਆਂ ਨੇ ਆ ਕੇ ਕੈਨੇਡਾ 'ਚ, ਅਮਰੀਕਾ 'ਚ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਤਰੱਕੀਆਂ ਜਾਂ ਬੁਲੰਦੀਆਂ ਨੂੰ ਛੋਹਿਆ, ਕਿਹੜੇ ਸਕੂਲ ਦੇ ਵਿੱਚੋਂ ਪੜ੍ਹ ਕੇ ਆਏ ਸੀ ਉਹਨਾਂ ਨੂੰ ਪਤਾ ਲੱਗੇ ਕਿ ਇੱਥੋਂ ਤਾਲੀਮ ਲਈ ਸੀ। ਅਸੀਂ ਕਈ ਵਾਰੀ ਕਹਿੰਦੇ ਕਿ ਪੰਜਾਬ 'ਚ ਆਹ ਨਹੀਂ ਚੰਗਾ, ਪੰਜਾਬ 'ਚ ਉਹ ਨਹੀਂ ਚੰਗਾ, ਉਹਨਾਂ ਨੂੰ ਪਤਾ ਲੱਗੂ ਕਿ ਦੇਖੋ ਇਹਨਾਂ ਮਜਬੂਰੀਆਂ 'ਚ, ਤੰਗੀਆਂ 'ਚ ਇਸ ਸਕੂਲ 'ਚ ਪੜ੍ਹੇ ਜਦੋਂ ਕੋਈ ਫਰਨੀਚਰ ਵੀ ਨਹੀਂ ਸੀ ਜੀ, ਜਦੋਂ ਕੋਈ ਬਹੁਤ ਸੁੱਖ ਸਹੂਲਤਾਂ ਵੀ ਨਹੀਂ ਸੀ। ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਜਿਹੜੇ ਮਾਪੇ ਸਾਨੂੰ ਕੋਈ ਚੰਗੀਆਂ ਡਿਗਰੀਆਂ, ਚੰਗੇ ਸਕੂਲਾਂ ਕਾਲਜਾਂ 'ਚ ਪੜ੍ਹਾਉਣਾ ਚਾਹੁੰਦੇ ਆ, ਜਾਂ ਹੁਣ ਤਾਂ ਆਪਾਂ ਦੇਖਦੇ ਹਾਂ ਕਿ 12 ਬੱਚੇ ਨੇ ਕੀਤੀਆਂ, ਉਹਨੂੰ ਸਿੱਧਾ ਆਸਟ੍ਰੇਲੀਆ ਜਾਂ ਅਮਰੀਕਾ ਜਾਂ ਕੈਨੇਡਾ ਦਾ ਵੀਜ਼ਾ ਦਿਵਾਉਂਦੇ ਆ ਮਾਪੇ ਕਿ ਚੱਲ ਭਾਈ ਤੂੰ ਚੰਗੇ ਥਾਂ 'ਤੇ ਪੜ੍ਹ ਤੇ ਆਪਣਾ ਫਿਊਚਰ ਬਿਲਡ ਕਰ। ਆਪਣੇ ਵੇਲਿਆਂ ਵਿੱਚ ਨਾ ਉਹ ਸੁੱਖ ਸਹੂਲਤਾਂ ਸੀ, ਨਾ ਇੰਨੇ ਸਾਧਨ ਸੀ, ਨਾ ਭਾਈ ਇੰਨੇ ਜੋਗੇ ਹੀ ਸੀ। ਘੱਟੋ ਘੱਟ ਉਹਨਾਂ ਨੂੰ ਇਸ ਗੱਲ ਦਾ, ਤੁਹਾਡੇ ਬੱਚਿਆਂ ਨੂੰ ਭਾਵੇਂ ਕਿਸੇ ਬਾਹਰਲੇ ਮੁਲਕ ਵਿੱਚ ਵੀ ਜੰਮ ਪਲ ਗਏ, ਉਹਨਾਂ ਨੂੰ ਪਤਾ ਲੱਗੇਗਾ ਕਿ ਵਾਕਈ ਜੇਕਰ ਬੱਚੇ ਨੇ ਪੜ੍ਹਨਾ ਹੋਵੇ ਉਹ ਕਿਸੇ ਵੀ ਸਕੂਲ ਵਿੱਚ ਪੜ੍ਹ ਸਕਦਾ ਤੇ ਕਿਸੇ ਵੀ ਅਧਿਆਪਕ ਕੋਲੋਂ ਪੜ੍ਹ ਸਕਦਾ। ਯਾਦਾਂ ਤੁਹਾਡੀਆਂ ਵੀ ਬਹੁਤ ਸਾਰੀਆਂ ਹੋਣੀਆਂ ਨੇ ਉਸ ਪਿੰਡ ਦੇ ਸਕੂਲ ਕੋਲ ਦੀ, ਜਦੋਂ ਵੀ ਲੰਘੀ ਦੇ ਨਾ ਉਹਨੂੰ ਸਲਾਮ ਕਰਨ ਨੂੰ ਦਿਲ ਕਰਦਾ। ਮੈਂ ਇਹ ਪਿਛਲੀ ਵਾਰੀ ਹੋਇਆ ਕਿ ਮੈਂ ਸਕੂਲ 'ਚ ਜਾ ਨਹੀਂ ਸਕਿਆ, ਜਿਹੜੇ ਉੱਥੋਂ ਦੇ ਅਧਿਆਪਕ ਸੀ ਬਾਈ ਚਾਂਸ ਉਹ ਮੇਰੇ ਹਮ ਜਮਾਤੀ ਨੇ, ਅਸੀਂ ਕਾਲਜ ਮੇਟ ਵੀ ਹਾਂ। ਹੁਣ ਉੱਥੇ ਉਹ ਪੜ੍ਹਾਉਂਦੇ ਨੇ, ਪਰ ਇਹਦੇ ਤੋਂ ਪਹਿਲਾਂ ਜਿਹੜੇ ਪੜ੍ਹਾਉਂਦੇ ਸੀ ਉਹ ਅਸੀਂ 10ਵੀਂ ਤੋਂ ਲੈ ਕੇ 12ਵੀਂ ਤੱਕ ਇਕੱਠੇ ਪੜ੍ਹੇ ਸੀ, ਉਹ ਉੱਥੇ ਪੜ੍ਹਾਉਂਦੇ ਸੀ। ਸੋ ਉਹਨਾਂ ਨਾਲ ਵੈਸੇ ਹੀ ਇੱਕ ਤਾਂ ਤਾਲਮੇਲ ਬਣਿਆ ਰਹਿੰਦਾ ਸੀ, ਪਰ ਹੁਣ ਸਕੂਲਾਂ ਦੀ ਕਾਇਆ ਕਲਪ ਬਹੁਤ ਸਾਰੇ NRIs ਨੇ ਕਰ ਦਿੱਤੀ ਹੈ, ਕੁਝ ਇੱਕ ਸਰਕਾਰਾਂ ਨੇ ਵੀ ਥੋੜ੍ਹਾ ਬਹੁਤਾ ਹੱਥ ਉਧਰ ਨੂੰ ਦਿੱਤਾ, ਵਧਾਇਆ, ਪਰ ਤਾਂ ਵੀ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਅਧਿਆਪਕ ਹੈਗੇ ਆ ਪਰ ਪੜ੍ਹਨ ਵਾਲੇ ਬੱਚੇ ਨਹੀਂ ਉੱਥੇ ਜਾ ਰਹੇ। ਬੈਨੀਪਾਲ ਸਾਹਿਬ, ਮੈਨੂੰ ਤਾਂ ਇੱਕੋ ਗੱਲ ਦਾ ਪਤਾ ਕਿ ਜਿਹੜੇ ਪਿੰਡ ਤੋਂ ਆਪਣੇ ਪਿੰਡ ਦਾ ਸਰਕਾਰੀ ਸਕੂਲ ਨਾ ਸਾਂਭ ਹੋਇਆ, ਫਿਰ ਅਸੀਂ ਕੁਝ ਵੀ ਨਹੀਂ ਸਾਂਭ ਸਕਦੇ। ਅਸੀਂ ਨਾ ਅਤੀਤ ਸਾਂਭ ਸਕਦੇ ਹਾਂ, ਨਾ ਵਰਤਮਾਨ ਸਾਂਭ ਸਕਦੇ ਹਾਂ, ਨਾ ਭਵਿੱਖ। ਇਸ ਕਰਕੇ ਜਿੰਨੇ ਵੀ ਆਪਾਂ ਪਿੰਡ ਵਾਲੇ ਹਾਂ, ਆਪੋ ਆਪਣੇ ਪਿੰਡ ਦਾ ਸਕੂਲ ਸਾਂਭ ਲਈਏ। ਉੱਥੇ ਆਪਣੇ ਬੱਚੇ ਪੜ੍ਹਦੇ ਆ ਨਹੀਂ ਪੜ੍ਹਦੇ ਕੋਈ ਗੱਲ ਨਹੀਂ, ਜੇ ਕਿਤੇ ਸਰਕਾਰੀ 2 ਅਧਿਆਪਕ ਆ, 2 ਤਨਖਾਹ ਤੇ 10-10 ਹਜ਼ਾਰ ਦੇ ਉੱਤੇ ਬਹੁਤ ਪੜ੍ਹੇ ਲਿਖੇ ਬੱਚੇ ਬੇਰੁਜ਼ਗਾਰ ਆ, ਉੱਥੇ ਰੱਖ ਦਿਓ, 4 ਹੋ ਜਾਣਗੇ, ਪੜ੍ਹਾਈ ਦਾ ਪੱਧਰ ਉੱਪਰ ਜਾਊਗਾ, ਬਹੁਤ ਸਾਰੇ ਬੱਚੇ ਆਪਣੇ ਆਪ ਆਉਣਗੇ। ਸਕੂਲ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਸਾਡਾ ਇਤਿਹਾਸ ਜੁੜਿਆ। ਇਹ ਮਤ ਸੋਚਿਓ ਕਿ ਤੁਸੀਂ ਉੱਥੇ ਹੁਸ਼ਿਆਰ ਵਿਦਿਆਰਥੀ ਸੀ ਜਾਂ ਨਹੀਂ।
ਹੁਸ਼ਿਆਰ ਦਾ ਮਸਲਾ ਨਹੀਂ, ਮਿਹਨਤੀ ਦਾ ਮਸਲਾ ਹੈ। ਅੱਜ ਕਿਤੇ ਨਾ ਕਿਤੇ ਰੋਟੀ ਕਮਾਉਂਦੇ ਹੋਵੋਗੇ, ਖਾਂਦੇ ਹੋਵੋਗੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੁੜੀਆਂ ਹੈ। ਬਹੁਤ ਕੁਝ ਬੈਨੀਪਾਲ ਸਾਹਿਬ ਰਹਿ ਗਿਆ ਸਕੂਲਾਂ ਦਾ ਜਿਹੜਾ ਆਪਾਂ ਕਰਨਾ ਸੀ, ਪਰ ਸਮਾਂ ਕਿਉਂਕਿ ਮੁੱਕਦਾ ਜਾਂਦਾ ਹੈ। ਕਿਸੇ ਦਿਨ ਫੇਰ ਇਹੀ ਗੱਲਾਂ ਛੋਵਾਂਗੇ ਕਿ ਕੀ ਤੰਗੀਆਂ ਸੀ, ਕੀ ਤੁਰਸ਼ੀਆਂ ਸੀ, ਪਰ ਉਸ ਸਮੇਂ ਦੀ ਇੱਕ ਆਪਣੀ ਅਮੀਰੀ ਵੀ ਸੀ। ਬਿਲਕੁਲ। ਉਸ ਸਕੂਲ ਨੂੰ ਆਪਾਂ ਜੇ ਆਪਣੀ ਜ਼ਿੰਦਗੀ ਚੋਂ ਮਨਫੀ ਕਰ ਦਈਏ, ਸਮਝੋ ਕਿ ਆਪਾਂ ਇੱਥੇ ਬੈਠ ਕੇ ਬੋਲਣ ਜੋਗੇ ਨਹੀਂ ਸੀ। ਉਹਨਾਂ ਸਕੂਲਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਸਥਾਨ ਹੈ, ਰਹੇਗਾ। ਸੋ ਇਸ ਦੇ ਨਾਲ ਇਸ ਸਮੇਂ ਦੀ ਸਮਾਪਤੀ ਹੈ। ਧੰਨਵਾਦ, ਸ਼ੁਕਰੀਆ ਜੀ ਬੈਨੀਪਾਲ ਸਾਹਿਬ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪਿੰਡ ਦਾ ਪ੍ਰਾਇਮਰੀ ਸਕੂਲ। ਤੁਹਾਡਾ ਕਿਹੋ ਜਿਹਾ ਰਿਹਾ, ਜ਼ਰੂਰ ਟਿੱਪਣੀਆਂ ਕਰਕੇ ਸਾਡੇ ਤੱਕ ਆਪਣੀ ਜਾਣਕਾਰੀ ਪੁੱਜਦੀ ਕਰਿਓ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।